ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਚੈਨਲ ਦਾ ਸਿੱਖ ਵਿਊ ਪੁਆਇੰਟ। ਮੈਂ ਮਿਹਰ ਸਿੰਘ। ਅੱਜ ਅਸੀਂ ਜਿਹੜਾ ਬਹੁਤ ਹੀ ਮਹੱਤਵਪੂਰਨ ਵਿਸ਼ਾ ਜਿਹੜਾ ਉਹ ਲੈ ਕੇ ਹਾਜ਼ਰ ਹੋਏ ਹਾਂ। ਪਿਛਲੇ ਸਮੇਂ ਦੇ ਦੌਰਾਨ ਵੀ ਅਸੀਂ ਜਿਹੜੀ ਖਾੜਕੂ ਸਫਾ ਦੇ ਵਿੱਚ ਵਿਚਰਦੇ ਹੋਏ ਆਗੂਆਂ ਦੀ, ਖਾਸ ਕਰਕੇ ਸੰਤ ਭਿੰਡਰਾਣੇ ਤੋਂ ਇਹ ਕਿੱਸਾ ਸ਼ੁਰੂ ਹੋ ਜਾਂਦਾ ਜਦੋਂ ਕਿਰਦਾਰ ਕੁਸ਼ੀ ਦੀ ਜਿਹੜੀ ਗੱਲ ਹੈ ਉਹ ਸ਼ੁਰੂ ਹੋ ਜਾਂਦੀ ਆ। ਜਿਹੜੀ ਹੈ ਵੱਡੇ ਪੱਧਰ ਦੇ ਉੱਤੇ ਸਰਕਾਰ ਵੱਲੋਂ ਵੀ, ਸਰਕਾਰ ਦੀਆਂ ਏਜੰਸੀਆਂ ਵੱਲੋਂ, ਜਿਹੜੇ ਉਸ ਸਮੇਂ ਦੇ ਜਿਹੜੇ ਮੇਨ ਜਿਹੜੇ ਆਗੂ ਹੁੰਦੇ ਨੇ ਉਹਨਾਂ ਵੱਲੋਂ, ਜਾਂ ਅਕਾਲੀ ਆਗੂਆਂ ਦੀ ਆਪਾਂ ਗੱਲ ਕਰ ਚੁੱਕੇ ਹਾਂ, ਉਹਨਾਂ ਵੱਲੋਂ ਵੀ ਕਿਸ ਤਰੀਕੇ ਦੇ ਦੋਸ਼ ਜਿਹੜੇ ਨੇ ਸੰਤਾਂ ਦੇ ਉੱਤੇ ਵੀ ਲਾਏ ਜਾਂਦੇ ਨੇ। ਉਹੀ ਅੱਗੇ ਵਿਚਰਦੇ ਹੋਏ ਜਦੋਂ ਖਾੜਕੂ ਲਹਿਰ ਦੀ ਸ਼ੁਰੂਆਤ ਹੋ ਜਾਂਦੀ ਹੈ, ਫਿਰ ਉਹੀ ਸਿਲਸਿਲਾ ਲਗਾਤਾਰ ਚੱਲਦਾ ਹੈ। ਏਜੰਸੀਆਂ ਆਪਣਾ ਜ਼ੋਰ ਲਾਉਂਦੀਆਂ ਹਰੇਕ ਤਰੀਕੇ ਦੇ ਨਾਲ ਕਿਸੇ ਤਰੀਕੇ ਬਦਨਾਮ ਕਰਨ ਦੀ, ਆਪਸ ਦੇ ਵਿੱਚ ਲੜਾਈ ਜਿਹੜੀ ਹੈ ਉਹ ਸ਼ੁਰੂ ਕਰਨ ਦੇ ਲਈ, ਵੀ ਆਪਸ ਦੇ ਵਿੱਚ ਭਿੜਕੀ ਇਹ ਖਤਮ ਹੋ ਜਾਣ। ਉਸ ਤੋਂ ਬਾਅਦ ਹੀ ਲਗਾਤਾਰ ਇਹ ਸਿਲਸਿਲਾ ਜਿਹੜਾ ਹੁਣ ਤੀਜੀ ਪੀੜ੍ਹੀ ਆ ਚੁੱਕੀ ਹੈ ਅਤੇ ਇਹਦੇ ਵਿੱਚ ਵੀ ਲਗਾਤਾਰ ਉਹ ਜਾਰੀ ਹੈ। ਪਰ ਦੁੱਖ ਉਦੋਂ ਹੁੰਦਾ ਜਦੋਂ ਆਪਣੀ ਜਿਹੜੇ ਚਿਹਰੇ ਨੇ, ਜਿਵੇਂ ਆਪਾਂ ਸਿੱਖ ਚਿਹਰਿਆਂ ਦੀ ਗੱਲ ਕਰ ਲਈਏ, ਜਾਂ ਉਹਨਾਂ ਸਫਾਂ ਦੇ ਵਿੱਚ ਵਿਚਰੇ ਹੋਏ ਜੇਲ੍ਹਾਂ ਕੱਟ ਚੁੱਕੇ ਉਹੀ ਸਿੰਘਾਂ ਦੀ ਗੱਲ ਕਰ ਲਈਏ, ਜਿਹੜੇ ਉਹ ਇਲਜ਼ਾਮ ਲਗਾਉਂਦੇ ਨੇ, ਉੱਥੋਂ ਜਿਹੜੀ ਇਹ ਗੱਲ ਉਹ ਬਹੁਤ ਜ਼ਿਆਦਾ ਜਿਹੜੀ ਹੈ ਸਵਾਲ ਖੜ੍ਹੇ ਕਰ ਜਾਂਦੀ ਹੈ ਜ਼ਿਹਨ ਦੇ ਵਿੱਚ। ਸੋ ਜਿਹੜੀ ਸਿੱਖਾਂ ਦੀ ਅੱਜ ਦੀ ਪੀੜ੍ਹੀ ਦੀ ਗੱਲ ਕਰ ਲਈਏ, ਖਾਸ ਕਰਕੇ ਨੌਜਵਾਨ ਪੀੜ੍ਹੀ ਦੀ, ਉਹ ਇਹ ਸਾਰੇ ਸੰਘਰਸ਼ ਤੋਂ ਜਿਹੜੀ ਹੈ ਅਣਜਾਣ ਹੈ। ਉਹਨਾਂ ਨੂੰ ਨਹੀਂ ਪਤਾ ਕਿ ਸੱਚਾਈਆਂ ਕੀ ਨੇ। ਤੋ ਸੱਚਾਈਆਂ ਦੇ ਲਈ ਅਸੀਂ ਉਹਨਾਂ ਦੇ ਰੂਬਰੂ ਹੋ ਸਕਦੇ ਹਾਂ ਜਿਹੜੇ ਉਸ ਸਮੇਂ ਦੇ ਵਿੱਚ ਵਿਚਰੇ ਨੇ। ਸੋ ਅੱਜ ਗੱਲਬਾਤ ਕਰਾਂਗੇ ਭਾਈ ਹਰਮਿੰਦਰ ਸਿੰਘ ਸੰਧੂ ਦੇ ਬਾਰੇ। ਭਾਈ ਹਰਮਿੰਦਰ ਸਿੰਘ ਸੰਧੂ ਜੋ ਕਿ ਜਨਰਲ ਸੈਕਟਰੀ ਵੀ ਸਨ ਉਸ ਸਮੇਂ ਦੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ। ਬਹੁਤ ਸੋਹਣਾ ਨਾਮ ਵੀ ਸੀ, ਬਹੁਤ ਸੋਹਣਾ ਜਿਹੜਾ ਉਹਨਾਂ ਦਾ ਜਿਹੜੀ ਕਾਰਗੁਜ਼ਾਰੀ ਉਹ ਵੀ ਰਹੀ ਆ। ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ। ਕਈ ਚੀਜ਼ਾਂ ਜਿਹੜੀ ਅਸੀਂ ਵੀ ਨਹੀਂ ਜਾਣਦੇ, ਉਹ ਅੱਜ ਅਸੀਂ ਜਿਹੜੇ ਆ ਉਹ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਇਸ ਇੰਟਰਵਿਊ ਵਿੱਚ ਲੈਣ ਦੀ ਕੋਸ਼ਿਸ਼ ਕਰਾਂਗੇ। ਸੋ ਸਵਾਗਤ ਕਰ ਜਾਂਦੀ ਭਾਈ ਜਮੇਰ ਸਿੰਘ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਪੂ ਜੀ, ਅੱਜ ਜਿਹੜੀ ਸਭ ਤੋਂ ਪਹਿਲੀ ਗੱਲ ਹੈ ਜੀ, ਆਪਾਂ ਕਿਰਦਾਰ ਕੁਸ਼ੀ ਦੀ ਗੱਲ ਪਿਛਲੀ ਵੀਡੀਓ ਦੇ ਵਿੱਚ ਦੌਰਾਨ ਕਰ ਚੁੱਕੇ ਹਾਂ। ਇਹੀ ਸਿਲਸਿਲਾ ਹੁਣ ਲਗਾਤਾਰ ਫਿਰ ਅੱਗੇ ਹੋਰ ਜ਼ਿਆਦਾ ਤੀਵਰਤਾ ਦੇ ਨਾਲ ਵੱਧ ਰਿਹਾ। ਹੁਣ ਗੱਲ ਆਈ ਹੈ ਭਾਈ ਹਰਮਿੰਦਰ ਸਿੰਘ ਸੰਧੂ ਦੇ ਬਾਰੇ। ਉਹ ਕਹਿੰਦੇ ਨੇ ਕਿ ਅਕਾਲ ਚੈਨਲ ਦੇ ਉੱਤੇ ਇੱਕ ਇੰਟਰਵਿਊ ਆਈ ਆ, ਉਸ ਦੇ ਵਿੱਚ ਭਾਈ ਭਗਵਾਨ ਸਿੰਘ ਜੀ, ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ 84 ਦੇ ਬਾਰੇ ਜਿਹੜਾ ਘੱਲੂਘਾਰਾ ਹੋਇਆ ਦੇ ਬਾਰੇ ਬੜੀ ਸੋਹਣੀਆਂ ਜਿਹੜੀਆਂ ਗੱਲਾਂ, ਤੱਥ ਬੜੇ ਜਿਹੜੇ ਨਹੀਂ ਸੀ ਪਤਾ ਉਹ ਸਾਹਮਣੇ ਰੱਖੇ ਨੇ। ਉਹਨਾਂ ਨੇ ਜ਼ਿਕਰ ਕੀਤਾ ਕਿ ਭਾਈ ਹਰਮਿੰਦਰ ਸਿੰਘ ਦਾ ਜਿਹੜੇ ਬਹੁਤ ਹੀ ਕੱਦ ਜਿਹੜਾ ਬਹੁਤ ਉੱਚਾ ਸੀਗਾ, ਸੰਤਾਂ ਦੇ ਨਾਲ ਬਹੁਤ ਨੇੜਤਾ ਸੀਗੀ, ਬਹੁਤ ਤੇਜ਼ ਦਿਮਾਗ ਸੀਗੇ। ਅਤੇ ਤੁਸੀਂ ਦੱਸਣਾ ਕਰੋ ਭਾਈ ਹਰਮਿੰਦਰ ਸਿੰਘ ਦੀ ਸੰਤਾਂ ਦੇ ਨਾਲ ਕਿਹੋ ਜਿਹੀ ਨੇੜਤਾ ਸੀ ਅਤੇ ਕਿਹੋ ਜਿਹੇ ਸਨ ਭਾਈ ਹਰਮਿੰਦਰ ਸਿੰਘ ਸੰਧੂ? ਦੇਖੋ, ਹਰਮਿੰਦਰ ਸਿੰਘ ਸੰਧੂ ਦੀ ਸੰਤ ਭਿੰਡਰਾਂਵਾਲੇ ਨਾਲ ਨੇੜਤਾ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਜੀ, ਕਿਉਂਕਿ ਜਿਹੜੇ ਵੀ ਉਸ ਦੌਰ ਦੇ ਬੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਉਹ ਜਨਤਾ ਦੇ ਵਿੱਚ ਮੁੱਖ ਚਿਹਰਾ ਉਹੀ ਸੀ। ਜੋ ਗੱਲ ਜਨਤਾ ਦੇ ਵਿੱਚ ਲਿਜਾਣੀ ਹੈ, ਲੋਕਾਂ ਦੇ ਵਿੱਚ ਲਿਜਾਣੀ ਹੈ। ਉਹ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜਨਰਲ ਸਕੱਤਰ ਸੀ ਜੀ, ਪੜ੍ਹਿਆ ਲਿਖਿਆ ਸੀ ਅਤੇ ਸਮਝ ਸੀ ਗੱਲਾਂ ਦੀ। ਅਤੇ ਇਸ ਕਰਕੇ ਉਹ ਸੰਤਾਂ ਦੇ ਨਾਲ ਖਾਸ ਕਰਕੇ ਜਿਹੜਾ ਉਹਨਾਂ ਦਾ ਰੋਲ ਹੁੰਦਾ ਸੀ ਉਹ ਇੱਕ ਦੁਭਾਸ਼ੀ ਵਾਲਾ ਹੁੰਦਾ ਸੀ ਜੀ। ਕਿਉਂਕਿ ਕੋਈ ਅੰਗਰੇਜ਼ੀ ਦੇ ਪੱਤਰਕਾਰ ਜਾਂ ਹੋਰ ਆਉਂਦੇ ਸੀਗੇ, ਹੈ ਨਾ, ਵਿਦੇਸ਼ੀ ਵੀ ਆਉਂਦੇ ਸੀ ਇਹ ਸੰਤਾਂ ਦੀ ਇੰਟਰਵਿਊ ਕਰਨ। ਸੋ ਉਹਨਾਂ ਦੀ ਅੰਗਰੇਜ਼ੀ ਨੂੰ ਪੰਜਾਬੀ 'ਚ ਕਰਨਾ ਅਤੇ ਪੰਜਾਬੀ ਨੂੰ ਅੰਗਰੇਜ਼ੀ 'ਚ ਕਰਨਾ, ਉਹ ਦੁਭਾਸ਼ੀਏ ਦਾ ਰੋਲ ਉਸਨੇ ਬਾਖੂਬੀ ਨਿਭਾਇਆ ਜੀ। ਇਸ ਤੋਂ ਇਲਾਵਾ ਉਸਨੇ ਜਿਹੜੀ ਸਿੱਖ ਸਟੂਡੈਂਟ ਫੈਡਰੇਸ਼ਨ ਹੈ ਉਹਦਾ ਜਨਰਲ ਸਕੱਤਰ ਸੀ। ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਬਹੁਤ ਉਸ ਸਪੀਡ ਦੇ ਵਿੱਚ ਤਕੜਾ ਕੀਤਾ, ਇਹ 'ਚ ਕੋਈ ਦੋ ਰਾਵਾਂ ਨਹੀਂ ਕਿ 78 ਤੋਂ ਲੈ ਕੇ 84 ਤੱਕ ਸਿੱਖ ਸਟੂਡੈਂਟ ਫੈਡਰੇਸ਼ਨ ਇੱਕ ਫੋਰਸ ਬਣ ਚੁੱਕੀ ਸੀ। ਅਤੇ ਇਹ ਨਾ ਗੱਲ ਭੁੱਲੋ ਕਿ ਉਦੋਂ ਪਹਿਲਾਂ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਹੋਂਦ ਬਹੁਤ ਹੀ ਨਿਗੂਣੀ ਸੀ, ਕਿਉਂਕਿ ਮੇਨਲੀ ਖੱਬੇ ਪੱਖੀ ਜਿਹੜੀ ਲਹਿਰ ਹੈ ਉਹਦਾ ਬੋਲਬਾਲਾ ਸੀ। ਅਤੇ ਕਾਲਜਾਂ ਯੂਨੀਵਰਸਿਟੀਆਂ 'ਚ ਜਿਹੜੀ ਪੰਜਾਬ ਸਟੂਡੈਂਟ ਯੂਨੀਅਨ ਜਾਂ SFI ਜਿਹੜੀਆਂ ਖੱਬੇ ਪੱਖੀ ਜਥੇਬੰਦੀਆਂ, ਉਹਨਾਂ ਦੀ ਜ਼ਿਆਦਾ ਪ੍ਰਧਾਨਤਾ ਬਣੀ ਹੋਈ ਸੀ। ਸੋ ਉਹ ਸਾਈਡਲਾਈਨ ਹੋਏ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਇੱਕ ਵੱਡੀ ਤਾਕਤ ਬਣ ਕੇ ਉੱਭਰ ਕੇ ਸਾਹਮਣੇ ਆਈ। ਜਨਤਕ ਫਰੰਟ ਦੇ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵਿਚਾਰਧਾਰਾ ਜਾਂ ਉਹਨਾਂ ਦੀ ਸੋਚ ਨੂੰ ਲਿਜਾਣ ਵਾਲੀ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਹੀ ਸੀ। ਇਸ ਕਰਕੇ ਹਰਮਿੰਦਰ ਸਿੰਘ ਸੰਧੂ ਦਾ ਇੱਕ ਚੰਗਾ ਨਾਂ ਪੰਥ ਦੇ ਅੰਦਰ ਵੀ ਅਤੇ ਬਾਹਰਲੇ ਲੋਕਾਂ ਅੰਦਰ ਵੀ, ਦੇਸ਼ ਵਿਦੇਸ਼ ਅੰਦਰ ਉਹ ਬਣ ਚੁੱਕਿਆ ਸੀ। ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਫੈਡਰੇਸ਼ਨ ਕਰਕੇ ਬਣਿਆ ਉਹ, ਫੈਡਰੇਸ਼ਨ ਕਰਕੇ, ਸੰਤਾਂ ਨਾਲ ਨੇੜਤਾ ਕਰਕੇ ਅਤੇ ਆਪਦੀ ਕੁਝ ਯੋਗਤਾ ਕਰਕੇ ਜੀ। ਮਤਲਬ ਇਸ ਗੱਲ 'ਚ ਤਾਂ ਕੋਈ ਮਤਲਬ ਮੇਰਾ ਖਿਆਲ ਕਿਸੇ ਨੂੰ ਕੋਈ ਰੌਲਾ ਨਹੀਂ ਕਿ ਉਹਦੇ ਵਿੱਚ ਕੁਝ ਯੋਗਤਾਵਾਂ ਸੀਗੀਆਂ। ਯੋਗਤਾਵਾਂ ਤੋਂ ਇਹ ਭਾਵ ਉਹਨੂੰ ਗੱਲਾਂ ਦੀ ਸਮਝ ਸੀ। ਅਤੇ ਦੂਜੀ ਗੱਲ ਇਹ ਹੈ ਵੀ ਇੱਕ ਚੰਗਾ ਲੀਡਰ, ਇੱਕ ਚੰਗਾ ਔਰਗੇਨਾਈਜ਼ਰ, ਜਥੇਬੰਦੀ ਖੜੀ ਕਰਨੀ, ਜਥੇਬੰਦੀ ਦਾ ਪਸਾਰਾ ਕਰਨਾ, ਉਹਨੂੰ ਇੱਕ ਸੇਧ 'ਚ ਰੱਖਣਾ,
ਤੇ ਉਹਨੂੰ ਉਸ ਨੂੰ ਇਨਸਪਾਇਰ ਕਰਨਾ ਲਗਾਤਾਰ, ਜੀ। ਇਹ ਕੋਈ ਛੋਟੀ ਗੱਲ ਨਹੀਂ ਹੁੰਦੀ। ਇਹ ਲੀਡਰਸ਼ਿਪ ਦੇ ਗੁਣ ਹੈ। ਸੋ ਇਸ ਕਰਕੇ ਹਰਮਿੰਦਰ ਸਿੰਘ ਸੰਧੂ 'ਚ ਬਿਨਾਂ ਸ਼ੱਕ ਮੇਰੇ ਮੁਤਾਬਕ ਇੱਕ ਲੀਡਰ ਵਾਲੀਆਂ ਯੋਗਤਾਵਾਂ ਸੀਗੀਆਂ। ਇਹ ਤੱਥ ਤੋਂ ਮੈਂ ਕੀ ਮੇਰਾ ਖਿਆਲ ਕਿਸੇ ਨੂੰ ਵੀ ਮੁਨਕਰ ਨਹੀਂ ਹੋਣਾ ਚਾਹੀਦਾ। ਸੋ ਗੱਲ ਹੁਣ ਇਦੋਂ ਅੱਗੇ ਚੱਲਦੀ ਹੈ। ਮਤਲਬ ਇਹ ਇਸ ਗੱਲ ਤੇ ਨਹੀਂ ਆਪਾਂ ਕੋਈ ਕੰਟੈਸਟ ਕਰਦੇ ਵੀ ਉਹ ਯੋਗ ਸੀ ਕਿ ਨਹੀਂ, ਸੰਤਾਂ ਦੇ ਨੇੜੇ ਸੀ ਕਿ ਨਹੀਂ। ਜਿੱਥੇ ਜਾ ਕੇ ਰੌਲਾ ਪਿਆ ਜਿਹੜੀ ਗੱਲ ਦਾ, ਉਹ ਗੱਲ ਵੱਖਰੀ ਆ, ਆਪਾਂ ਉਹਨੂੰ ਅੱਗੇ ਤੋਰਦੇ ਆ। ਜਿਹੜੀਆਂ ਤੁਸੀਂ ਜਦੋਂ ਹਮਲਾ ਹੋ ਜਾਂਦਾ, ਆਪਣੀ ਪਿਛਲੀ ਇੰਟਰਵਿਊ ਦੇ ਦੌਰਾਨ ਵੀ ਹੈ, ਭਾਈ ਹਰਮਿੰਦਰ ਸਿੰਘ ਸੰਧੂ ਵਲਟੋਹਾ, ਤੁਸੀਂ ਵੀ ਦੱਸਿਆ ਵੀ ਉਹ ਆਪਣੇ ਹਥਿਆਰ ਸੁੱਟ ਕੇ ਉੱਥੇ ਜਿਹੜੀ ਹੈ ਆਪਣੀ ਅਰੈਸਟ ਦਿੰਦੇ ਨੇ ਅਕਾਲੀ ਆਗੂਆਂ ਦੇ ਨਾਲ ਜਿਹੜੇ ਉੱਥੇ ਸੀਗੇ, ਜਿਨ੍ਹਾਂ ਨੂੰ ਬਾਅਦ ਚ ਆ ਕੇ ਫੜਿਆ। ਇਹਦੇ ਪਿੱਛੇ ਦਾ ਕਾਰਨ ਕੀ ਰਿਹਾ ਹੋਊਗਾ? ਉਹਨਾਂ ਨੇ ਉੱਥੇ ਜਿਹੜੇ ਹਥਿਆਰ ਕਿਉਂ ਸੁੱਟੇ ਸਨ? ਦੇਖੋ, ਉਹ ਨਹੀਂ ਆਪਾਂ ਨਹੀਂ ਦੱਸ ਸਕਦੇ, ਹੈ ਨਾ, ਉਹ ਤਾਂ ਉਹੀ ਦੱਸ ਸਕਦੇ ਨੇ ਜੀ। ਜਿਹੜੀ ਬੰਦੇ ਦੀ ਹੈ ਨਾ ਮਨ ਦੀ ਗੱਲ ਤੁਸੀਂ ਪੜ੍ਹ ਲਓ, ਉਹ ਤੁਸੀਂ ਕਿਸੇ ਦੇ ਮਨ ਅੰਦਰ ਤਾਂ ਵੜ ਇਹ ਹੋ ਸਕਦਾ ਕਿ ਉਹ ਲਹਿਰ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੇ ਸੀ, ਉਹ ਅੱਗੇ ਕੋਈ ਕਾਰਜ ਜਿਵੇਂ ਸੰਤਾਂ ਨੇ ਹੋਰਾਂ ਨੂੰ ਸੌਂਪੇ ਸੀ, ਜਿਹੜੇ ਦਾਅਵਾ ਕਰਦੇ ਨੇ ਕਿ ਅੱਗੇ ਇਹਨੂੰ ਜ਼ਿੰਮੇਵਾਰੀ ਲਈ ਸੀ। ਨਹੀਂ, ਦੇਖੋ, ਨਹੀਂ, ਇਸ ਤਰ੍ਹਾਂ ਨਹੀਂ ਸੀ ਉੱਥੇ। ਕਿਸ ਕਿਸਮ ਦੇ ਬੰਦੇ, ਇੱਕ ਤਾਂ ਜਿਹੜੇ ਸ਼ਹੀਦ ਹੋਏ ਜੀ, ਜਿਹੜੇ ਧਾਰ ਕੇ ਇਹ ਗਏ ਸੀ ਵੀ ਇਸ ਤਾਂ ਸ਼ਹੀਦ ਹੋਣਾ, ਉਹ ਸ਼ਹੀਦ ਹੋ ਗਏ। ਜੀ ਜੀ। ਕੁਛ ਜਿਹੜੇ ਧਾਰ ਕੇ ਵੀ ਗਏ ਸੀ ਉਹ ਵੀ ਸ਼ਹੀਦ ਹੋਣ ਤੋਂ ਕਿਸੇ ਤਰ੍ਹਾਂ ਬਚ ਰਹੇ। ਬਚਣ ਤੋਂ ਇਹ ਭਾਵ ਹੈ ਗੋਲੀ ਸਿੱਕਾ ਮੁੱਕ ਗਿਆ। ਇਹ ਲੱਗਿਆ ਵੀ ਹੁਣ ਇਦੋਂ ਬਾਅਦ ਕੀ ਲੜਾਈ ਨਹੀਂ ਦਿੱਤੀ ਜਾ ਸਕਦੀ। ਉਧਰੋਂ ਫੌਜ ਅੰਦਰ ਆ ਵੜੀ, ਜੀ ਜੀ। ਸੰਤ ਸ਼ਹੀਦ ਹੋ ਗਏ, ਅਕਾਲ ਤਖਤ ਸਾਹਿਬ ਟੱਟ ਗਿਆ, ਹੈ ਨਾ। ਤੇ ਇਹ ਲੱਗਿਆ ਵੀ ਹੁਣ ਲੜਾਈ ਦੇਣੀ ਪ੍ਰੈਕਟੀਕਲੀ ਸੰਭਵ ਨਹੀਂ। ਕੁਝ ਬੰਦੇ ਇਹੋ ਜਿਹੇ ਵੀ ਨੇ ਜਿਹੜੇ ਫਿਰ ਉਸੇ ਸੰਘਰਸ਼ ਨੂੰ, ਹਥਿਆਰਬੰਦ ਸੰਘਰਸ਼ ਨੂੰ ਅੱਗੇ ਚਲਾਉਣ ਵਾਸਤੇ ਉੱਥੋਂ ਫਿਰ ਉਹ ਨਿਕਲੇ ਆਏ ਸੀ। ਜੀ। ਤੇ ਉਹਨਾਂ ਵਿੱਚੋਂ ਜਿਹੜੇ ਮੈਨੂੰ ਜਿੰਨੇ ਕਿਤੇ ਬੰਦਿਆਂ ਦਾ ਪਤਾ, ਬਹੁਤ ਮੈਂ ਕਿਉਂਕਿ ਮੈਨੂੰ ਨਹੀਂ ਪਤਾ, ਹੋਰ ਬੰਦਿਆਂ ਦਾ ਮੈਨੂੰ ਬਹੁਤ ਪਤਾ। ਇਹ ਆਪਾਂ ਸਰਦਾਰ ਭਗਵਾਨ ਸਿੰਘ ਹੋਰਾਂ ਨਾਲ ਵੀ ਕਿਸੇ ਮੌਕੇ ਗੱਲ ਕਰਾਂਗੇ। ਉਹਨਾਂ ਨੂੰ ਪਤਾ ਹੈ, ਉੱਥੋਂ ਉਹਨਾਂ ਨੇ ਮੈਨੂੰ ਦੱਸਿਆ 8-10 ਬੰਦਿਆਂ ਦੇ ਨਾਮ ਮੈਨੂੰ ਉਹਨਾਂ ਨੇ ਦੱਸੇ। ਪਰ ਜਿਹੜਾ ਮੈਨੂੰ ਪਤਾ ਕੁਝ ਬੰਦਿਆਂ ਦਾ, ਇੱਕ ਤਾਂ ਜਿਹੜਾ ਬਹੁਤ ਹੀ ਸਭ ਨੂੰ ਹੀ ਪਤਾ ਹੈ, ਬਹੁਤ ਮਸ਼ਹੂਰ ਨਾਂ, ਜਨਰਲ ਲਾਭ ਸਿੰਘ। ਜਨਰਲ ਲਾਭ ਸਿੰਘ ਅਕਾਲ ਤਖਤ ਸਾਹਿਬ ਵਾਲੇ ਮੋਰਚੇ ਤੇ ਲੜਿਆ ਤੇ ਅਖੀਰ ਨੂੰ ਜਦੋਂ ਲੱਗਿਆ ਕਿ ਹੁਣ ਸਭ ਕੁਝ ਖਤਮ ਹੋ ਗਿਆ, ਤਾਂ ਉਹਨਾਂ ਨੇ ਫਿਰ ਉਸ ਗੱਲ ਨੂੰ ਅੱਗੇ ਜਾਰੀ ਰੱਖਣ ਵਾਸਤੇ ਆਪਦਾ ਬਾਹਰ ਨਿਕਲੇ। ਉੱਥੋਂ ਨਿਕਲਿਆ ਆਇਆ ਸੀ, ਅੱਗੇ ਜਾ ਕੇ ਕਿਤੇ ਘਿਰ ਗਿਆ। ਗੱਲ ਇਹੀ ਜ਼ਰੂਰੀ ਅੱਜ ਉੱਥੋਂ ਜਾ ਕੇ ਉਹ ਫੜਿਆ ਗਿਆ। ਚਲੋ ਫੜਿਆ ਗਿਆ, ਫਿਰ ਉਹਨੂੰ ਉੱਥੇ ਜੇਲ੍ਹ 'ਚ ਭੇਜਤਾ। ਪਹਿਲਾਂ ਛਾਉਣੀ 'ਚ ਲੈ ਗਏ, ਇਹ ਤਾਂ ਵੱਖਰੀ। ਇੱਕ ਉੱਥੇ ਸੀਗਾ ਸਿੰਘ ਬਹੁਤ ਹੀ ਚੜ੍ਹਦੀ ਕਲਾ ਵਾਲਾ ਤੇ ਬੜਾ ਹੀ ਇੱਕ ਤਰ੍ਹਾਂ ਨਾਲ ਜੀਨੀਅਸ, ਜਿਹਨੂੰ ਘੱਟ ਲੋਕ ਜਾਣਦੇ ਆ। ਉਹ ਸੀ ਜਿਹਦਾ ਨਾਂ, ਪਾਪੂਲਰ ਨਾਂ ਤਾਂ ਹੈਗਾ ਕੇਸੀ ਸ਼ਰਮਾ। ਲਹਿਰ ਦੇ ਵਿੱਚ ਉਹਦਾ ਨਾਮ ਕੇਸੀ ਸ਼ਰਮਾ ਰੱਖਿਆ ਸੀ। ਵੈਸੇ ਉਹਦਾ ਨਾਮ ਸ਼ਾਇਦ ਸੁਖਵਿੰਦਰ ਸਿੰਘ ਸੀ ਜੀ। ਉਹ ਇੱਧਰ ਆ ਮੰਡ ਦੇ ਇਲਾਕਾ ਜਿਹੜਾ ਹੈਗਾ ਤਰਨਤਾਰਨ ਦੇ ਵਿੱਚ, ਉੱਧਰ ਉਹਦਾ ਪਿੰਡ ਸੀ ਜੀ। ਤੇ ਉਹਦਾ ਸੰਤਾਂ ਨਾਲ ਬਾਹ ਪੈ ਗਿਆ ਸੀ। ਉਹ ਸਿੱਧਾ ਸੰਤਾਂ ਤੋਂ ਪ੍ਰਭਾਵਿਤ ਹੋ ਕੇ ਉਹ ਲਹਿਰ ਦੇ ਵਿੱਚ ਆਇਆ ਤੇ ਉਸ ਦਾ ਉੱਥੇ ਹੀ ਬਾਹ ਜਿੰਦੇ ਹੋਰਿਆਂ ਨਾਲ ਵੀ ਪੈ ਗਿਆ। ਸੋ ਇਹ ਫਿਰ ਬੰਦੇ ਦਰਬਾਰ ਸਾਹਿਬ ਦੇ ਹਮਲੇ 'ਚੋਂ ਉਹ ਆਖਰੀ ਮੌਕੇ, ਮਤਲਬ ਉਹ ਅਖੀਰ ਤੱਕ ਲੜਿਆ। ਤੇ ਜਦੋਂ ਫਿਰ ਕੁਛ ਨਾ ਰਿਹਾ, ਮਤਲਬ ਉਹਨੇ ਇੱਕ ਆਪਦੇ ਸਾਥੀਆਂ ਨੂੰ ਬੜੀਆਂ ਗੱਲਾਂ ਸੁਣਾਈਆਂ। ਹੋਰ ਸੁਣਾ ਸਕਦਾ ਸੀ ਉਸ ਮੌਕੇ ਕਿਸੇ ਕੋਲੇ ਨਾ ਇਹ ਮਨ 'ਚ ਧਿਆਨ ਨਾ ਆਇਆ। ਉਹ ਜੰਗ ਤੇ ਇੰਨੀ ਸੁਰਤ ਕੇਂਦਰਿਤ ਸੀ ਵੀ ਉਹ ਪਿਛਲੀਆਂ ਗੱਲਾਂ ਪੁੱਛੀਏ ਕੁਛ ਬਿਠਾ ਕੇ। ਉਹਦੇ ਕੋਲੇ ਬੜੀਆਂ ਗੱਲਾਂ ਸੀਗੀਆਂ। ਉਹਨੇ ਇੱਕ ਗੱਲ ਸੁਣਾਈ, ਮਤਲਬ ਵੀ ਉਹ ਕਹਿੰਦਾ ਵੀ ਇੱਕ ਉੱਥੇ ਨੌਜਵਾਨ ਸੀਗਾ, ਸ਼ਹਿਰੀ ਸਿੱਖ ਸੀ, ਬਿਲਕੁਲ ਅੱਲੜ ਜਿਹਾ ਮੁੰਡਾ। ਤੇ ਉਹਨੂੰ ਵੀ ਸੰਤਾਂ ਨੇ ਵੀ ਕਿਹਾ, ਬਾਕੀਆਂ ਨੇ ਵੀ ਕਿਹਾ ਵੀ ਤੂੰ ਬਾਹਰ ਚਲਿਆ ਜਾ। ਉਹ ਲੜਨ ਵਾਲਾ ਹੈ ਨਹੀਂ ਸੀ। ਉਂਝ ਸੇਵਾ ਦੀ ਭਾਵਨਾ ਬਹੁਤ ਸੀ, ਕੁਰਬਾਨੀ ਦੀ ਭਾਵਨਾ, ਸੇਵਾ ਦੀ ਭਾਵਨਾ। ਉਹ ਕਹਿੰਦਾ ਮੈਂ ਨਹੀਂ ਜਾਣਾ। ਉਹ ਹੈ ਵੀ ਚਲੋ ਪਾਣੀ ਜਲ ਛਕਾਤਾ, ਹੈ ਨਾ, ਹੋਰ ਜਾ ਕੇ ਛੋਲੇ ਵੰਡਤੇ ਤੇ ਅਖੀਰ ਨੂੰ ਜਿਹੜੇ ਕਾਰਤੂਸ ਹੈ, ਗੋਲੀ ਸਿੱਕਾ ਹੈ, ਉਹ ਸਪਲਾਈ ਕਰੀ ਗਿਆ। ਕਹਿੰਦਾ ਮੈਂ ਬਾਹਰ ਨਹੀਂ ਜਾਣਾ। ਤੇ ਉਹ ਇਹਨੂੰ ਗੋਲੀ ਸਿੱਕਾ ਪ੍ਰੋਵਾਈਡ ਕਰ ਰਿਹਾ ਸੀ। ਇਹਨੇ ਦੱਸਿਆ ਕੇਸੀ ਸ਼ਰਮੇ ਨੇ, ਕਹਾ ਸਾਨੂੰ ਤਾਂ ਕੁਛ ਨਹੀਂ ਸੀ ਪਿੱਛੇ ਕੀ ਹੈ ਤੇ ਇੱਧਰ ਕੀ ਹੈ, ਇੱਧਰ ਕੀ ਹੈ। ਬਸ ਜਿਵੇਂ ਉਹ ਅਰਜਨ ਦੀ ਅੱਖ ਮੱਛੀ ਤੇ ਸੀ ਨਾ, ਬਸ ਇਹੀ ਸੀ ਵੀ ਸਾਹਮਣੇ ਗੋਲੀ ਮਾਰਨੀ ਹੈ। ਉਹ ਤਾਂ ਗੋਲੀ ਤੇ ਹੀ ਬਸ ਸੁਤਾ ਸੀ। ਉਹ ਪਿੱਛੋਂ ਬੰਦਾ ਮੈਗਜ਼ੀਨ ਭਰ ਕੇ ਫੜਾਈ ਜਾ ਰਿਹਾ ਸੀ ਜਾਂ ਜਿਹੜੀ ਚੀਜ਼ ਦੀ ਉਹ ਉਹਨੂੰ ਕਰੀ ਜਾ ਰਿਹਾ ਸੀ। ਤੇ ਉਹ ਕਹਿੰਦਾ ਵੀ ਅਚਾਨਕ ਵੀ ਮੈਂ ਪਿੱਛੇ ਹੱਥ ਕੀਤਾ, ਵੀ ਉਹ ਤੋਂ ਕੋਈ ਜਵਾਬ ਨਾ। ਪਿੱਛੇ ਮੁੜ ਕੇ ਦੇਖਿਆ, ਉਹਦਾ ਥਾਮਲੇ ਨਾਲ ਟੋ ਲੱਗੀ ਹੋਈ ਹੈ ਤੇ ਮੌਤ ਹੋ ਗਈ। ਸਿੱਧੀ ਮੱਥੇ 'ਚ ਗੋਲੀ ਵੱਜੀ।
ਪਤਾ ਵੀ ਨਹੀਂ ਲੱਗਿਆ ਨਾ ਚੂੰ ਨਾ ਚਾਂ। ਹੁਣ ਉਹ ਕਹਿੰਦਾ ਸੀ ਵੀ ਉਸ ਬੰਦੇ ਦਾ ਅੱਜ ਤੱਕ ਨਹੀਂ ਪਤਾ ਵੇ ਕੌਣ ਸੀ। ਕਹਿੰਦਾ ਮੈਨੂੰ ਉਹਦੀਆਂ ਗੱਲਾਂ ਤੋਂ ਸ਼ਾਇਦ ਇਹ ਲੱਗਿਆ ਵੀ ਜਾਂ ਉਹ ਦਿੱਲੀ ਦਾ ਜਾਂ ਉਹ ਬੰਬੇ ਦਾ, ਮੋਸਟ ਪ੍ਰੋਬਬਲੀ ਦਿੱਲੀ ਦਾ। ਹੁਣ ਤੂੰ ਦੇਖ ਲਓ ਕਿਹੋ ਜਿਹੇ ਬੰਦੇ, ਜਿਹੜਾ ਲੜਨ ਵਾਲਾ ਵੀ ਨਹੀਂ ਪਰ ਵਰਦੀ ਅੱਗ 'ਚ। ਇੱਥੋਂ ਇੱਕ ਪਤਾ ਲੱਗਦਾ ਵੀ ਜਿਹੜਾ ਸ਼ਹੀਦ ਹੋਣ ਦਾ ਚਾਅ ਉੱਥੇ ਜਜ਼ਬਾ ਉਹ ਕਿੱਡਾ ਸੀ, ਤੇ ਇਹ ਕਿਹਨੇ ਪੈਦਾ ਕੀਤਾ। ਇੱਥੇ ਆ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇੱਕ ਵਡੱਤਣ ਜਿਹੜੀ ਹੈ ਉਹ ਆਉਂਦੀ ਹੈ ਜੀ। ਸੋ ਇੱਕ ਤਾਂ ਉਹ ਸੀ ਜਿਨ੍ਹਾਂ ਦਾ ਥੋੜਾ ਹੀ ਸਾਥ ਰਿਹਾ, ਪਰ ਅੰਦਰੋਂ ਜਜ਼ਬਾ ਆ ਗਿਆ ਵੀ ਇੱਥੇ ਹੀ ਕੁਰਬਾਨ ਹੋਣਾ ਹੈ। ਤਾਂ ਇੱਕ ਉਹ ਬੰਦੇ ਵੀ ਸੀ ਜਿਹੜੇ ਬਹੁਤ ਨੇੜੇ ਵੀ ਰਹੇ, ਪਰ ਅਖੀਰਲੇ ਮੌਕੇ ਉਹਨਾਂ ਨੂੰ ਲੱਗਿਆ ਕਿ ਐਵੇਂ ਜ਼ਿੰਦਗੀ ਗਾਉਣ ਦਾ ਕੀ ਫਾਇਦਾ, ਹੁਣ ਲੜੇ ਤਾਂ ਜਾਣਾ ਨਹੀਂ। ਸੋ ਕੇਰਾਂ ਜਾਨ ਬਚਾਓ। ਦੈਟ ਵੇ ਆਪਦੇ ਆਪ 'ਚ ਵੀ ਇਹ ਕੋਈ ਵੱਡਾ ਗੁਨਾਹ ਨਹੀਂ ਬਣ ਜਾਂਦਾ ਜੇ ਕੋਈ ਬੰਦਾ ਇਹ ਕਹਿੰਦਾ ਨਾ ਮੈਂ ਆਪਦੀ ਜਾਨ ਬਚਾਓ। ਉਹ ਜਾਨ ਬਚਾਉਣ ਵਾਸਤੇ ਕਿਸ ਹੱਦ ਤੱਕ ਜਾਂਦਾ ਹੈ। ਮੈਨੂੰ ਜੇ ਨਿੱਜੀ ਤੌਰ 'ਤੇ ਦੇਖੋ ਤਾਂ ਹਰਮਿੰਦਰ ਸਿੰਘ ਸੰਧੂ ਅਤੇ ਉਹਦੇ ਸਾਥੀਆਂ ਦਾ ਅਕਾਲੀ ਆਗੂਆਂ ਦੀ ਸ਼ਰਨ 'ਚ ਆਉਣਾ ਗਲਤ ਲੱਗਦਾ ਹੈ ਜੀ। ਸਰੈਂਡਰ ਕਰ ਦਿੰਦੇ ਜਿਵੇਂ ਬਾਕੀ ਸੰਗਤ ਨੂੰ ਫੜਿਆ, ਤੇ ਉਹਨਾਂ ਨੂੰ ਸ਼ਾਇਦ ਇਹ ਹੋਊ ਵੀ ਅਸੀਂ ਪ੍ਰੋਮੀਨੈਂਟ ਹਾਂ, ਸਾਡੇ ਤਾਂ ਗੋਲੀ ਮਾਰ ਦੇਣਗੇ। ਸੋ ਵੱਟ ਹੁਣ ਉੱਥੇ ਤਾਂ ਗੋਲੀਆਂ ਵੱਜਣੀਆਂ ਹੀ ਸੀ। ਇੱਥੋਂ ਹੀ ਸਵਾਲ ਜਿਹੜੇ ਅੱਗੇ ਸ਼ੁਰੂ ਹੁੰਦੇ ਨੇ। ਚਲੋ ਮਤਲਬ ਤਾਂ ਚਲੋ ਆ ਸਕਦੀ ਹੈ ਕਿ ਜਿਹੜੀ ਆਪਾਂ ਅੱਜ ਗੱਲਬਾਤ ਕਰਨੀ ਹੈ ਪ੍ਰੋਗਰਾਮ ਦੇ ਵਿੱਚ। ਨਹੀਂ, ਮੈਂ ਕਹਿੰਦਾ ਵੀ ਚੱਲ ਇਹ ਕਮਜ਼ੋਰੀ ਕਿਤੇ ਆ ਸਕਦੀ ਹੈ ਜੀ ਜੀ, ਜਿਨ੍ਹਾਂ ਨਾਲ ਤੁਹਾਡੀ ਮੇਨ ਸਿਧਾਂਤਕ ਟੱਕਰ ਹੈ ਜੀ। ਤੁਸੀਂ ਉਹਨਾਂ ਨੂੰ ਜਾ ਕੇ ਕਹਿੰਦੇ ਹੋ ਸਾਨੂੰ ਬਚਾ ਲਓ, ਤੇ ਸਾਨੂੰ ਕਹਿ ਦਿਓ ਵੀ ਐਸਜੀਪੀਸੀ ਦੇ ਮੁਲਾਜ਼ਮ ਹੈ। ਜੀ ਜੀ, ਇਹਦਾ ਮਤਲਬ ਤੁਸੀਂ ਜਾਣ ਦੀ ਭੀਖ ਮੰਗ ਰਹੇ ਹੋ ਨਾ। ਤੇ ਕੱਲ ਨੂੰ ਤੁਸੀਂ ਤੁਹਾਡੇ ਕੋਲੇ ਨੈਤਿਕ ਆਧਾਰ ਕੀ ਰਹੂ ਉਹਨਾਂ ਦੇ ਖਿਲਾਫ ਬੋਲਣ ਦਾ ਤੇ ਲੜਨ ਦਾ। ਇਹ ਮੇਰੇ ਮੁਤਾਬਕ ਉਹਨਾਂ ਨੂੰ ਇਹ ਨਹੀਂ ਸੀ। ਬੱਬਰ ਨਿਕਲੇ ਆ, ਪਰ ਬੱਬਰ ਅਕਾਲੀਆਂ ਦੀ ਸ਼ਰਨ 'ਚ ਨਹੀਂ ਗਏ, ਤੇ ਇਹ ਧਾਰ ਕੇ ਨਿਕਲਿਆ ਵੀ ਬਾਹਰ ਲੜਨਾ ਹੈ। ਬਾਹਰ ਆ ਕੇ ਲੜੇ ਨੇ, ਸਾਲਾਂ ਬੱਧੀ ਲੜੇ ਨੇ ਤੇ ਸ਼ਹੀਦ ਹੋਏ ਆ। ਹੋਰ ਕਿੰਨੇ ਹੋਏ ਆ ਕੇਸੀ ਸ਼ਰਮਾ, ਮਤਲਬ ਹੋਰ ਬਹੁਤ ਬੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਨਿਕਲੇ ਆ, ਪਰ ਮੁੜ ਕੇ ਉਹ ਸਿੱਧੇ ਜੰਗ ਦੇ ਮੈਦਾਨ 'ਚ ਕੁੱਦੇ ਆ ਕੇ। ਸੋ ਇਹ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਕਿਰਦਾਰ ਦੀ ਕਮਜ਼ੋਰੀ ਉਹ ਝਲਕੀ ਹੈ। ਤੇ ਜਦੋਂ ਇੱਕ ਕਮਜ਼ੋਰੀ ਦਾ ਪਤਾ ਤੁਹਾਨੂੰ ਵੀ ਇਹੀ ਜਿਹੀ ਜਦੋਂ ਕਮਜ਼ੋਰੀ ਆਉਂਦੀ ਹੈ, ਇਹ ਫਿਰ ਇੱਥੇ ਨਹੀਂ ਖੜਦੀ ਹੁੰਦੀ। ਇਹ ਕਮਜ਼ੋਰੀ ਦਾ ਕਾਰਨ ਇਹੀ ਕਿ ਜਾਨ ਬਚਾਉਣੀ ਹੈ ਜਾਂ ਕੁਝ ਹੋਰ ਵੀ ਹੋ ਸਕਦਾ। ਮੇਰੇ ਮੁਤਾਬਕ ਇਹੀ ਹੈ। ਬਾਕੀ ਹਰ ਇੱਕ ਬੰਦੇ ਕੋਲੇ ਹਰ ਗੱਲ ਦੀ ਵਿਆਖਿਆ ਹੁੰਦੀ ਜੀ। ਸੁਖਬੀਰ ਬਾਦਲ ਕੋਲੇ ਆਪਦੀ ਹਰ ਗਦਾਰੀ ਦੀ, ਹਰ ਕਮਜ਼ੋਰੀ ਦੀ, ਹਰ ਮੌਕਾ ਪ੍ਰਸਤੀ ਦੀ ਵਿਆਖਿਆ ਹੈ ਜੀ। ਕਿਉਂਕਿ ਐਂ ਤਾਂ ਬੰਦਾ ਜਿਉਂ ਹੀ ਨਹੀਂ ਸਕਦਾ ਪੋਲਿਟਿਕਸ 'ਚ ਜੇ ਉਹਦੇ ਕੋਲ ਕੋਈ ਵਿਆਖਿਆ ਨਾ ਹੋਵੇ। ਸੋ ਮੇਰੇ ਮੁਤਾਬਕ ਹੈ ਵੀ ਉਹ ਬਹੁਤ ਨਿਤਾਣੀ ਵਿਆਖਿਆ ਜੇ ਕੋਈ ਇਹ ਕਹਿੰਦਾ ਵੀ ਅਸੀਂ ਤਾਂ ਆਪਦਾ ਗਾਹਾਂ ਕੰਮ ਜਾਰੀ ਰੱਖਣਾ ਸੀ। ਤੇ ਚਲੋ ਆਪਾਂ ਇਹਨੂੰ ਗੱਲ ਨੂੰ ਹੋਰ ਅੱਗੇ ਕਰਦੇ। ਮੇਰੇ ਮੁਤਾਬਕ ਹੈ ਵੀ ਇੱਥੋਂ ਇੱਕ ਝਲਕ ਮਿਲ ਗਈ ਵੀ ਇਹ ਬੰਦੇ ਕਿਸ ਕਿਸਮ ਦੇ ਸੀਗੇ, ਇੰਨੇ ਨੇੜੇ। ਆਪਾਂ ਇਸ ਤੱਥ ਤੋਂ ਮੁਨਕਰ ਨਹੀਂ ਹੁੰਦੇ, ਸੰਤਾਂ ਦੇ ਬਹੁਤ ਨੇੜੇ ਸੀ ਤੇ ਲਿਆਕਤ ਵੀ ਸੀ। ਰੋਸ਼ਨ ਦਿਮਾਗ ਵੀ ਕਹਿੰਦੇ ਬਹੁਤ ਸੀ। ਹੋਊਗਾ ਰੋਸ਼ਨ ਦਿਮਾਗ। ਇਸ ਤੇ ਮੈਂ ਥੋੜਾ ਜਿਹਾ ਅੱਗੇ ਜਾਹਿਰ ਕਰੂ। ਜੇ ਰੋਸ਼ਨ ਦਿਮਾਗ ਹੁੰਦਾ ਨਾ, ਉਹਦਾ ਕਤਲ ਨਹੀਂ ਸੀ ਹੋਣਾ। ਜਿਹੜਾ ਹਰਮਿੰਦਰ ਸੰਧੂ ਦਾ ਕਤਲ ਦਾ ਮਾਮਲਾ ਹੈ, ਇਹਨੂੰ ਆਈਸੋਲੇਸ਼ਨ 'ਚ ਵਿੱਚ ਨਹੀਂ ਰੱਖ ਕੇ ਰੱਖਿਆ, ਇਕੱਲੇ ਨੂੰ ਕੱਢ ਕੇ ਲਹਿਰ ਦੇ ਵਿੱਚ ਹੋਇਆ ਨਾ ਜੀ, ਲਹਿਰ ਵੱਲੋਂ ਹੋਇਆ। ਸੋ ਇਹ ਇੱਕ ਲਹਿਰ ਦੇ ਵਰਤਾਰੇ ਦਾ ਇੱਕ ਕੜੀ ਹੈ। ਇਸ ਕਤਲ ਨੂੰ ਸਮਝਣ ਵਾਸਤੇ ਤੁਹਾਨੂੰ ਲਹਿਰ ਬਾਰੇ ਅੰਡਰਸਟੈਂਡਿੰਗ ਕਿੰਨੀ ਕੁ ਹੈ ਜਾਂ ਲਹਿਰਾਂ ਬਾਰੇ, ਇਹ ਬਹੁਤ ਮਹੱਤਵਪੂਰਨ ਨੁਕਤਾ ਹੈ ਨਾ। ਜਿਹੜੀ ਵਰਤਾਰੇ ਦਾ ਉਹ ਇੱਕ ਵੱਡੇ ਦਾ ਇੱਕ ਅੰਸ਼ ਹੈ, ਪਾਰਟ ਹੈ, ਕੜੀ ਹੈ ਜੀ। ਤੁਹਾਨੂੰ ਉਸ ਵਰਤਾਰੇ ਬਾਰੇ ਸਮਝ ਕਿੰਨੀ ਕੁ ਹੈ। ਜਿਹਨੂੰ ਉਸ ਵਰਤਾਰੇ ਬਾਰੇ ਸਮਝ ਨਹੀਂ ਨਾ, ਉਹ ਜੋ ਵੀ ਵਿਆਖਿਆ ਦੇਊ, ਉਹ ਵਿਆਖਿਆ ਕਿਤੇ ਨਾ ਕਿਤੇ ਕੱਚੀ ਹੋਊਗੀ। ਹੁਣ ਇਹ ਜਿਹੜੀ ਗੱਲ ਹੈ ਕਿ ਲਹਿਰ ਬਾਰੇ ਜਦੋਂ ਮੈਂ ਕਹਿਣਾ ਵੀ ਉਹਦੇ ਬਾਰੇ ਤੁਹਾਨੂੰ ਸਮਝ ਕਿੰਨੀ ਕੁ ਹੈ, ਗਿਆਨ ਕਿੰਨਾ ਕੁ ਹੈ, ਇਸ ਗੱਲ ਨੂੰ ਥੋੜ੍ਹਾ ਜਿਹਾ ਡੂੰਘਾਈ 'ਚ ਜਾ ਕੇ ਸੋਚਣ ਦੀ ਲੋੜ ਹੈ। ਇੱਕ ਤਾਂ ਬੰਦੇ ਨੂੰ ਇਹ ਹੁੰਦਾ ਕਿ ਯਾਰ ਮੈਨੂੰ ਲਹਿਰ ਦਾ ਪਤਾ ਹੈ, ਅਸੀਂ ਬੰਦਿਆਂ ਨੂੰ ਮਿਲਦੇ ਰਹੇ ਹਾਂ, ਅਸੀਂ ਵੀ ਇੱਥੇ ਹੀ ਰਹੇ ਹਾਂ। ਇੱਕ ਹੁੰਦੀ ਹੈ ਤੁਹਾਨੂੰ ਸਤਹੀ ਜਾਣਕਾਰੀ ਕਿਸੇ ਵੀ ਚੀਜ਼ ਦੀ। ਹੁਣ ਮੈਂ ਕਿਸੇ ਨੂੰ ਪੁੱਛਾਂ ਯਾਰ ਤੂੰ ਕਦੇ ਕਲਕੱਤੇ ਗਿਆ? ਹਾਂ, ਮੈਂ 7-8 ਵਾਰ ਗਿਆ ਹੋਊ, ਹੈ ਨਾ। ਉਹਨੂੰ ਇੱਕ ਸਤਹੀ ਜਿਹੀ ਜਾਣਕਾਰੀ ਕਲਕੱਤੇ ਬਾਰੇ ਹੋਊ, ਪਰ
ਉਸ ਕਲਕੱਤੇ ਸ਼ਹਿਰ ਬਾਰੇ, ਉੱਥੋਂ ਦੇ ਲੋਕਾਂ ਬਾਰੇ, ਉਹਨਾਂ ਦੇ ਸੁਭਾਅ ਬਾਰੇ, ਉਹਨਾਂ ਦੇ ਕਿਰਦਾਰ ਬਾਰੇ, ਇਹ ਗੱਲਾਂ ਤਾਂ ਅੱਗੇ ਚੱਲਦੀਆਂ ਜੀ। ਨਾ। ਹਰ ਲਹਿਰ ਦੀ, ਹਰ ਸ਼ਹਿਰ ਦੀ ਆਪਦੀ ਪਛਾਣ ਹੈ, ਹਰ ਸੂਬੇ ਦੀ ਆਪਦੀ ਪਛਾਣ ਹੈ, ਹਰ ਦੇਸ਼ ਦੀ ਆਪਦੀ ਪਛਾਣ ਹੈ। ਜੀ ਉਹ ਪਛਾਣ ਤੁਰੇ ਜਾਂਦਿਆਂ ਤੁਸੀਂ ਕਿਤੇ ਤੁਰੇ ਜਾਂਦੇ ਲੰਘ ਗਏ ਦੇ ਸਤਹੀ ਜਾਣਕਾਰੀ ਨਾਲ ਨਹੀਂ ਮਿਲਦੀ। ਸੋ ਇਹਨੂੰ ਫਿਲਾਸਫੀ ਦੀ ਭਾਸ਼ਾ 'ਚ ਕਹਿੰਦੇ ਆ, ਇੱਕ ਪਰਸੈਪਚੁਅਲ ਨੌਲੇਜ, ਇੱਕ ਕਨਸੈਪਚੁਅਲ ਨੌਲੇਜ। ਪਰਸੈਪਚੁਅਲ ਨੌਲੇਜ ਪਹਿਲਾ ਸਟੈਪ ਹੈ। ਜਦੋਂ ਤੁਹਾਨੂੰ ਚੀਜ਼ਾਂ ਸਤਹੀ ਰੂਪ 'ਚ ਕੁਝ ਚੀਜ਼ਾਂ ਤੁਸੀਂ ਦੇਖੀਆਂ, ਤੁਹਾਡੇ ਬਾਰੇ ਉਹਦੇ ਮਨ 'ਚ ਕੁਝ ਪ੍ਰਭਾਵ ਬਣ ਗਏ, ਪਰ ਉਹਦੇ ਕੁਝ ਓਪਰੇ ਤੇ ਬਾਹਰੀ ਪ੍ਰਭਾਵ ਹੈ। ਉਹ ਜਦੋਂ ਤੁਹਾਡਾ ਵਾਹ ਪੈਂਦਾ ਹੈ, ਇੰਟਰੈਕਟ ਕਰਦੇ ਹੋ, ਚੀਜ਼ ਨੂੰ ਹੋਰ ਗਹਿਰਾਈ 'ਚ ਜਾਂਦੇ ਹੋ, ਫਿਰ ਤੁਹਾਨੂੰ ਉਹਦੇ ਕਨਸੈਪਚੁਅਲ ਨੌਲੇਜ, ਤੁਹਾਨੂੰ ਉਹਦਾ ਗਾਹਾਂ ਗਿਆਨ ਡੂੰਘਾ ਹੁੰਦਾ। ਜੀ ਸੋ ਇਸ ਕਰਕੇ ਜਿਹੜੀ ਲਹਿਰ ਹੈ, ਮੇਰਾ ਜਿਹੜਾ ਨੁਕਤਾ ਜਿਹੜਾ ਇੱਥੇ ਸਮਝਣ ਵਾਲਾ ਹੈ, ਇੱਕ ਤਾਂ ਹੁੰਦੇ ਨੇ ਬੰਦੇ ਆਊਟਸਾਈਡਰ ਜਿਹੜੇ ਬਾਹਰੋਂ ਲਹਿਰ ਨੂੰ ਦੇਖਦੇ ਆ, ਇੱਕ ਇਨਸਾਈਡਰ ਜਿਹੜੇ ਉਹ ਲਹਿਰ ਦੇ ਵਿੱਚ ਸ਼ਾਮਲ ਹੁੰਦੇ ਆ, ਲੜ ਰਹੇ ਹੁੰਦੇ ਆ। ਦੋਹਾਂ ਦੀ ਪਰਸੈਪਸ਼ਨ ਦਾ, ਸਮਝ ਦਾ ਹਮੇਸ਼ਾ ਹੀ ਪਾੜਾ ਰਹੂ। ਮੈਂ ਕਿੱਡਾ ਵੀ ਵਿਦਵਾਨ, ਵੱਡਾ ਸਮਰੱਥ ਕਿਉਂ ਨਾ ਹੋਵਾਂ, ਜੇ ਮੈਂ ਇਨਸਾਈਡਰ ਨਹੀਂ, ਮੈਂ ਬਾਹਰੋਂ ਹੀ ਦੇਖਣੀ ਆ ਲਹਿਰ, ਮੇਰੇ ਕਿਤੇ ਨਾ ਕਿਤੇ ਕੋਈ ਕਾਂਡ ਰਹਿ ਜੂਗੀ ਸਮਝ ਦੇ ਵਿੱਚ। ਸੋ ਵਿਦਵਾਨ ਕਰਦੇ ਨੇ ਇਹ ਕੰਮ, ਉਹ ਕਾਫੀ ਹੱਦ ਤੱਕ ਨੇੜੇ ਜਾ ਪਹੁੰਚਦੇ ਨੇ, ਹਨਾ। ਸੋ ਇੱਥੇ ਮੈਨੂੰ ਇਹ ਹੈ ਵੀ ਜਦੋਂ ਤੁਸੀਂ ਇਹ ਲਹਿਰ ਨੂੰ ਡਿਸਕਸ ਕਰਨਾ ਹੈ, ਇਹ ਕਤਲ ਇਹ ਲਹਿਰ ਦੇ ਵਿੱਚ ਹੋਇਆ, ਜਦੋਂ ਤੁਸੀਂ ਉਹਦੇ ਬਾਰੇ ਕੋਈ ਗੱਲ ਕਰਨੀ ਹੈ, ਤੁਹਾਨੂੰ ਜਨਰਲ ਰੂਪ 'ਚ ਲਹਿਰਾਂ ਬਾਰੇ ਗਿਆਨ ਕਿੰਨਾ ਕੁ? ਕਿਤਾਬਾਂ ਦੀਆਂ ਕਿਤਾਬਾਂ, ਲਹਿਰਾਂ ਤਾਂ ਸੰਸਾਰ ਇਤਿਹਾਸ ਭਰਿਆ ਪਿਆ ਨਾ ਲਹਿਰਾਂ ਦਾ, ਤੇ ਹਰ ਲਹਿਰ ਬਾਰੇ ਗਿਆਨ ਰਚਿਆ ਗਿਆ ਹੈ। ਉਹ ਗਿਆਨ ਐਵੇਂ ਸ਼ੌਕ ਨੂੰ ਥੋੜ੍ਹਾ ਰਚਿਆ ਵੀ ਉਹ ਤੁਸੀਂ ਉਹ ਗਿਆਨ ਵਿੱਚ ਦੀ ਲੰਘੇ ਹੋ ਕਿਤੇ, ਤੁਹਾਨੂੰ ਪਤਾ ਹੈ ਲਹਿਰਾਂ ਦਾ ਡਾਇਨਾਮਿਕਸ ਕੀ ਹੁੰਦਾ, ਕਿਵੇਂ ਚੱਲਦੀਆਂ। ਸੋ ਇਹ ਮੇਰਾ ਹੈਗਾ ਵੀ ਜਿਹੜੇ ਬੰਦੇ ਅੱਜ ਡਿਸਕਸ ਕਰ ਰਹੇ ਇਹੋ ਜਿਹੇ ਮਸਲਿਆਂ ਨੂੰ, ਉਹ ਕੁਆਲੀਫਾਈ ਨਹੀਂ ਕਰਦੇ, ਉਹ ਇਸ ਕੰਮ ਦੇ ਯੋਗ ਨਹੀਂ। ਜਿਹੜਾ ਤੁਸੀਂ ਆਹ ਅਕਾਲ ਚੈਨਲ ਦੀ ਗੱਲ ਕੀਤੀ ਹੈ, ਉਹਦੇ 'ਚ ਮਤਲਬ ਮੈਨੂੰ ਇਹ ਲੱਗਦਾ, ਦੇਖ, ਨਾ ਹੋਸਟ ਨਾ ਗੈਸਟ, ਉਹ ਇਸ ਲਹਿਰ ਬਾਰੇ ਬਹੁਤ ਦਾਅਵੇ ਨਾਲ ਕੋਈ ਗੱਲ ਕਰ ਸਕਣ। ਦੋਹਾਂ ਕੋਲੇ ਉਹ ਕੋਈ ਆਧਾਰ ਹੈ, ਪਰ ਉਹ ਕਹਿੰਦੇ ਨੇ ਅਸੀਂ ਨਾਲ ਰਹੇ ਹਾਂ ਜੀ ਉਹਨਾਂ ਦੇ। ਹਰਮੰਦਰ ਸੰਧੂ ਦੇ ਨਾਲ ਰਹੇ ਆ, ਲਹਿਰ ਦੇ ਵਿੱਚ ਨਹੀਂ ਨਾ ਰਹੇ। ਲਹਿਰ, ਹਰਮੰਦਰ ਸੰਧੂ ਨੂੰ ਮਾਰਿਆ ਲਹਿਰ ਵਾਲਿਆਂ ਨੇ ਜੀ, ਠੀਕ ਹੈ ਨਾ। ਉਹ ਹਰਮੰਦਰ ਸੰਧੂ, ਇਹ ਸੱਚਾਈ ਹੈ ਕਿ ਲਹਿਰ ਵਾਲਿਆਂ ਨੇ ਮਾਰਿਆ? ਰੌਲਾ ਹੀ ਕੋਈ ਨਹੀਂ। ਉਹ ਕਹਿੰਦੇ ਨੇ, ਜੇ ਆਪਾਂ ਗੱਲ ਕਰੀਏ ਉਹ ਭਗਵਾਨ ਸਿੰਘ ਦੇ ਦੱਸਣ ਮੁਤਾਬਕ, ਕਿ ਸਰਕਾਰੀ ਦਰਬਾਰੇ ਵੀ ਸੋਹਣੀ ਗੱਲਬਾਤ ਹੋਣ ਲੱਗ ਗਈ ਸੀਗੀ, ਰੋਸ਼ਨ ਦਿਮਾਗ ਦੇਖ ਕੇ ਕਹਿੰਦੇ ਹੋਣ ਲੱਗ ਗਈ ਸੀ। ਫਿਰ ਕਹਿੰਦੇ ਵੀਪੀ ਸਿੰਘ ਨੇ ਵੀ ਕਿਹਾ ਵੀ ਤੈਨੂੰ ਲਹਿਰ ਵਾਲੇ ਨੇ ਮਾਰ ਦੇਣਾ। ਇਹ ਨਹੀਂ ਹੋ ਸਕਦਾ ਕਿ ਕਿਤੇ ਏਜੰਸੀਆਂ ਨੇ ਮਰਵਾਤਾ ਹੋਵੇ ਤੇ ਦੋਸ਼ ਇੱਧਰ ਲੱਗ ਗਏ ਹੋਣ। ਯਾਰ ਮੇਹਰ ਸਿੰਘ, ਤੂੰ ਇੱਥੋਂ ਹੀ ਸੋਚ, ਵੀਪੀ ਸਿੰਘ ਸਾਡਾ ਬੰਦਾ ਸੀ ਜੀ। ਜੇ ਵੀਪੀ ਸਿੰਘ, ਇਹ ਤਾਂ ਭਗਵਾਨ ਸਿੰਘ ਨੇ ਗੱਲ ਲਿਆਂਦੀ ਹੈ ਜੀ, ਪਰ ਉਹਨੂੰ ਇਹ ਨਹੀਂ ਪਤਾ ਇਹ ਤਾਂ ਗੱਲ ਹਰਮੰਦਰ ਸੰਧੂ ਦੇ ਉਲਟ ਜਾਂਦੀ ਹੈ। ਜੀ ਜੀ। ਵੀਪੀ ਸਿੰਘ ਨੇ ਕਦੇ ਕਿਸੇ ਪੰਥਕ ਕਮੇਟੀ ਨੂੰ ਸੁਨੇਹਾ ਭੇਜਿਆ ਵੀ ਭਾਈ ਇਸ ਗੱਲ ਦਾ ਖਿਆਲ ਰੱਖਿਓ, ਆਹ ਕੰਮ ਨਾ ਕਰਿਓ? ਜੇ ਵੀਪੀ ਸਿੰਘ ਉਹਨੂੰ ਸੁਨੇਹਾ ਭੇਜਦੇ ਰਿਹਾ ਜੀ, ਮਤਲਬ ਮੈਂ ਨਹੀਂ ਕੁਝ ਕਹਿੰਦਾ, ਮੈਂ ਤਾਂ ਕਹਿਣਾ ਇਸ ਦੇ ਵਿੱਚੋਂ ਹੀ ਸਵਾਲ ਖੜੇ ਹੋ ਜਾਂਦੇ ਆ, ਵੀਪੀ ਸਿੰਘ ਨਾਲ ਕੀ ਰਿਸ਼ਤਾ? ਫਿਰ ਜਿਹੜੇ ਚੈਨਲ ਰਾਹੀਂ ਭੇਜ ਰਿਹਾ ਉਹਨੇ, ਉਹ ਇੱਕ ਕੜੀ ਬਣਦੀ ਹੈ ਵੀ ਵੀਪੀ ਸਿੰਘ ਨੇ ਉਹਨੂੰ ਕਿਹਾ, ਉਹਨੇ ਉਹਨੂੰ ਕਿਹਾ, ਠੀਕ ਹੈ ਨਾ। ਜੀ ਜੀ। ਸੋ ਇਹ ਗੱਲਾਂ, ਮਤਲਬ ਆਹ ਤਾਂ ਇੰਨਾ ਕੱਚਾ ਆਧਾਰ ਹੈ ਗੱਲ ਕਰਨ ਦਾ, ਇਹ ਤਾਂ ਸਗੋਂ ਉਹਦਾ ਫਾਇਦਾ ਨਹੀਂ ਕਰ ਰਹੇ। ਜਿਹੜਾ ਮੈਂ ਕਹਿਣਾ ਨਾ ਵੀ ਉਹ ਕੁਆਲੀਫਾਈ ਨਹੀਂ ਕਰਦੇ। ਦੇਖੋ ਭਗਵਾਨ ਸਿੰਘ ਨਾਲ ਮੈਂ ਗੱਲਾਂ ਬਾਤਾਂ ਕੀਤੀਆਂ, ਉਹਨੇ ਬਹੁਤ ਚੰਗਾ ਕੰਮ, ਇੱਕ ਇਤਿਹਾਸਕ ਕੰਮ ਕਰਤਾ ਵੀ ਜਿਹੜੇ ਹਜੂਰ ਸਾਹਿਬ ਤੋਂ ਆਏ ਜੁਝਾਰੂ ਸਿੰਘ ਸੀ, ਜੀ ਜੀ, ਜਿਹੜੇ ਇੱਥੇ ਆ ਕੇ ਲੜੇ, ਜਾਨਾਂ ਨਿਸ਼ਾਵਰ ਕੀਤੀਆਂ, ਉਹ ਪੱਖ ਜੇ ਹਨੇਰੇ 'ਚ ਪਿਆ ਜੀ ਜੀ, ਉਹ ਉਹਨਾਂ ਵਿੱਚੋਂ ਸੀ। ਇੱਥੇ ਉਹ ਇਨਸਾਈਡਰ ਸੀ, ਇੱਥੇ ਉਹਦੇ ਕੋਲੇ ਪੂਰਾ ਸੱਚ ਸੀ, ਇੱਕ ਉਹਨੇ ਉਹ ਬਿਆਨ ਕੀਤਾ ਬਹੁਤ, ਇਹਦੇ ਨਾਲ ਉਹਦੀ ਇੱਕ ਪਛਾਣ ਬਣੀ, ਠੀਕ ਹੈ ਨਾ। ਹੁਣ ਜਦੋਂ ਬੰਦਾ ਉਹ ਖੇਤਰ ਨੂੰ ਛੱਡ ਕੇ ਬੰਦੇ ਨੂੰ ਕਿਤੇ ਹੋ ਜਾਂਦਾ ਮੈਂ ਇਹਦੇ ਬਾਰੇ ਵੀ ਬੋਲ ਸਕਦਾ, ਮੇਰੇ ਨਾਲ ਗੱਲਾਂ ਹੋਈਆਂ ਭਗਵਾਨ ਸਿੰਘ ਦੀਆਂ, ਉਹ ਕਹਿੰਦੇ ਨੇ ਮੈਂ ਮਿਲਦਾ ਰਿਹਾ, ਮਿਲਦੇ ਤਾਂ ਬਹੁਤ ਬੰਦੇ ਰਹੇ ਨੇ, ਜਿੰਨਾ ਚਿਰ ਤੁਸੀਂ ਉਸ ਲਹਿਰ ਦੇ ਵਿੱਚ ਨਹੀਂ ਵਿਚਰੇ, ਉਹਨਾਂ ਬੰਦਿਆਂ ਦੇ ਨਾਲ ਨਹੀਂ ਵਿਚਰੇ, ਉਹ ਜਿਹੜਾ ਹੈਗਾ ਮਤਲਬ ਇੱਕ ਜਦੋਂ ਤੁਹਾਡੇ ਜਾਨ ਦਾਅ 'ਤੇ ਲੱਗੀ ਹੋਈ ਹੈ, ਉਹ ਅਵਸਥਾ ਮਾਣੀ ਨਹੀਂ ਜਿਹਨੇ, ਉਹਨਾਂ ਨੂੰ ਨਹੀਂ ਸਮਝ ਆਉਣੀ ਇਹਨਾਂ ਗੱਲਾਂ ਦੀ। ਤੋ ਇਸ ਕਰਕੇ ਪਹਿਲਾ ਤਾਂ ਮੇਰਾ ਨੁਕਤਾ ਇਹੀ ਹੈ ਕਿ ਜਿਹੜੇ ਬੰਦੇ ਇਹ ਲਹਿਰ ਬਾਰੇ ਗੱਲਾਂ ਕਰਦੇ ਨੇ,
ਉਹ ਜਾਂ ਤਾਂ ਬਹੁਤ ਹੀ ਅਗਿਆਨੀ ਆ, ਉਹਨਾਂ ਨੂੰ ਪਤਾ ਹੀ ਨਹੀਂ ਵੀ ਯਾਰ ਐ ਨਹੀਂ ਕਰੀਦਾ ਹੁੰਦਾ, ਇਹਦਾ ਇੱਕ ਆਪਦਾ ਖੇਤਰ ਹੈ, ਇਹ ਵਿਗਿਆਨ ਆਪਦਾ ਇੱਕ, ਜਿਹੜੇ ਵਿਸ਼ੇ ਬਾਰੇ ਤੁਹਾਨੂੰ ਕੱਖ ਨਹੀਂ ਪਤਾ। ਦੂਜੀ ਗੱਲ, ਉਹ ਨਾਨ ਸੀਰੀਅਸ ਹੈ ਤੇ ਗੈਰ ਜ਼ਿੰਮੇਵਾਰ ਹੈ। ਉਹਨਾਂ ਨੂੰ ਐ ਵੀ TRP ਚਾਹੀਦੀ ਹੈ ਜਾਂ ਮਸ਼ਹੂਰੀ ਚਾਹੀਦੀ ਹੈ, ਆ ਚੱਕ ਲਓ ਇੱਕ ਵਿਵਾਦ ਜੇ ਵਾਲਾ ਹੈ ਤੇ ਇਹ ਵੀਡੀਓ ਬੜੀ ਚੱਲੂ। ਇਹ ਵੀ ਕਾਰਨ ਨਹੀਂ ਹੋ ਸਕਦਾ ਕਿ ਉਹ ਵੀ ਸੱਚ ਲੱਭਦੇ ਹੋਣ ਕਿਤੇ ਨਾ ਕਿਤੇ? ਸੱਚ ਲੱਭਣ ਦਾ ਐਟੀਟਿਊਡ ਕਿਤੇ ਵੀ ਨਹੀਂ ਦੱਸਦਾ। ਸੱਚ ਲੱਭਣ ਦਾ ਐਟੀਟਿਊਡ ਇਹ ਨਹੀਂ ਹੁੰਦਾ ਚੈਨਲਾਂ ਤੇ ਜਾ ਕੇ ਤੁਸੀਂ ਛੱਜ 'ਚ ਪਾ ਕੇ ਛੰਡਣ ਲੱਗ ਜਾਓ। ਜਿਹੜਾ ਸੱਚ ਲੱਭਣਾ ਹੁੰਦਾ ਨਾ, ਉਸ ਹੋਸਟ ਨੇ, ਮੈਂ ਵੈਸੇ ਨਾਮ ਨਹੀਂ ਲੈਂਦਾ ਹੁੰਦਾ, ਪਰ ਹੁਣ ਬਹੁਤ ਮਜਬੂਰੀ ਬਣ ਗਈ ਹੈ ਕਿ ਜਿਹੜਾ ਉਹ ਅਕਾਲ ਚੈਨਲ, ਹਾਲਾਂਕਿ ਅਕਾਲ ਚੈਨਲ ਦੇ ਪ੍ਰਬੰਧਕਾਂ ਨਾਲ ਮੇਰੇ ਬਹੁਤ ਚੰਗੇ ਸੰਬੰਧ ਹੈ, ਮੇਰਾ ਜੀ ਕਰਦਾ ਸੀ ਉਹਨਾਂ ਨੂੰ ਪਰਸਨਲੀ ਕਨਵੇ ਕਰਾਂ, ਪਰ ਫਿਰ ਮੈਨੂੰ ਕਿਸੇ ਬੰਦੇ ਨੇ ਦੱਸਿਆ ਵੀ ਅਸੀਂ ਕਨਵੇ ਕੀਤਾ। ਉਹਨਾਂ ਦਾ ਜਿਹੜਾ ਜਵਾਬ ਸੀਗਾ ਉਹ ਬਹੁਤ ਹੀ ਮਾੜਾ ਜਵਾਬ ਸੀ। ਉਹ ਕਹਿੰਦੇ ਅਸੀਂ ਇੱਕ ਪੱਖ ਲਿਆਂਦਾ, ਹੁਣ ਦਲਜੀਤ ਸਿੰਘ ਬਿੱਟੂ ਆ ਜੇ। ਅੱਛਾ, ਮਤਲਬ ਐਟੀਟਿਊਡ ਦੇ ਕੇ ਲਹਿਰਾਂ ਐਂ ਡਿਸਕਸ ਹੁੰਦੀਆਂ। ਉਹ ਜਿਹੜਾ ਹੋਸਟ ਹੈ ਉਹਨੂੰ ਦਲਜੀਤ ਸਿੰਘ ਬਿੱਟੂ ਆ ਕੇ ਜਵਾਬ ਦੇਊਗਾ, ਜਿਹਨੂੰ ਅਕਲ ਹੀ ਨਹੀਂ। ਮਤਲਬ ਮੈਂ ਇਹ ਕਹਿਣਾ, ਨਾ ਤਹਿਜੀਬ ਹੈ ਉਹਨੂੰ, ਨਾ ਉਹਨੂੰ ਅਕਲ ਹੈ। ਕਿੱਡੀ ਸੀਰੀਅਸ ਗੱਲ ਹੋ ਰਹੀ ਹੈ, ਤੁਸੀਂ ਉਹਦੇ ਸਾਰੇ ਜੈਸਚਰ, ਉਹਦੇ ਹੁੰਗਾਰੇ, ਉਹ ਕਰ ਕੀ ਰਿਹਾ ਮਸਖਰਿਆਂ ਜਿਹਾ ਵਾਂਗੂ, ਨਾਨ ਸੀਰੀਅਸ ਤੇ ਗੈਰ ਜ਼ਿੰਮੇਵਾਰ ਬੰਦਾ। ਉਹਦਾ ਇੱਕ ਨਹੀਂ ਇਹ, ਉਹਨੇ ਬਹੁਤ ਸਮੇਂ ਤੋਂ। ਸੋ ਅੱਜ ਮੈਂ ਇਹ ਪਬਲਿਕਲੀ ਮਤਲਬ ਪਹਿਲੀ ਵਾਰ ਇਹ ਗੱਲ ਕਨਵੇ ਕਰ ਰਿਹਾ, ਮੇਰੀ ਅਪੀਲ ਹੈ ਇਹ ਅਕਾਲ ਚੈਨਲ ਦੇ ਪ੍ਰਬੰਧਕਾਂ ਨੂੰ ਵੀ ਜਾਂ ਤਾਂ ਤੁਸੀਂ ਇਸ ਬੰਦੇ ਦੇ ਕੋਈ ਕੋਡ ਆਫ ਕੰਡਕਟ ਬਣਾ ਕੇ ਨਕੇਲ ਪਾਓ ਤੇ ਜਾਂ ਇਹਨੂੰ ਚੈਨਲ ਤੋਂ ਪਾਸੇ ਕਰੋ। ਇਹ ਬਹੁਤ ਨੁਕਸਾਨ ਕਰ ਰਿਹਾ ਹੈ। ਇਹ ਸਿਰਫ ਆਪਦੇ ਫੋਕਰਪਣੇ ਕਰਕੇ ਕਰ ਰਿਹਾ ਹੈ ਜਾਂ ਕੋਈ ਹੋਰ ਪਿੱਛੇ ਗੱਲ ਹੈ, ਇਹ ਗੱਲ ਬਹੁਤੇ ਮਾਇਨੇ ਨਹੀਂ ਰੱਖਦੀ। ਤਾਂ ਇਹ ਵੀ ਬੇਅਕਲ ਬਹੁਤ ਹੈ, ਇਹ ਵੀ ਕੋਈ ਛੋਟੀ ਗੱਲ ਨਹੀਂ। ਤੇ ਜਿਹੜਾ ਬੰਦਾ ਇੰਨਾ ਬੇਅਕਲ ਹੈ, ਉਹ ਆ ਕੇ ਇਹੋ ਜਿਹੇ ਮਸਲਿਆਂ ਤੇ ਡਿਸਕਸ ਕਰੇ ਬਹਿ ਕੇ, ਜਿਹਨੂੰ ਅੱਜ ਇਹੀ ਨਹੀਂ ਪਤਾ ਹੀ ਮੈਂ ਯਾਰ ਕਿੰਨਾ ਮੂਰਖ ਹਾਂ, ਉਹ ਬੰਦਾ ਕੁਆਲੀਫਾਈ ਕੀ ਕਰੂਗਾ। ਸੋ ਇਹ ਗੱਲਾਂ ਮੈਨੂੰ ਅੱਜ ਆਪਦੇ ਪਿਛਲੀ ਮਰਿਆਦਾ ਨੂੰ ਹਟ ਕੇ ਜੀ ਇਸ ਤਰ੍ਹਾਂ ਕਰਨੀਆਂ ਪੈ ਰਹੀਆਂ, ਪਰ ਪਾਣੀ ਜਿਵੇਂ ਕਹਿੰਦੇ ਆ ਨਾ ਸਿਰਾਂ ਤੋਂ ਦੀ ਲੰਘਦਾ ਜਾ ਰਿਹਾ, ਇਸ ਕਰਕੇ ਇਹ ਗੱਲਾਂ ਕਰਨੀਆਂ ਪੈ ਰਹੀਆਂ। ਸੋ ਆਪਣੀ ਗੱਲ ਚੱਲ ਰਹੀ ਸੀਗੀ ਇਸ ਗੱਲ ਦੇ ਉੱਤੇ ਵੀ ਇਹ ਗੱਲਾਂ ਚੈਨਲਾਂ ਤੇ ਨਹੀਂ ਹੁੰਦੀਆਂ, ਇਹ ਬਹਿ ਕੇ ਹੁੰਦੀਆਂ ਕਿਸੇ, ਹਮੇਸ਼ਾ ਹੀ ਲਹਿਰਾਂ ਡਿਸਕਸ ਹੁੰਦੀਆਂ। ਲਹਿਰਾਂ ਦੇ ਅੰਦਰੂਨੀ ਮਸਲੇ ਪੁਰਾਤਨ ਕਾਲ ਤੋਂ ਹੀ ਡਿਸਕਸ ਹੁੰਦੇ ਆਏ ਨੇ, ਪਰ ਉਹਦੀ ਇੱਕ ਮਰਿਆਦਾ ਹੁੰਦੀ। ਚੈਨਲਾਂ ਤੇ ਇਹ ਪਹਿਲੀ ਵਾਰ ਆਇਆ। ਮਤਲਬ ਇਹੋ ਜਿਹੇ ਬੰਦੇ ਕਹਿ ਰਹੇ ਨੇ, ਜਦੋਂ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਭਾਈ ਦਲਜੀਤ ਸਿੰਘ ਬਿੱਟੂ ਬਾਰੇ, ਉਦੋਂ ਜਿਹੜੇ ਇੱਕ ਹੋਰ ਚੈਨਲ ਨੇ ਮਤਲਬ ਕੀਤਾ ਸੀ, ਉਹਦਾ ਮੈਨੂੰ ਫੋਨ ਆਇਆ, ਕਹਿੰਦੇ ਅਸੀਂ ਤੁਹਾਡੇ ਨਾਲ ਵੀ ਗੱਲ ਕਰਨੀ ਆ, ਤੁਸੀਂ ਆਪਦਾ ਪੱਖ ਰੱਖੋ ਜੀ। ਮੈਨੂੰ ਮਤਲਬ ਬਹੁਤ ਵੀ ਤੂੰ ਕੌਣ ਹੈ, ਵੀ ਤੂੰ ਕਿੱਥੋਂ ਕੁਆਲੀਫਾਈ ਕਰਦਾ, ਤੇਰਾ ਤੂੰ 1% ਵੀ ਤੇਰੇ 'ਚ ਕੋਈ ਇਹੋ ਜਿਹੀ ਗੱਲ ਨਹੀਂ, ਤੈਨੂੰ ਆ ਕੇ ਸਪਾਈਆਂ ਦੇਵੇ ਕੋਈ। ਸੋ ਇਹ ਮਰਿਆਦਾ ਨਹੀਂ ਹੁੰਦੀ। ਇਹ ਮਸਲੇ ਡਿਸਕਸ ਹੁੰਦੇ ਨਾ, ਅੰਦਰੂਨੀ ਬਹਿਸਾਂ। ਤੁਹਾਡੇ ਕਹਿਣ ਤੋਂ ਬਾਅਦ ਗੱਲ ਕਰਨ ਦਾ ਤਰੀਕਾ ਹੋਣਾ ਚਾਹੀਦਾ। ਗੱਲ ਕਰਨ ਦਾ ਤਰੀਕਾ ਤਾਂ ਆਊ ਜੇ ਅਕਲ ਹੋਊ। ਇਹ ਆਪਣੇ ਅੰਦਰ ਪਹਿਲਾਂ ਹੀ ਠਾਣ ਕੇ ਬੈਠੇ ਹੋ ਕਿ ਅਸੀਂ ਇਹਨੂੰ ਥੱਲੇ ਲਾਉਣਾ, ਫਿਰ ਉਹ ਚੀਜ਼ ਛੱਡਣੀ ਪਊਗੀ। ਮਤਲਬ ਸਾਰਾ ਦੇਖੋ ਉਹਨਾਂ ਉਹ ਜਿਹੜੇ ਹੈਗੇ ਨੇ ਹੋਸਟ ਜੀ, ਉਹਨਾਂ ਦਾ ਸਾਰਾ ਜਿਹੜਾ ਤੌਰ ਤਰੀਕਾ ਹੈ, ਉਹਨਾਂ ਦਾ ਇਹ ਵੀ ਗੱਲ ਗਰਮਾ ਗਰਮ ਤੇ ਭੰਡੀ ਪ੍ਰਚਾਰ ਵਾਲੀ ਕੋਈ ਆਵੇ ਜਿਹਦੇ ਨਾਲ ਨਾ TRP ਵਧੇ। ਉਹ ਜਿਹੜੇ ਦੂਜੇ ਚੈਨਲ ਵਾਲੇ ਦੀ ਮੈਂ ਪਿਛਲੀ ਵਾਰ ਵੀ ਗੱਲ ਕੀਤੀ, ਮੈਂ ਨਾਮ ਨਹੀਂ ਸੀ ਲਿਆ, ਹੁਣ ਵੀ ਨਹੀਂ ਲੈਂਦਾ। ਉਹ ਮਤਲਬ ਉਹ ਬੰਦੇ ਨੂੰ ਬੁਲਾ ਰਿਹਾ ਵੀ ਹਾਂ ਅੱਛਾ ਬੰਦੇ ਨੇ ਬੜੇ ਪੈਸੇ ਖਾਦੇ ਜਾਂ ਬੜਾ ਆ ਕੁਛ ਕੀਤਾ, ਕਹਿੰਦਾ ਕੋਈ ਨਾਮ ਲਾਏ ਜਿਹੜਾ ਅੱਜ ਜਿਉਂਦਾ ਹੋਵੇ। ਸਾਫ਼ ਪਤਾ ਸੀ ਵੀ ਉਹ ਤੋਂ ਭਾਈ ਦਲਜੀਤ ਸਿੰਘ ਬਿੱਟੂ ਦਾ ਉਹ ਨਾਮ ਲੋਕ ਕਰਵਾਉਣਾ ਚਾਹੁੰਦਾ ਹੈ। ਇੱਥੋਂ ਇੰਟੈਂਸ਼ਨ ਪਤਾ ਨਹੀਂ ਲੱਗਦਾ। ਸੋ ਇਹ ਜਿਹੜੀ ਬਹਿਸ ਚੱਲ ਰਹੀ ਹੈ ਨਾ ਇਸ ਤਰ੍ਹਾਂ ਦੀ, ਇਹਦਾ ਹੁਣ ਨੋਟਿਸ ਲਿਆ ਜਾਊ। ਮੈਂ ਪਿਛਲੀ ਵਾਰ ਵੀ ਗੱਲ ਕੀਤੀ ਸੀ, ਇਹ ਅੱਗ ਨਾਲ ਖੇਡ ਰਹੇ ਨੇ ਬੰਦੇ। ਇਹ ਮਤਲਬ ਮਾਲਕ ਵੀ ਸੁਚੇਤ ਹੋਣ ਜੀ, ਜਾਂ ਘੱਟੋ ਘੱਟ ਉਹਨਾਂ ਨੂੰ ਇਹ ਜਿਹਨ 'ਚ ਕਿਤੇ ਗੱਲ ਆਵੇ। ਇਹ ਇੰਨਾ ਸੌਖਾ ਮਾਮਲਾ ਨਹੀਂ। ਬਹੁਤ ਕੁਛ ਆ, ਹੋਰ ਕੁਛ ਕਰਨ ਵਾਲਾ, ਲਹਿਰ ਬਾਰੇ ਬੋਲਣ ਵਾਲਾ ਬਹੁਤ ਕੁਛ ਹੈ। ਇਹ ਜਿਹੜੀ ਗੱਲ ਹੈ ਨਾ, ਹੁਣ ਕਿਉਂ ਐ ਹੋ ਰਿਹਾ, ਐਡੇ ਕਾਲੇ ਨੇ ਹਰਫਲੇ ਕਿਉਂ ਪਏ ਨੇ, ਇਹਦਾ ਕਾਰਨ ਇਹ ਹੈ ਵੀ ਜਿਹੜੀ ਇੱਕ ਨਵੀਂ ਨੌਜਵਾਨ ਪੀੜ੍ਹੀ ਆ ਗਈ ਨਾ, ਇਹ ਕਿਸੇ ਨੂੰ ਨਹੀਂ ਸੀ ਪਤਾ, ਮੈਨੂੰ ਵੀ ਨਹੀਂ ਸੀ ਪਤਾ ਵੀ ਇਹ ਗੱਲ ਇੰਨੀ ਜਾਗ ਪੂ ਨਵੀਂ ਯੂਥ ਦੇ ਵਿੱਚ ਵੀ ਉਹ ਆਪਦੇ ਨੇਕਾਂ ਬਾਰੇ, ਆਪਦੀ ਲਹਿਰ ਬਾਰੇ, ਸੰਤਾਂ ਬਾਰੇ, ਤੇ ਉਹ ਮਤਲਬ ਉਹ ਇੰਨੀ ਉਹਨਾਂ ਦੇ ਵਿੱਚ ਇੱਕ ਜਿਹੜੀ ਹੁੰਦੀ ਆ ਤਾਂ ਜਿਹੜਾ ਫੇਲੀਅਰ ਰਿਹਾ ਉਹਦੇ ਕਾਰਨ ਨੂੰ ਜਾਣਨ ਦੀ ਕੋਸ਼ਿਸ਼ ਕਰਨ ਦੇ ਵਿੱਚ ਲੱਗੇ। ਮੈਨੂੰ ਯਾਰ 2-3 ਬੰਦਿਆਂ ਦੇ ਮੈਸੇਜ ਆਏ ਫੋਨ ਦੇ ਉੱਤੇ
ਕਹਿੰਦੇ ਜੀ ਅਸੀਂ ਤੁਹਾਡੇ ਨਾਲ, ਇੱਕ ਬੰਦਾ ਕਹਿੰਦਾ ਮੈਂ ਤੁਹਾਡੇ ਨਾਲ 12 ਘੰਟੇ ਬਿਤਾਉਣਾ ਚਾਹੁੰਦਾ। ਮੈਂ ਕਿਹਾ ਤੂੰ 12 ਘੰਟੇ ਕੀ ਕਰ? ਕਹਿੰਦਾ ਸ਼ਹੀਦਾਂ ਦੀਆਂ ਤੇ ਲਹਿਰ ਦੀਆਂ ਗੱਲਾਂ ਸੁਣਨਾ ਚਾਹੁੰਦਾ। ਹੁਣ ਉਹਦੀ ਭਾਵਨਾ ਤਾਂ ਬੜੀ ਨੇਕ ਹੈ ਨਾ। ਇੱਥੋਂ ਇਹ ਨਾ ਇਹ ਕੁਛ ਕੁ ਨਹੀਂ, ਬੰਦੇ ਬਹੁਤ ਕੁਝ ਸੁਣਨਾ ਚਾਹੁੰਦੇ, ਬਹੁਤ ਕੁਝ ਜਾਣਨਾ ਚਾਹੁੰਦੇ ਜੀ ਜੀ। ਉਹ ਸਾਡੇ ਵੱਲੋਂ ਘਟ ਜਾ ਰਿਹਾ ਹੈ ਜਾਂ ਜਾ ਹੀ ਨਹੀਂ ਰਿਹਾ ਅਜੇ ਪੂਰਾ ਆਰਗੇਨਾਈਜ਼ਡ ਰੂਪ 'ਚ। ਸਾਡੀ ਮਜਬੂਰੀ ਕਹਿ ਲਓ, ਕਮਜ਼ੋਰੀ ਕਹਿ ਲਓ, ਕੁਛ ਕਹਿ ਲਓ। ਦੂਜੇ ਪਾਸੇ ਉਹਨਾਂ ਨੇ ਇਹ ਦੇਖ ਲਿਆ ਤੇ ਇਹਨੂੰ ਇੱਕ ਤੁਸੀਂ ਵੱਡੇ ਫਰੇਮ 'ਚ ਰੱਖ ਕੇ ਦੇਖੋ। ਇਹ ਉਹਨਾਂ ਦੇ ਕੰਨ ਕਦੋਂ ਖੜੇ ਹੋਏ? ਸਟੇਟ ਨੂੰ ਤਾਂ ਐਂ ਸੀ ਵੀ ਬਸ ਹੁਣ ਲਹਿਰ ਕੁਚਲੀ ਗਈ ਤੇ ਉਹ ਬੰਦੇ ਹੁਣ ਟਿਕ ਕੇ ਬਹਿ ਗਏ ਨਾ। ਕੋਈ ਬਾਹਰ ਜਲਾਵਤਨ ਹੈ, ਕੋਈ ਇੱਥੇ ਘਰੀ ਬਹਿ ਗਿਆ, ਦੂਜਿਆਂ ਨੂੰ ਕਾਬੂ ਕਰ ਲਿਆ, ਕਿੰਨੇ ਜੇਲ੍ਹਾਂ 'ਚ ਡੱਕਤੇ। ਦੂਜਾ ਵਾਸਤੇ ਅਸੀਂ ਨਾ ਕੰਨ ਕਰਤੇ ਵੀ ਜਿਹੜਾ ਬੰਦਾ ਇਹੋ ਜਿਹੀ ਗੱਲ ਕਰੂ। ਇਹ ਉਹਨਾਂ ਦੇ ਕੰਨ ਕਦੋਂ ਖੜੇ ਹੋਏ? ਇਹ ਖੜੇ ਹੋਏ ਕਿਸਾਨ ਅੰਦੋਲਨ ਦੌਰਾਨ। ਉਹ ਜਿਹੜਾ ਉਭਾਰ ਇੱਕਦਮ ਐਡਾ ਉਛਾਲ ਆਇਆ ਨਾ, ਉਹ ਜਿਹੜਾ ਰੰਗ ਚੜਿਆ ਉੱਥੇ, ਤੁਸੀਂ ਦਿੱਲੀ ਉਹ ਰੰਗ ਦੇਖੋ ਨਾ, ਸੰਤਾਂ ਦੀਆਂ ਫੋਟੋਆਂ ਕਾਰਾਂ ਗੱਡੀਆਂ ਤੇ, ਕੇਸਰੀ ਨਿਸ਼ਾਨ, ਚੜ੍ਹਦੀ ਕਲਾ ਵਾਲੇ ਗੀਤ, ਉਹ ਨੌਜਵਾਨਾਂ ਦਾ ਜਲਾਓ, ਸਾਰਾ ਮਤਲਬ ਜੋ ਕੁਛ ਵੀ ਜੋਸ਼ ਖਰੋਸ਼, ਉਹ ਆਪਦੇ ਉਸ ਤੇ ਗੌਰਵ ਮਹਿਸੂਸ ਕਰ ਰਹੇ ਨੇ, ਉਹਦੇ ਨਾਲ ਜੁੜ ਰਹੇ ਨੇ ਬੰਦੇ। ਉਸ ਤੋਂ ਸਟੇਟ ਵੀ ਘਬਰਾਈ ਤੇ ਜਿਹੜੀਆਂ ਸਿੱਖ ਦੁਖੀ ਕੋਈ ਵੀ ਤਾਕਤ ਸੀ ਉਹ ਸਾਰੇ ਘਬਰਾਏ। ਸੋ 26 ਜਨਵਰੀ ਜਿਹੜਾ ਸੀਗਾ ਉਹ ਇੱਕ ਟਰਨਿੰਗ ਪੁਆਇੰਟ ਤਾਂ ਬਣਿਆ ਵੀ ਇੱਕ ਤਾਂ ਵੀ ਇਹਨਾਂ ਨੂੰ ਪਾਸੇ ਕਰੋ ਇੱਥੋਂ। ਉਹ ਆਪਾਂ ਚਲੋ ਬਹੁਤਾ ਹੁਣ ਨਹੀਂ ਗੱਲ ਕਰਦੇ, ਆਪਾਂ ਕਰ ਚੁੱਕੇ ਜੀ ਜੀ। ਜੋਗਿੰਦਰ ਯਾਦਵ ਦਾ ਉਹਦੇ 'ਚ ਕੀ ਰੋਲ ਸੀ, ਸਟੇਟ ਦਾ ਕੀ ਰੋਲ ਸੀ, ਕਿਸਾਨ ਜਥੇਬੰਦੀਆਂ ਦਾ ਕੀ ਰੋਲ ਸੀ ਤੇ ਮੀਡੀਆ ਦਾ ਕੀ ਰੋਲ ਸੀ। ਠੀਕ ਹੈ ਨਾ। ਆਪਾਂ ਕਹਿ ਸਕਦੇ ਇਹਦੇ 'ਚ ਉਹ ਕਾਮਯਾਬ ਹੋ ਗਏ। ਇੱਕ ਵਾਰ ਉੱਥੋਂ ਉਹਨਾਂ ਨੇ ਉਹ ਜਜ਼ਬਾ ਵੀ, ਉਹ ਚਿਹਰੇ ਵੀ, ਉਹ ਤਾਕਤ ਉੱਥੋਂ ਪਾਸੇ ਕਰਤੀ। ਠੀਕ ਹੈ ਨਾ। ਹੁਣ ਉਹਨਾਂ ਦਾ ਅਗਲਾ ਸਟੈਪ ਇਹ ਹੈ ਵੀ ਤਾਂ ਕੱਲ੍ਹ ਨੂੰ ਫੇਰ ਕਿਸੇ ਮੌਕੇ ਉੱਠ ਸਕਦੇ ਨੇ। ਹੁਣ ਇਹ ਜਿੱਥੋਂ ਇੰਸਪਾਇਰ ਹੁੰਦੇ ਨੇ ਨਾ, ਜਿੱਥੋਂ ਮੋਟੀਵੇਟ ਹੁੰਦੇ ਨੇ, ਉਹ ਬੰਦੋਂ ਇੰਟੈਰੋਗੇਸ਼ਨ ਦਾ ਮੇਰਾ ਤਜਰਬਾ, ਜਦੋਂ ਇੰਟੈਰੋਗੇਟ ਕਰਦੇ ਆ ਨਾ, ਜਦੋਂ ਬੰਦੇ ਲਹਿਰ ਵਾਲੇ ਨੂੰ, ਜਦੋਂ ਪੁਲਿਸ ਵਾਲੇ ਜਾਂ ਇੰਟੈਲੀਜੈਂਸ, ਉਹਨਾਂ ਦਾ ਸਭ ਤੋਂ ਵੱਡਾ ਯਤਨ ਹੁੰਦਾ ਵੀ ਇਹ ਬੰਦਾ ਤੁਰਿਆ ਕਿੱਥੋਂ ਮੋਟੀਵੇਟ ਹੋ ਕੇ, ਫਿਰ ਉਹਦਾ ਇੰਤਜ਼ਾਮ ਕਰਨਾ ਚਾਹੁੰਦੇ ਵੀ ਜਿੱਥੋਂ ਇਹ ਇੰਸਪਾਇਰ ਹੋਏ ਨਾ ਉਹਨੂੰ ਨੱਪੋ। ਉਹ ਸਾਫ਼ ਇੰਸਪੀਰੇਸ਼ਨ ਸੰਤਾਂ ਦੀ ਤੇ ਆਹ ਲਹਿਰ ਦੀ। ਸੋ ਹੁਣ ਉਹਨਾਂ ਦਾ ਅਟੈਕ ਇਸ ਰੂਪ ਦੇ ਵਿੱਚ ਇਹ ਲਹਿਰ 'ਤੇ ਹੈ। ਉਹਨਾਂ ਨੂੰ ਇਹ ਹੈ ਵੀ ਜੋ ਵੀ ਕ੍ਰੈਡੀਬਲ ਹੈ ਇਹਨਾਂ ਦਾ ਕੁਛ, ਉਹ ਉਦੋਂ ਭੰਨ ਦਿਓ, ਉਹਦੀ ਕ੍ਰੈਡੀਬਿਲਟੀ ਭੰਨ ਦਿਓ, ਸਭ ਕੁਝ ਸ਼ੱਕੀ ਬਣਾ ਦਿਓ ਨਜ਼ਰਾਂ ਦੇ ਵਿੱਚ। ਇਹ ਉਹਨਾਂ ਦੀ ਇੱਕ ਮੁਹਿੰਮ ਹੈ ਤੇ ਇਹ ਇੱਥੇ ਵੀ ਨਹੀਂ ਖੜਨੀ, ਇਦੋਂ ਅੱਗੇ ਵੀ। ਸਟੇਟ ਦਾ ਸਭ ਨੂੰ ਪਤਾ, ਸਾਰੀ ਦੁਨੀਆ 'ਚ ਸਟੇਟ ਜੋ ਕਰਦੀ ਹੁੰਦੀ ਹੈ, ਇਦੋਂ ਅੱਗੇ ਉਹਨਾਂ ਨੇ ਫਿਜ਼ੀਕਲ ਐਲੀਮੀਨੇਸ਼ਨ, ਬੰਦੇ ਮਾਰਨੇ ਵੀ ਸ਼ੁਰੂ ਕਰਨੇ। ਸਿੱਧੇ ਨਹੀਂ, ਅੱਜ ਕੱਲ੍ਹ ਬੜੇ ਕਿਰਾਏ 'ਤੇ ਮਿਲ ਜਾਂਦੇ ਨੇ, ਬੜੇ ਮਿਲ ਜਾਂਦੇ ਸੁਸਾਇਟੀ 'ਚ। ਫਿਰ ਉਹ 'ਚ ਘਚੋਲਾ ਵੀ ਇੱਕ ਦੂਜੇ ਦੇ ਨਾਂ ਲਾ ਦਿਓ। ਇਹ ਬੜੀਆਂ ਖੇਡਾਂ ਖੇਡੀਆਂ ਜਾਣਗੀਆਂ। ਇਸ ਨੂੰ ਤੁਸੀਂ ਇੱਕ ਵੱਡੇ ਪ੍ਰਸੰਗ 'ਚ ਰੱਖ ਕੇ ਵੀ ਸਟੇਟ ਸਾਡੇ ਕੀ ਕੁਛ ਕਰਨਾ ਚਾਹੁੰਦੀ ਹੈ। ਸੋ ਇਸ ਕਰਕੇ ਅੱਜ ਸਾਡੇ ਸਾਹਮਣੇ ਜਿਹੜਾ ਵੱਡਾ ਕਾਰਜ ਹੈ ਉਹ ਇਸ ਚੁਣੌਤੀ ਦਾ ਸਾਹਮਣਾ ਕਰਨਾ ਹੈ। ਤੇ ਇਸ ਚੁਣੌਤੀ ਦਾ ਸਾਹਮਣਾ ਕਰਨ ਦਾ ਸਭ ਤੋਂ ਸਿੱਕੇਬੰਦ ਢੰਗ ਇਹ ਹੈ ਵੀ ਤੁਸੀਂ, ਮੈਂ ਪਿਛਲੀ ਵੀਡੀਓ 'ਚ ਵੀ ਕਿਹਾ ਸੀ, ਆਪਦਾ ਨੈਰੇਟਿਵ ਜ਼ੋਰ ਨਾਲ ਲੈ ਕੇ ਜਾਓ। ਸੋ ਮੇਰੀ ਇਹ ਧਾਰਨਾ ਵੀ ਜਿਹੜੇ ਬੰਦੇ ਲਹਿਰ ਦੀ ਵਿਰਾਸਤ ਨੂੰ ਅਪਹੋਲਡ ਕਰਕੇ ਚੱਲ ਰਹੇ ਨੇ, ਉਹਨਾਂ ਨੂੰ ਆਪਦਾ ਧਿਆਨ, ਆਪਦੀ ਸ਼ਕਤੀ, ਆਪਦਾ ਸਮਾਂ ਹੋਰ ਕਿਸੇ ਪਾਸੇ ਜਾਇਆ ਨਹੀਂ ਕਰਨਾ ਚਾਹੀਦਾ। ਕਾਰਜ ਹੋਰ ਬਥੇਰੇ ਪਏ ਨੇ, ਪੰਜਾਬ ਸਾਹਮਣੇ ਬੜੇ ਮਸਲੇ ਪਏ ਨੇ। ਤੇ ਜਿਹੜਾ ਇਹ ਤੁਸੀਂ ਅਕਾਲ ਚੈਨਲ ਦੀ ਗੱਲ ਕੀਤੀ ਹੈ ਤੇ ਉਸ ਪਾਰਟਿਕੂਲਰ ਹੋਸਟ ਦੀ ਗੱਲ ਕੀਤੀ ਹੈ, ਉਹਦੇ ਬਾਰੇ ਤਾਂ ਮੇਰੀ ਜਿਹੜੀ ਹਾਰਸ਼ ਬਿਆਨ ਹੈ ਉਹ ਇਹ ਹੈ, ਉਹਨੇ ਆਲਮੋਸਟ ਅੱਜ ਦੇ ਸਮੇਂ 'ਚ ਉਹ ਆਪਦੇ ਸਟੂਡੀਓ ਨੂੰ ਇੱਕ ਨਵੀਂ ਕਿਸਮ ਦਾ CIA ਸਟਾਫ ਬਣਾ ਲਿਆ। ਜੋ ਪਿੰਕੀ ਸਟਾਫ CIA ਸਟਾਫ 'ਚ ਕਰਦਾ ਸੀ, ਉਹ ਫਿਜ਼ੀਕਲੀ ਜਿਵਾ ਕਰਦਾ ਸੀ ਬੰਦਿਆਂ ਨੂੰ, ਇਹ ਕਿਰਦਾਰ ਕੁਸ਼ੀ ਕਰ ਰਿਹਾ ਉੱਤੇ, ਬੰਦਿਆਂ ਨੂੰ ਕਤਲ ਕਰ ਰਿਹਾ ਉਹਨਾਂ ਦੇ। ਪਰ ਜੇ ਗੱਲ ਕਰੀ, ਉਹ ਵੀ ਕਹਿੰਦੇ ਕਿ ਦੂਜੇ ਜਿਨ੍ਹਾਂ ਤੇ ਦੋਸ਼ ਲੱਗੇ ਹੋ ਆ ਕੇ ਆਪਣਾ ਪੱਖ ਦੇ ਦੇਣ। ਮੈਂ ਤੈਨੂੰ ਪਹਿਲਾਂ ਗੱਲ ਦੱਸੀ ਹੈ ਯਾਰ, ਉਹ ਕੌਣ ਹੈ, ਕੀ ਕ੍ਰੀਡੈਂਸ਼ੀਅਲਸ ਆ ਉਸ ਬੰਦੇ ਦੇ, ਉਹਦੇ ਪਰਿਵਾਰ ਦਾ ਕੋਈ ਮਰਿਆ, ਉਹਨੇ ਕੁਛ ਗਵਾਇਆ ਲਹਿਰ 'ਚ, ਕੋਈ ਦਾ ਫਾਈਨੈਂਸ਼ੀਅਲ ਲਾਸ ਹੋਇਆ ਕਿ ਉਹਨੇ ਕੁਛ ਕਮਾਇਆ,
ਉਹ ਕੌਣ ਹੈ ਮਤਲਬ ਜਿਹਦੇ ਕੋਲੇ ਗਿਆਨ ਹੋ ਆ ਚੱਜ ਖਿਲਾਰੂ ਗਈ ਨਹੀਂ ਜੀ ਚੈਨਲ ਤੇ ਬਹਿ ਕੇ। ਸੋ ਇਹ ਤਾਂ ਹੱਦ ਹੋ ਗਈ। ਮਤਲਬ ਮੈਂ ਨਵੀਂ ਜਨਰੇਸ਼ਨ ਤੇ ਵੀ ਇੰਨੀ ਵੀ ਇਗਨੋਰੈਂਸ ਹੋ ਸਕਦੀ ਆ, ਉਹਨਾਂ ਨੂੰ ਇਹ ਵੀ ਨਾ ਪਤਾ ਲੱਗੇ ਜਿਹੜਾ ਉੱਠ ਕੇ ਕਹਦੇ ਵੀ ਆ ਇਹ ਤਾਂ ਜਦ ਕੱਲ੍ਹ ਨੂੰ ਕਰਤਾਰ ਸਿੰਘ ਭਲਵਾਨ ਜਿਹੜਾ ਹੈਗਾ ਹਿੰਦ ਕੇਸਰੀ, ਉਹ ਤੁਰਿਆ ਜਾਂਦਾ ਹੋਵੇ ਤੇ ਗਲੀ 'ਚੋਂ ਕੋਈ ਲੰਡੂ ਜਾਂ ਬੰਦਾ ਉੱਠ ਕੇ ਥਾਪੀ ਮਾਰ ਕੇ ਮੇਰੇ ਨਾਲ ਘੁਲ ਕੇ ਦਿਖਾਏ ਉਹ ਘੁਲੂ ਉਹਦੇ ਨਾਲ। ਤੇ ਸਵਾਲ ਇਹ ਖੜਾ ਹੁੰਦਾ ਭਾਈ ਹਰਮਿੰਦਰ ਸਿੰਘ ਸੰਧੂ ਨੂੰ, ਜੇ ਉਹਨਾਂ ਦਾ ਕਤਲ ਵੀ ਹੋਇਆ ਆਪਾਂ ਮੰਨਦੇ ਹਾਂ, ਉਹਦੇ ਕਾਰਨ ਕੀ ਰਹੇ ਆ? ਕਹਿੰਦੇ ਕਿ ਖਾਲਸਾ ਪੰਚਾਇਤ ਦਾ ਜਿਹੜਾ ਕਨਸੈਪਟ ਸੀ 24 ਨੂੰ ਕਤਲ ਹੋ ਜਾਂਦਾ ਅੰਮ੍ਰਿਤ ਵੇਲੇ, ਜਿਹੜਾ 26 ਨੂੰ ਉਹਨਾਂ ਨੇ ਕਹਿੰਦੇ ਉਹਦੀ ਜਿਹੜੀ ਘੋਸ਼ਣਾ ਕਰਨੀ ਸੀ, ਇਹ ਵੱਡਾ ਕਾਰਨ ਰਿਹਾ ਦੱਸਣ ਮੁਤਾਬਕ ਤਾਂ ਕਹਿੰਦੇ ਇਹੀ ਹੈ। ਦੇਖੋ ਇਹ ਗੱਲਾਂ ਸਾਰੀਆਂ ਅਗਿਆਨਤਾ ਚੋਂ ਨਿਕਲਦੀਆਂ ਨੇ, ਜਿਹੜੇ ਇਸ ਤਰ੍ਹਾਂ ਦੇ ਜਿਹੜੇ ਸੁਪਰਫੀਸ਼ੀਅਲ ਜੀਆਂ ਗੱਲਾਂ ਨਾ ਵੀ ਇਹਦਾ ਕਾਰਨ ਬਣ ਗਿਆ ਇਹਦਾ। ਮੈਂ ਉਹੀ ਗੱਲ ਕਰਦਾ ਸੀ ਵੀ ਜਿਹਨੂੰ ਲਹਿਰ ਦਾ ਪਤਾ ਨਹੀਂ ਨਾ ਉਹਨੂੰ ਨਹੀਂ। ਹੁਣ ਮੈਂ ਇੱਕ ਗੱਲ ਸਪਸ਼ਟ ਕਰਕੇ ਤੁਰਦਾ, ਮੈਂ ਸਰਦਾਰ ਭਗਵਾਨ ਸਿੰਘ ਨਾਲ ਇਸ ਗੱਲੋਂ ਸਹਿਮਤ ਹਾਂ ਵੀ ਜਿਹੜਾ ਹਰਮਿੰਦਰ ਸੰਧੂ ਹੈ ਏਜੰਸੀਆਂ ਦਾ ਬੰਦਾ ਨਹੀਂ ਸੀ। ਜੇ ਏਜੰਸੀਆਂ ਦਾ ਬੰਦਾ ਹੁੰਦਾ ਸੰਤ ਉਹਨੂੰ ਇੰਨਾ ਨੇੜੇ ਨਹੀਂ ਰੱਖ ਸਕਦੇ ਸੀ। ਇਸ ਤੇ ਠੀਕ ਹੈ ਨਾ। ਹੁਣ ਇਹ ਤਾਂ ਹੋ ਸਕਦਾ ਨਾ ਬੰਦਾ ਏਜੰਸੀਆਂ ਦਾ ਨਾ ਹੋਵੇ ਪਰ ਉਹਦੇ 'ਚ ਜਾਨ ਕੁਰਬਾਨ ਕਰਨ ਦਾ ਜਜ਼ਬਾ ਨਾ ਹੋਵੇ, ਇਹ ਤਾਂ ਹੋ ਸਕਦਾ। ਇਹ ਸੀਗਾ ਨਹੀਂ ਆਪਾਂ ਕਿਉਂ ਕਹੀਏ? ਦੂਜਾ ਪੱਖ ਜਿਹੜਾ ਉਹ ਠੋਕ ਵਜਾ ਕੇ ਗੱਲ ਕਹਿੰਦਾ, ਆਪਾਂ ਨੂੰ ਵੀ ਉਹ ਦੱਸਣੀ ਚਾਹੀਦੀ ਵੀ ਜਿਹੜੇ ਜਿਹੋ ਜਿਹੇ ਕਿਰਦਾਰ ਸੀ, ਕਿਉਂਕਿ ਤੁਸੀਂ ਉਹਨਾਂ ਦੇ ਨਾਲ ਵਿਚ ਰਹੇ ਹੋ, ਉਹ ਚੀਜ਼ਾਂ ਦੇਖੀਆਂ ਨੇ, ਆਪਾਂ ਨੂੰ ਚਾਹੀਦਾ ਵੀ ਉਹ ਚੀਜ਼ਾਂ ਰੱਖੀਏ ਵੀ ਜਿਹੜੀਆਂ ਸੰਗਤ ਨੇ, ਕਿਉਂਕਿ ਉਹ ਚੀਜ਼ ਸੁਣੀ ਆ ਉਹਨਾਂ ਦੇ ਉੱਤੇ ਮਜ਼ਬੂਤ ਹੈ। ਨਹੀਂ ਹੁੰਦਾ ਇਸ ਤੱਥ ਦਾ ਮੈਂ ਜਿਹੜੀ ਗੱਲ ਤੇ ਫੋਕਸ ਕਰਨ ਦੀ ਯਤਨ ਕਰ ਰਿਹਾ, ਤੂੰ ਵੀ ਉਹ ਤੋਂ ਤਿਲਕੀ ਜਾਂਦਾ ਜੀ। ਮੈਂ ਕਹਿੰਦਾ ਪਹਿਲਾਂ ਲਹਿਰਾਂ ਨੂੰ ਸਮਝੋ। ਇੱਥੇ ਮੈਂ ਜਿਹੜਾ ਗੱਲ ਤੈਨੂੰ ਵੀ ਸਪਸ਼ਟ ਕਰਦਾ ਦਰਸ਼ਕਾਂ ਨੂੰ ਵੀ, ਜਦੋਂ ਵੀ ਦੁਨੀਆ 'ਚ ਕਿਤੇ ਵੀ ਕੋਈ ਹਥਿਆਰਬੰਦ ਸੰਘਰਸ਼ ਚੱਲਦਾ ਹੈ, ਲਹਿਰ ਉਹਦਾ ਇੱਕ ਮੁੱਖ ਬਹਿਣ ਵਗ ਰਿਹਾ ਹੈ, ਉਹ ਇੱਕ ਸੈਨਿਕ ਖੇਤਰ 'ਚ ਲੜਾਈ ਹੈ। ਇੱਕ ਲੜਾਈ ਫਿਰ ਹੁੰਦੀ ਹੈ ਰਾਜਸੀ ਖੇਤਰ 'ਚ ਜੀ। ਹੁਣ ਰਾਜਸੀ ਇਹ ਸਾਰਿਆਂ ਨੂੰ ਪਤਾ ਵੀ ਦੋਵੇਂ ਧਿਰਾਂ ਚਾਹੀਦੀਆਂ ਜੀ। ਤੁਹਾਡੇ ਕੋਲੇ ਲੜਨ ਵਾਲੇ ਬੰਦੇ ਵੀ ਚਾਹੀਦੇ ਨੇ, ਤੁਹਾਡੇ ਕੋਲੇ ਇੱਕ ਚੰਗੀ ਰਾਜਨੀਤੀ ਕਰਨ ਵਾਲੇ ਬੰਦੇ ਵੀ ਚਾਹੀਦੇ ਨੇ। ਪਰ ਜਿਹੜਾ ਮੈਂ ਕਹਿਣਾ ਪ੍ਰਿੰਸੀਪਲ ਜਿਹੜਾ ਹੈਗਾ ਸਰਬ ਪ੍ਰਵਾਨਿਤ ਕੌਮਾਂਤਰੀ ਪੱਧਰ ਤੇ ਜਿਹਦੀ ਸਾਰੇ ਇਤਿਹਾਸ 'ਚੋਂ ਪੁਸ਼ਟੀ ਹੁੰਦੀ ਹੈ, ਉਹ ਨਿਯਮ ਇਹ ਹੈ ਦੋਹਾਂ 'ਚ ਪੂਰਨ ਇਕਸੁਰਤਾ ਹੋਵੇ ਜੀ। ਮਿਊਚੁਅਲ ਅੰਡਰਸਟੈਂਡਿੰਗ ਉਹ ਮਿਊਚੁਅਲ ਅੰਡਰਸਟੈਂਡਿੰਗ ਕੀ ਹੈ? ਇਹ ਗੱਲ ਮੰਨ ਕੇ ਚੱਲਣੀ ਪਊ ਵੀ ਜਿਹੜਾ ਸੈਨਿਕ ਜਿਹੜੇ ਲੜਾਈ ਲੜ ਰਹੇ ਨੇ ਪ੍ਰਿੰਸੀਪਲ ਫੋਰਸ ਉਹ ਹੈ। ਜਿਹੜੇ ਬੰਦੇ ਰਾਜਸੀ ਖੇਤਰ 'ਚ ਕੰਮ ਕਰਨਗੇ ਉਹ ਉਹਨਾਂ ਦੇ ਨਿਗਰਾਨੀ ਤੇ ਨਿਰਦੇਸ਼ਾਂ ਮੁਤਾਬਕ ਤੇ ਉਹਨਾਂ ਦੀ ਸਹਿਮਤੀ ਨਾਲ ਕਰਨਗੇ ਜੀ। ਇਹ ਇੱਕ ਮਾਡਲ ਬਣਦਾ ਹੈ ਜਿਹੜਾ ਸਾਰੀ ਦੁਨੀਆ 'ਚ ਚੱਲਿਆ ਹੈ। ਵੀਅਤਨਾਮ ਦੀ ਜੰਗ ਕਿੰਨਾ ਲੰਮਾ ਚਿਰ ਚੱਲੀ ਨਾ ਜੀ। ਉਹਨਾਂ ਨੇ ਆਪਦਾ ਇੱਕ ਪਰਮਾਨੈਂਟ ਜਿਹੜਾ ਵਫਦ ਸੀ ਉਹ ਜਨੇਵਾ 'ਚ ਬਿਠਾਇਆ ਸੀ ਗੱਲਬਾਤ ਕਰਨ ਲਈ, ਜਿਹਦੇ ਨਾਲ ਵੀ ਲੋੜ ਹੈ ਡਿਪਲੋਮੈਟਿਕ ਗੱਲਬਾਤ ਕਰੂ ਉਹ। ਪਰ ਉਹ ਕਿੱਥੋਂ ਨਿਰਦੇਸ਼ ਲੈਂਦਾ ਸੀ? ਉਹ ਲੜ ਰਹੇ ਧਿਰ ਤੋਂ। ਹੁਣ ਤੁਸੀਂ ਇੱਥੇ ਦੇਖੋ, ਮੈਨੂੰ ਨਹੀਂ ਕੁਛ ਪਤਾ, ਪਰ ਜੋ ਸਰਦਾਰ ਭਗਵਾਨ ਸਿੰਘ ਜਾਂ ਇਹਦੇ ਹਮੈਤੀ ਹਰਮਿੰਦਰ ਸੰਧੂ ਦੇ ਦੱਸਦੇ ਵੀ ਉਹਦੀ ਇਹ ਸਕੀਮ ਸੀ ਕਿ ਵੀ ਜਿਹੜੇ 5 ਬੰਦੇ ਲੋਕ ਸਭਾ 'ਚ ਖੜੇ ਕੀਤੇ ਜਾਣ ਜੀ, ਉਹਦੇ 'ਚ ਆ ਕੀਤਾ ਜਾਵੇ, ਫਿਰ ਖਾਲਸਾ ਪੰਚਾਇਤਾਂ, ਇਹ ਸਾਰੇ ਕੁਛ ਬਾਰੇ ਉਹਨੇ ਖਾੜਕੂ ਲਹਿਰ ਨੂੰ ਭਰੋਸੇ 'ਚ ਲਿਆ ਸੀ, ਖਾੜਕੂ ਆਗੂਆਂ ਨੂੰ ਭਰੋਸੇ 'ਚ ਲਿਆ ਸੀ ਜੀ? ਨਹੀਂ ਲਿਆ। ਜਿਹਦਾ ਮਤਲਬ ਉਹਨਾਂ ਦੀ ਪਿੱਠ ਪਿੱਛੇ ਉਹਨਾਂ ਤੋਂ ਚੋਰੀ। ਬੀਪੀ ਸਿੰਘ ਦੇ ਸੁਨੇਹੇ ਤਾਂ ਆ ਰਹੇ ਨੇ, ਉਹਨੂੰ ਤਾਂ ਉਹ ਮਤਲਬ ਪਹੁੰਚ ਰਹੇ ਨੇ। ਰਾਜੀਵ ਗਾਂਧੀ ਨਾਲ ਵੀ ਮੀਟਿੰਗ ਹੁੰਦੀ। ਹਾਂ, ਇਹ ਤਾਂ ਇੱਧਰੋਂ ਵੀ ਸੁਨੇਹੇ ਜਾ ਰਹੇ ਸੀ ਖਾੜਕੂਆਂ ਵੱਲੋਂ ਵੀ ਤੂੰ ਟਲ ਜਾ, ਕਿਉਂਕਿ ਤੁਸੀਂ ਜਿੰਨਾ ਚਿਰ ਯਾਰ ਉਹ ਅਵਸਥਾ ਨਹੀਂ ਸਮਝਦੇ ਨਾ ਬਈ ਇੱਕ ਪਾਸੇ ਤਾਂ ਬੰਦੇ ਜਿਵੇਂ ਪਹਿਲਾਂ ਮੈਂ ਗੱਲ ਕੀਤੀ ਹੈ ਸ਼ਹੀਦ ਹੋਣ ਦਾ ਚਾਅ ਚੜਿਆ ਪਿਆ, ਸਿਰ ਧਰ ਦੀ ਬਾਜੀ ਲੱਗੀ ਸੀ। ਇੱਕ ਨਹੀਂ ਮਤਲਬ ਕੋਈ ਦਰਜਨਾਂ ਨਹੀਂ, ਕੋਈ ਸੈਂਕੜੇ ਨਹੀਂ, ਹਜ਼ਾਰਾਂ ਦੀ ਗਿਣਤੀ। ਉਦੋਂ ਕੋਈ ਬੰਦਾ ਉੱਠ ਕੇ ਵੀ ਇਹਨਾਂ ਤੋਂ ਮੈਂ ਕੀ ਲੈਣਾ, ਮੇਰੇ ਕੋਲ ਬਥੇਰਾ ਦਿਮਾਗ ਹੈ ਤੇ ਮੈਂ ਇਦੋਂ ਵਧੀਆ ਰਾਜ ਭਾਗ ਕਾਇਮ ਕਰਕੇ ਦੱਸਦਾ। ਇਹ ਕਿਤੇ ਵੀ ਨਹੀਂ ਚੱਲੂ, ਨਾ ਚੱਲਿਆ ਇਤਿਹਾਸ 'ਚ, ਨਾ ਇਹ ਚੱਲੂ। ਹਰਮਿੰਦਰ ਸੰਧੂ ਨਾ ਹੁੰਦਾ, ਕੋਈ ਹੋਰ ਹੁੰਦਾ, ਕੋਈ ਹੁੰਦਾ, ਇਹ ਕਤਲ ਹੋਣਾ ਹੀ ਸੀ।
ਆਹ ਹੈ ਮਤਲਬ ਜਿਹੜੀ ਗੱਲ ਸਮਝੀ, ਇਹ ਕਤਲ ਅਟਲ ਸੀ, ਇਹ ਹੋਣਾ ਹੀ ਹੋਣਾ ਸੀ। ਤੁਸੀਂ ਛੱਡੋ ਪਰੇ ਏਜੰਸੀਆਂ ਦਾ ਸੀਕ ਨਹੀਂ। ਮੇਰੇ ਮੁਤਾਬਕ ਇਹ ਹੈ ਵੀ ਉਹਨੇ ਖਾੜਕੂ ਧਿਰ ਦੇ ਤੋਂ ਚੋਰੀ ਤੇ ਉਹਦੇ ਪੈਰਲਲ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਇਹ ਕੋਈ ਵੀ ਧਿਰ, ਹੁਣ ਤੁਸੀਂ ਉਹ ਸਮਾਂ ਦੇਖੋ, ਉਹ ਸਮਾਂ ਕੀ ਸੀ। ਮੈਂ ਤੁਹਾਨੂੰ ਮੋਟੇ ਜਿਹੇ ਅੰਕੜੇ ਦੱਸਦਾ, ਉਦੋਂ ਲਹਿਰ ਕਿੱਥੇ ਪਹੁੰਚੀ ਹੋਈ ਸੀ। 1988 ਦੇ ਵਿੱਚ ਸਾਰੇ ਸਾਲ 'ਚ ਜਿਹੜੀ ਸਰਕਾਰ ਨੇ ਅੰਕੜੇ ਜਾਰੀ ਕੀਤੇ ਹੈ, 373 ਖਾੜਕੂ ਸ਼ਹੀਦ ਹੋਏ ਸਾਰੇ ਸਾਲ 'ਚ, ਜੋ ਸਰਕਾਰੀ ਅੰਕੜੇ ਹੈ। ਤੇ ਪੁਲਿਸ ਵਾਲੇ ਮਰੇ ਸੀ 110, ਖਾੜਕੂ 373, ਪੁਲਿਸ ਵਾਲੇ 110। ਇਹ 88 ਦੀ ਗੱਲ ਹੈ। ਤੁਸੀਂ 99 ਤੇ ਆ ਜਾਓ, ਜੁਝਾਰੂ ਸ਼ਹੀਦ ਹੋਇਆ 703 ਤੇ ਪੁਲਿਸ ਵਾਲੇ 201, 100% ਵੱਧ ਗਿਆ ਇੱਕੋ ਸਾਲ 'ਚ। ਫਿਰ ਤੁਸੀਂ 90 ਤੇ ਆ ਜਾਓ, 90 'ਚ ਜੁਝਾਰੂ ਸ਼ਹੀਦ ਹੋਏ 1320 ਤੇ ਪੁਲਿਸ ਵਾਲੇ ਮਾਰੇ ਗਏ 476, ਫਿਰ 100% ਵੱਧ ਜੀ। ਇੱਕ ਸਾਲ 'ਚ 100 ਲਹਿਰ ਵੱਧ ਕਿਵੇਂ ਰਹੀ ਹੈ। ਸ਼ਹੀਦ ਹੋਣ ਨਾਲ ਫਰਕ ਨਹੀਂ ਪੈ ਰਿਹਾ ਕੋਈ, ਹੋਰ ਵੱਧ ਆ ਰਹੇ ਨੇ। ਇਹ 90 ਦੀ ਗੱਲ ਹੈ। 91 ਦੇ ਵਿੱਚ ਜੇ 90 'ਚ 1320 ਸਿੰਘ ਸ਼ਹੀਦ ਹੋਏ ਤਾਂ ਸਰਕਾਰੀ ਅੰਕੜਿਆਂ ਮੁਤਾਬਕ 1991 'ਚ 2177 ਤੇ ਪੁਲਿਸ ਵਾਲੇ 497। ਇਹ 91 ਤੱਕ ਸੀ। ਚਲੋ 91 'ਚ ਆ ਕੇ ਇੱਕ ਫੇਰ ਮੋੜ ਕੱਟੀ ਗੱਲ, ਉਹਦੇ 'ਚ 2-3 ਗੱਲਾਂ ਵਾਪਰੀਆਂ। ਲਹਿਰ ਦਾ ਨੁਕਸਾਨ ਹੋਣਾ ਸ਼ੁਰੂ ਹੋਇਆ, ਉਹਦੇ ਆਪਾਂ ਰੀਜਨ ਨਹੀਂ ਜਾਣਦੇ। ਵੱਡੀ ਗੱਲ ਇਹ ਸੀ ਵੀ ਪੁਲਿਸ ਨੇ ਇੰਨੇ ਸਾਲਾਂ 'ਚ ਇੱਕ ਤਜਰਬਾ ਸਟੇਟ ਨੇ ਗ੍ਰਹਿਣ ਕਰ ਲਿਆ ਸੀ। ਉਹਨਾਂ ਨੇ ਆਪਦੀ ਜਿਹੜੀ ਫੋਰਸ ਹੈ, ਪੰਜਾਬ ਪੁਲਿਸ ਦੀ ਜਗ੍ਹਾ CRP ਤੇ ਟੇਕ, ਤੇ ਉਹਨਾਂ ਨੇ ਇਕਵਿਪਮੈਂਟ ਪੱਖੋਂ, ਟੈਕਨੋਲੋਜੀ ਪੱਖੋਂ, ਮਤਲਬ ਐਨ ਦੁਨੀਆ ਦੀਆਂ ਜਿਵੇਂ ਕੋਈ ਮਾਡਰਨ ਪੁਲਿਸ ਹੁੰਦੀ ਹੈ ਉਹ ਲਿਆਂਦਾ। ਬੁਲਟ ਪ੍ਰੂਫ ਗੱਡੀਆਂ ਲਿਆਂਦੀਆਂ, ਨਾਈਟ ਵਿਜ਼ਨ ਟੈਲੀਸਕੋਪਸ ਲਿਆਂਦੀਆਂ, ਬੁਲਟ ਪ੍ਰੂਫ ਟਰੈਕਟਰ ਲਿਆਂਦੇ। ਹੁਣ ਸਿੰਘ ਰੜੇ ਮੈਦਾਨ ਮੋਰਚਾ ਬਣਾਇਆ, ਕਿਤੇ ਉੱਥੋਂ ਪੁਲਿਸ ਨਾਲ ਮੁਕਾਬਲਾ ਕਰ ਰਹੇ ਨੇ, ਤੁਸੀਂ ਉੱਥੇ ਬੁਲਟ ਪ੍ਰੂਫ ਲੈ ਕੇ ਟਰੈਕਟਰ ਲੈ ਕੇ ਜਾ ਚੜ੍ਹਦੇ ਹੋ, ਤੇ ਉਹ ਕੀ ਕਰਨਗੇ। ਸੋ ਉਸ ਸਾਲ ਦੇ ਵਿੱਚ ਫਿਰ 92 ਦੇ ਵਿੱਚ ਕੀ ਹੋਇਆ ਕਿ ਜੁਝਾਰੂ ਸ਼ਹੀਦ ਹੋ ਗਏ 2113 ਤੇ ਪੁਲਿਸ ਵਾਲੇ ਸਿਰਫ 252, ਉਹਨਾਂ ਦੀ ਉਹ ਗਿਣਤੀ ਘਟ ਗਈ। ਇਸ ਕਰਕੇ ਇੱਕ ਤਾਂ ਚਲੋ ਲਹਿਰ ਦੇ ਵਿੱਚ ਹੀ ਕੁਝ ਗੜਬੜਾਂ ਹੋ ਗਈਆਂ, ਤੇ ਦੂਜੀ ਗੱਲ ਉਹਨਾਂ ਨੇ ਆਪਦੀ ਪੁਲਿਸ ਨੂੰ, ਆਪਣੀ ਹਥਿਆਰਬੰਦ ਤਾਕਤਾਂ ਨੂੰ ਹਰ ਪੱਖ ਤੋਂ, ਮਸ਼ੀਨਰੀ ਤੋਂ, ਹਰ ਪੱਖ ਤੋਂ ਉਹ ਬਹੁਤ ਮਜ਼ਬੂਤ ਕਰ ਲਿਆ। ਹੁਣ ਤੁਸੀਂ ਇਹ ਦੇਖੋ, ਮਤਲਬ ਵੀ ਜਦੋਂ ਲਹਿਰ ਇਹਦਾ 90 'ਚ ਕਤਲ ਹੋ ਗਿਆ ਹਰਮੰਦਰ ਸੰਧੂ ਦਾ, ਉਦੋਂ ਤਾਂ ਲਹਿਰ ਚੜੀ ਜਾ ਰਹੀ ਹੈ। ਮੈਂ ਤੁਹਾਨੂੰ, ਮੇਰੇ ਕੋਲ ਇੱਥੇ ਮੈਂ ਲੈ ਕੇ ਨਹੀਂ ਆਇਆ, ਅਡਵਾਨੀ ਦਾ ਬਿਆਨ ਦਿਖਾਉਣਾ। ਉਹ ਪਿੱਟਿਆ, ਕਹਿੰਦਾ ਪਿੰਡਾਂ ਦੇ ਵਿੱਚ ਖਾਲਿਸਤਾਨ ਬਣ ਚੁੱਕਿਆ ਪੰਜਾਬ 'ਚ। ਇਹ ਸਾਰੇ ਮੰਨ ਗਏ ਸੀ। ਹਾਲਤ ਤਾਂ ਇਹ ਪਈ ਹੈ ਕਿ ਜਿੱਤ ਬਲ ਨੂੰ ਵੱਧ ਰਹੇ ਆ। ਇਹ ਅੱਜ ਲੋਕਾਂ ਨੂੰ ਨਹੀਂ ਪਤਾ, ਜਿਹੜੇ ਬੰਦੇ ਉਸ ਵਿੱਚ ਨਹੀਂ ਦਿਖੇ। ਇਹ ਗੱਲ ਐਨ ਜਿੱਤ ਦੇ ਕੰਢੇ ਤੋਂ ਮੁੜੀ ਆ ਲਹਿਰ। ਤੇ ਹਾਰਨ ਦਾ ਕਾਰਨ ਕੋਈ ਇਕੱਲੇ ਅੰਦਰੂਨੀ ਨਹੀਂ ਸਾਡੇ, ਵੀ ਅੰਦਰ ਆ ਹੋ ਗਿਆ, ਜੇ ਹੋ ਗਿਆ, ਉਹ ਹੋ ਗਿਆ, ਨੀਤੀਆਂ ਗਲਤ ਹੋ ਗਈਆਂ, ਇਹ ਇਕੱਲੇ ਕਾਰਨ ਨਹੀਂ ਬਣੇ। ਜਦੋਂ ਵੀ ਕੋਈ ਵੱਖਰਾ ਦੇਸ਼ ਬਣਦਾ, ਇੱਕ ਟੁੱਟ ਕੇ ਦੇਸ਼, ਉਹ ਤੁਸੀਂ ਮੈਨੂੰ ਦੱਸੋ ਦੁਨੀਆ 'ਚ ਕਦੋਂ ਬਣਿਆ ਹੋਵੇ ਜਿਹਦੇ 'ਚ ਕਿਸੇ ਬਾਹਰ ਇੱਕ ਮੰਤਰੀ ਤਾਕਤ ਨੇ ਆ ਕੇ ਦਖਲ ਨਾ ਦਿੱਤਾ ਹੋਵੇ। ਬੰਗਲਾਦੇਸ਼ ਬਣਿਆ, ਸੋਵੀਅਤ ਯੂਨੀਅਨ ਤੇ ਭਾਰਤ ਨੇ ਪੂਰੀ ਆਪਦੀ ਮਿਲਟਰੀ ਤਾਕਤ ਝੋਕਤੀ ਸੀ। ਐਵੇਂ ਕਹੀ ਜਾਂਦੇ ਉੱਥੇ ਮੁਕਤੀ ਬਾਣੀ ਕਿਹੜੀ ਸੀ? ਜਨਰਲ ਸਵੇਗ ਸਿੰਘ ਦੀ ਅਗਵਾਈ ਹੇਠ ਭਾਰਤੀ ਫੌਜ ਸੀ, ਮੁਕਤੀ ਬਾਣੀ ਦੇ ਭੇਸ 'ਚ ਲੜ ਰਹੀ। ਉਹ ਦੇਸ਼ ਬਣ ਗਿਆ ਨਾ। ਫਿਰ ਤੁਸੀਂ ਇੰਡੋਨੇਸ਼ੀਆ 'ਚ ਦੇਖੋ, ਤੈਮੂਰ ਬਣਿਆ। ਹੋਰ ਜਿਹੜਾ ਮਰਜ਼ੀ ਦੇਸ਼ ਦੇਖ ਲਓ, ਜਿੰਨਾ ਚਿਰ ਕਿਸੇ ਕੌਮਾਂਤਰੀ ਤਾਕਤ ਦੀ ਤੁਹਾਨੂੰ ਹਮਾਇਤ ਨਹੀਂ ਨਾ, ਸਿੱਖਾਂ ਨੂੰ ਜਿਹੜੀ ਗੱਲ ਦੀ ਇਹ ਕਹਿ ਲਓ ਵੀ ਸਮਾਂ ਨਾਲ ਨਹੀਂ ਸੀ, ਉਸ ਮੌਕੇ ਕੁਛ ਹਾਲਾਤ ਕੌਮਾਂਤਰੀ ਇਹੋ ਜਿਹੇ ਬਣੇ। ਅਫਗਾਨਿਸਤਾਨ ਭੱਜ ਗਿਆ, ਅਮਰੀਕਾ ਤੇ ਪਾਕਿਸਤਾਨ, ਉਹਨਾਂ ਬਾਅਦ ਦੀ ਪ੍ਰਾਇਓਰਟੀ ਸਾਰੀ ਅਫਗਾਨਿਸਤਾਨ ਤੇ ਸੀ। ਸਿੱਖ ਉਹਨਾਂ ਦੀ ਪ੍ਰਾਇਓਰਟੀ ਉਦੋਂ ਨਹੀਂ ਰਹੇ ਸੀ। ਇੱਥੇ ਤਾਂ ਇਹ ਸੀ ਵੀ ਚੱਲ ਮੱਠੀ ਜੀ ਚੱਲਦੀ ਰਹੇ, ਕਿਤੇ ਬਿਲਕੁਲ ਖਤਮ ਨਾ ਹੋ ਜੇ। ਤੇ ਜੇ ਚਾਹੁੰਦੇ, ਜੇ ਬਾਹਰੀ ਤਾਕਤਾਂ ਚਾਹੁੰਦੀਆਂ, ਕਿਉਂਕਿ ਮੁਲਕਾਂ ਹੀ ਬਣਦੇ, ਤੇ ਇਹ ਤਾਂ ਗੱਲ ਤਾਂ ਬਣੀ ਪਈ ਸੀ।
ਵੱਡੇ ਹਥਿਆਰ ਮਿਲ ਜਾਂਦੇ ਉਦੋਂ ਜੁਝਾਰੂਆਂ ਨੂੰ ਰੜੇ, ਹਾਲਾਂਕਿ ਮੈਦਾਨੀ ਇਲਾਕਾ ਸਭ ਕੁਝ ਹੈ, ਮਤਲਬ ਦਿਨ ਨੂੰ ਤਾਂ ਸਾਰੇ ਥਾਵਾਂ ਤੇ ਗੌਰਮੈਂਟ ਫੇਲ ਸੀ। ਸੋ ਉਸ ਮੌਕੇ ਫਿਰ ਉਹਨਾਂ ਨੇ ਇੱਕ ਜ਼ਬਰ ਦੀ ਮੁਹਿੰਮ ਚਲਾਈ 90 ਜਦੋਂ ਦੇਖਿਆ ਨਾ ਸਿਖਰ ਤੋਂ। ਫਿਰ ਉਹਨਾਂ ਨੇ ਜਿੱਥੇ ਆਪਾਂ ਕਹਿੰਦੇ ਆ ਵੀ 1320 ਖਾੜਕੂ ਉਸ ਸਾਲ ਮਰੇ, 2177 ਇਹ ਸਰਕਾਰੀ ਅੰਕੜੇ ਆ, ਜਿੰਨੇ ਡਿਸਅਪੀਅਰ ਕੀਤੇ, ਲਾਪਤਾ ਕੀਤੇ, ਪਰਿਵਾਰ ਖਪਤ ਕਰਤੇ, ਉਹ ਤਾਂ ਉਹਨਾਂ ਨੇ ਦੱਸਿਆ ਹੀ ਨਹੀਂ। ਤੇ ਉਸ ਮੌਕੇ ਜਿਹੜਾ ਤੁਸੀਂ ਕਹਿੰਦੇ ਹੋ ਰੌਸ਼ਨ ਦਿਮਾਗ ਸੀ ਹਰਮਿੰਦਰ ਸੰਧੂ, ਉਹ ਇਹ ਪਲਾਨ ਲੈ ਕੇ ਆ ਰਿਹਾ ਕਿ ਪਿੰਡਾਂ ਦੇ ਵਿੱਚ ਅਸੀਂ ਨੌਜਵਾਨ ਜਿਹੜੀਆਂ ਖਾਲਸਾ ਪੰਚਾਇਤਾਂ ਬਣਾਉਣੀਆਂ, ਖੁੱਲੀਆਂ ਬਣਾਉਣੀਆਂ ਨਾ, ਖੁੱਲੀਆਂ, ਦੁਸ਼ਮਣ ਦੀਆਂ ਨਜ਼ਰਾਂ ਦੇ ਸਾਹਮਣੇ। ਉਹ ਜਿੱਥੇ ਉਹ ਤਾਂ ਯਾਰ ਮਾਵਾਂ ਨੂੰ ਨਹੀਂ ਛੱਡ ਰਹੇ, ਭੈਣਾਂ ਨੂੰ ਮਾਰ ਰਹੇ ਨੇ, ਹੈ ਨਾ, ਡੰਗਰ ਪਸ਼ੂ ਨੂੰ ਨਹੀਂ ਛੱਡ ਰਹੇ, ਘਰਾਂ ਦੇ ਘਰ ਇੰਨੀ ਕਹਿਰਬਾਨ ਹੋਈ ਸਟੇਟ, ਤੇ ਬੰਦਾ ਇਹ ਕਹੇ ਮੈਂ ਇੱਥੇ ਬੜੇ ਪੀਸਫੁਲੀ ਆਰਾਮ ਨਾਲ ਤੇ ਆਪਦਾ ਇੱਥੇ ਮੈਂ ਖਾਲਿਸਤਾਨ ਬਣਾ ਦੂੰਗਾ। ਇਹ ਰੌਸ਼ਨ ਦਿਮਾਗ ਹੈ। ਮੇਰੇ ਮੁਤਾਬਕ ਤਾਂ ਇਹ ਕਿਤੇ ਨਾ ਕਿਤੇ ਜਿਹੜੀ ਸਤਾ ਦੀ ਭੁੱਖ ਹੈ ਨਾ, ਉਹ ਉਹਨੇ ਕਰ ਦਿੰਦੀ ਹੈ। ਇਹ ਮੰਨਣਾ ਪਊ ਕਿਸੇ ਨੂੰ ਅੱਜ ਕੌੜੀ ਲੱਗੇ, ਇਹ ਮੁੱਢ ਤੋਂ ਕਿਤੇ ਅੰਦਰ ਪਈ ਸੀ। ਤੁਸੀਂ ਉਹਦੇ ਸਾਰੇ ਸਾਥੀ, ਉਹ ਕਹਿੰਦੇ ਨਾ ਬੰਦਾ ਆਪਦੇ ਸਾਥੀਆਂ ਤੋਂ ਵੀ ਪਛਾਣਿਆ ਜਾਂਦਾ, ਉਹਦੇ ਸਾਥੀ ਕਿਹੋ ਜਿਹੇ। ਚਲੋ ਤਾਂ ਚਲਿਆ ਗਿਆ, ਪਿਛਲੇ ਸਾਰੇ ਸਾਥੀ ਤੂੰ ਕੱਢ ਲਾ, 9 ਗਿਣ, ਸਾਰੇ ਬਾਦਲ ਦੀ ਕੁੱਛੜ ਚ ਗਏ। ਇਮਾਨਦਾਰ ਨਾਲ ਕਿਉਂ ਨਾ ਆ ਗਏ? ਜੇ ਕੌਮ ਦੀ ਸੇਵਾ ਹੀ ਕਰਨੀ ਸੀ, ਜਨਤਕ ਫਰੰਟ ਤੇ ਕਰਨੀ ਸੀ, ਖੁੱਲੇ ਵਿਚਰ ਕੀ ਕਰਨੀ ਸੀ, ਤਾਂ ਇਮਾਨਦਾਰ ਸੀਗਾ, ਕਿਉਂਕਿ ਉੱਥੇ ਸਤਾ ਨਹੀਂ ਸੀ। ਜੇ ਦਿਸ ਜਾਂਦੀ ਕਿ ਅੱਜ ਮਾਨਦਲ ਤੋਂ ਸਤਾ ਆ ਜੂ, ਤਾਂ ਉਧਰ ਨੂੰ ਹੋ ਜਾਣਾ ਸੀ। ਸੋ ਇਹ ਗੱਲ ਕਿਸੇ ਨੂੰ ਕੌੜੀ ਲੱਗੇ ਭਾਵੇਂ ਖੁਸ਼ ਹੈ, ਇਹ ਜਿਹੜੀ ਹੈਗੀ ਹੈ ਨਾ, ਜਦੋਂ ਤ੍ਰਿਸ਼ਨਾ ਇਹ ਜਾਗਦੀ ਹੈ, ਤੇ ਜਦੋਂ ਬੰਦੇ ਆਪਦਾ ਆਹ ਕੁਛ ਕਰ ਰਹੇ ਹੋਣ, ਉਦੋਂ ਤੁਸੀਂ ਕਹੋ ਵੀ ਮੈਂ ਆਪਦੀ ਉਹ ਪੂਰੀ ਕਰ ਲਾਂ ਭੁੱਖ, ਇਹ ਕੋਈ ਵੀ ਅਲਾਓ ਨਹੀਂ ਕਰੂ, ਦੁਨੀਆ ਦੀ ਕੋਈ ਵੀ ਲਹਿਰ। ਇਹ ਕਤਲ ਤਾਂ ਹਰ ਜਗ੍ਹਾ ਹੋਏ ਤੇ ਹਰ ਜਗ੍ਹਾ ਹੋਣਗੇ। ਇਹ ਕਹਿ ਸਕਦੇ ਕਿ ਸਮੇਂ ਦੀ ਮੰਗ ਨੂੰ ਨਹੀਂ ਸਮਝ ਸਕਿਆ। ਨਹੀਂ, ਮੈਂ ਤੁਹਾਨੂੰ ਪਿਛਲੀ ਵਾਰ ਗੱਲ ਨਹੀਂ ਸੀ ਕੀਤੀ ਵੀ ਚੀਜ਼ਾਂ ਨੂੰ ਆਪਦੇ ਅਸਲੀ ਰੂਪ 'ਚ ਦੇਖਣ ਵਾਸਤੇ ਮਨ ਦੇ ਉੱਤੋਂ ਉਹ ਜਿਹੜੀ ਮੈਲ ਲੱਥਣੀ ਚਾਹੀਦੀ, ਜਿਹੜੀ ਭੁੱਖ ਆ ਉਹ ਮੈਲ ਚਾੜ ਦਿੰਦੀ ਆ ਬੰਦੇ ਨੂੰ। ਉਹ ਵੀ ਗੱਲ ਕਿਹੜੀ ਹੈ, ਮੇਰਾ ਕੀ ਕਰ ਲੈਣਗੇ, ਮੇਰੇ ਪਿੱਛੇ ਸਟੇਟ ਹੈ। ਮੈਂ ਨਹੀਂ ਕਹਿੰਦਾ ਵੀ ਉਹਨੂੰ ਐਂ ਥਾਪੜਾ ਦਿੱਤਾ ਹੋਵੇ, ਪਰ ਮੈਂ ਤੁਹਾਨੂੰ ਨਾ ਕੁਛ ਕੁ ਖਬਰਾਂ ਦੱਸਦਾ। ਟਾਈਮਜ਼ ਆਫ ਇੰਡੀਆ 'ਚ ਇੱਕ ਖਬਰ ਲੱਗੀ ਸੀ। ਚਲ ਖਬਰਾਂ ਵੀ ਆਪਾਂ ਬਾਅਦ 'ਚ ਕਰਾਂਗੇ, ਖਬਰਾਂ ਅਗਲਾ ਕਹਿੰਦਾ ਅਖਬਾਰ ਨੇ ਤੋੜ ਮਰੋੜ ਕੇ ਪੇਸ਼ ਕਰਤੀ। ਤੂੰ ਇਹ ਕਰ, ਜਿਹੜਾ ਇਹ ਕਹਿੰਦੇ ਨੇ ਨਾ ਕਿ ਹਰਮਿੰਦਰ ਸੰਧੂ ਦਾ ਕੱਦ ਹੀ ਐਡਾ ਸੀ, ਯੋਗਤਾ ਇੰਨੀ ਸੀ ਵੀ ਜਿਹੜੇ ਖਾੜਕੂ ਆਗੂ ਆ ਉਹਨਾਂ ਨੂੰ ਚਿੰਤਾ ਖੜੀ ਹੋ ਗਈ। ਦੁਸ਼ਮਣ ਧਿਰ ਵੀ ਲੋਹਾ ਮੰਨਦੀ ਸੀ ਕਹਿੰਦੇ ਇਹਨਾਂ ਦਾ। ਚੱਲ ਤੂੰ ਦੁਸ਼ਮਣ ਧਿਰ ਤਾਂ ਪਤਾ ਨਹੀਂ ਕਿਹੋ ਜਿਹਾ ਲੋਹਾ ਮੰਨਦੀ ਹੋ, ਜਿਹੜੇ ਸੁਨੇਹੇ ਭੇਜਦੇ ਨੇ ਭਾਈ, ਉਹਨੂੰ ਸਲਾਹਾਂ ਹੀ ਦਿੰਦੇ ਨੇ ਨਾ, ਮੱਤਾਂ ਹੀ ਦੇ ਰਹੇ ਨਾ ਵੀ ਐਂ ਨਹੀਂ ਯਾਰ ਐਂ ਕਰ, ਦੂਜਿਆਂ ਨੂੰ ਗੋਲੀਆਂ ਮਾਰ ਰਹੇ ਨੇ, ਇਹਨੂੰ ਸਲਾਹਾਂ ਭੇਜਦੇ ਰਹੇ। ਇਹ ਤਾਂ ਮੈਂ ਫਿਰ ਉਹੀ ਗੱਲ, ਜਿਹੜਾ ਮੈਂ ਤੈਨੂੰ ਫਿਰ ਵੀ ਗੱਲ ਵੀ ਜਦੋਂ ਤੁਸੀਂ ਕਿਸੇ ਨੂੰ ਸ਼ੁੱਧ ਰੂਪ 'ਚ ਦੇਖਣਾ ਚੀਜ਼ ਨੂੰ, ਅਸਲੀ ਰੂਪ 'ਚ, ਉਹਦੇ ਵਾਸਤੇ ਮਨ ਤੋਂ ਉਹ ਮੈਲ ਲੱਥਣੀ। ਹੁਣ ਤੇਰੀ ਮੇਰੇ 'ਚ ਸ਼ਰਧਾ ਹੋਵੇ ਬਹੁਤ, ਤੈਨੂੰ ਮੈਂ ਐਡਾ ਵੱਡਾ ਮੇਰੀ ਹਰ ਕਮਜ਼ੋਰੀ ਕੋਈ ਨਹੀਂ ਦਿਸਣੀ, ਐਂ ਲੱਗੂ ਵੀ ਯਾਰ ਇਹਦੇ ਵਰਗਾ ਵਿਦਵਾਨ ਕੋਈ ਨਹੀਂ, ਇਹਦੇ ਵਰਗਾ ਦੇਵਤਾ ਕੋਈ ਨਹੀਂ, ਇਹਦੇ ਵਰਗਾ ਬੰਦਾ ਕੋਈ ਨਹੀਂ, ਇਹ ਤੋਂ ਸਟੇਟ ਥਰ ਕੰਬਦੀ ਹੈ, ਇਹ ਤੋਂ ਉਹ ਹੈ। ਇਹ ਆ ਮਨੁੱਖੀ ਕਮਜ਼ੋਰੀ ਹੈ। ਮੈਂ ਪਿਛਲੀ ਵਾਰ ਉਦਾਹਰਨ ਦਿੱਤੀ ਸੀ ਵੀ ਆਪਦੀ ਔਲਾਦ ਬੰਦੇ ਨੂੰ ਕਿਵੇਂ ਦਿਖਦੀ। ਨੌਜਵਾਨ ਉਮਰ ਦੇ ਵਿੱਚ ਪਿਆਰ ਪੈਂਦਾ ਨਾ ਮੁੰਡੇ ਕੁੜੀ ਦਾ, ਉਹ ਜਿਹੜੀ ਪ੍ਰੇਮਕਾ ਹੁੰਦੀ ਹੈ ਉਹ ਕਿਵੇਂ ਦਿਸ ਰਹੀ ਹੁੰਦੀ ਹੈ ਵੀ ਇਦੋਂ ਹੁਸੀਨ ਔਰਤ ਦੁਨੀਆ ਤੇ ਕੋਈ ਹੋਣੀ ਨਹੀਂ, ਉਦੋਂ ਐਂ ਹੀ ਲੱਗਣਾ। ਪਰ ਇਹ ਸੱਚਾਈ ਹੁੰਦੀ ਹੈ, ਇਹ ਮਨ ਦਾ ਉਲਾਰਪਣ ਹੈ। ਸੋ ਜਿਹੜੇ ਬੰਦਿਆਂ ਨੂੰ ਉਹਦੇ 'ਚ ਸ਼ਰਧਾ ਹੈ, ਉਹਦੇ ਨਾਲ ਪਿਆਰ ਹੈ, ਹਰਮਿੰਦਰ ਸੰਧੂ ਨੂੰ, ਇਹ ਉਹਨਾਂ ਦੀਆਂ ਧਾਰਨਾਵਾਂ ਰੱਖਣ, ਕੋਈ ਗੱਲ ਨਹੀਂ, ਦੂਜੇ ਨਹੀਂ ਨਾ ਮੰਨਣਗੇ। ਤੁਸੀਂ ਨੰਗੀ ਅੱਖ ਨਾ ਦੇਖੋ। ਮੈਂ ਤਾਂ ਇਹੀ ਕਹਿਣਾ ਵੀ ਯਾਰ ਕਿੰਨਾ ਕੁ ਰੌਸ਼ਨ ਦਿਮਾਗ ਜਿਹਨੂੰ ਇੰਨੀ ਗੱਲ ਨਾ ਪਤਾ ਲੱਗ ਸਕੀ ਵੀ ਪੰਜਾਬ 'ਚ ਵਾਪਰ ਕੀ ਰਿਹਾ ਹੈ ਤੇ ਮੈਂ ਕੀ ਕਰਨ ਜਾ ਰਿਹਾ। ਠੀਕ ਹੈ, ਹੁਣ ਜਿਹੜਾ ਇਹ ਹੈ ਵੀ ਖਾੜਕੂਆਂ ਨੂੰ ਖਤਰਾ ਖੜਾ ਹੋ ਗਿਆ ਸੀ ਵੀ ਇਹ ਤਾਂ ਸਾਡੀਆਂ ਪੋਜੀਸ਼ਨਾਂ ਖਤਰੇ 'ਚ ਪੈ ਗਈਆਂ, ਉਹਨਾਂ ਨੇ ਸੀਐਮ ਬਣਨਾ ਸੀ। ਇਹ ਤਾਂ ਬਹੁਤ ਹੀ ਘਟੀਆ ਗੱਲ ਕਰ ਰਹੇ ਨੇ। ਉਹ ਬੰਦੇ ਮਰਨ ਵਾਸਤੇ ਨਿਕਲੇ ਨੇ, ਇਹਨਾਂ ਨੂੰ ਪੋਜੀਸ਼ਨਾਂ ਦੀ ਪਈ ਆ ਵੀ ਸਾਨੂੰ ਉੱਥੇ ਤਾਂ ਇਹ ਸੀ ਵੀ ਤੂੰ ਅੱਗੇ ਆ ਕੇ ਦੱਸੋ ਕਿਹੜਾ ਸ਼ਹੀਦ ਹੁੰਦਾ।
ਹੁਣ ਜੇ ਪਰਮਜੀਤ ਸਿੰਘ ਪੰਜਵੜ ਦੇ ਗਰੁੱਪ ਨੇ ਮਾਰਿਆ। ਜੀ, ਉਹ ਗੱਲ ਇਹੀ ਆਉਂਦੀ ਹੈ, ਕਹਿੰਦੇ ਪੰਜਵੜ ਨੇ ਕੀ ਕਰਿਆ, ਉਹਦੀ ਕਹਿੰਦੇ ਉਹਨਾਂ ਦੀ ਘਰ ਵਾਲੀ ਜਦੋਂ ਸਿੱਧੀ ਉਹਦਾ ਪਾਸਪੋਰਟ ਜੇਲ੍ਹ ਦੇ ਵਿੱਚ ਬਣਦਾ ਸਿੱਧਾ ਲਾਹੌਰ ਭੇਜਦੀ ਹੈ ਵੀ ਉਹ ਵੀ ਏਜੰਸੀਆਂ ਦਾ ਬੰਦਾ। ਇਹ ਵੀ ਅਕਾਲ ਚੈਨਲ ਤੇ ਹੀ ਗੱਲ ਇਹ ਕੀ ਬਾਅਦ ਦੀਆਂ ਗੱਲਾਂ। ਜੀ ਜੀ ਜੀ। ਪੰਜਵੜ ਦੇ ਘਰ ਨਾਲ ਕੀ ਹੋਇਆ ਆ ਕੁਛ ਪੜ੍ਹ ਕੇ, ਇੱਕ ਪੇਜ ਹੈ, ਇਹ ਜਸਵੰਤ ਸਿੰਘ ਖਾਲੜਾ ਦੀ ਤਿਆਰ ਕੀਤੀ ਰਿਪੋਰਟ ਹੈ ਜਿਉਂਦੇ ਜੀ। ਉਦੋਂ ਇਹ 'ਤੇ ਕੇਸ, ਇਸ ਆਧਾਰ ਤੇ ਕੇਸ ਚੱਲਿਆ। ਉਹ ਕੇਸ ਚੱਲ ਰਿਹਾ ਹੈ, ਅੱਜ ਵੀ ਚੱਲ ਰਿਹਾ CBI ਦੀ ਕੋਰਟ 'ਚ। ਤੂੰ ਐਂ ਕਰ, ਤੂੰ ਆਹ ਪੇਜ ਪੜ੍ਹ ਕੇ ਨਾ ਇੱਕ ਵਾਰ, ਜਿਹੜਾ ਕਹਿਣਾ ਵੀ ਪੰਜਵੜ ਨੂੰ ਖਤਰਾ ਖੜਾ ਹੋ ਗਿਆ ਸੀ ਜੀ, ਪੰਜਵੜ ਦਾ ਕੀ ਕੁਛ ਹੋ ਰਿਹਾ ਸੀ ਤੇ ਹਰਮੰਦਰ ਸੰਧੂ ਦਾ ਕੀ, ਉਹ ਤੈਨੂੰ ਹਰਮੰਦਰ ਸੰਧੂ ਦੇ ਘਰ ਦੀ ਮੈਂ ਤੈਨੂੰ ਬਾਅਦ ਚ ਦਿੰਦਾ, ਉਹ ਵੀ ਪੜ੍ਹ ਕੇ ਸੁਣਾ ਦੀ। ਇਹ ਤੈਨੂੰ ਮੈਂ ਪੰਜਵੜ ਦੇ ਘਰ ਦੀ ਸੁਣਾ, ਇੱਥੋਂ ਸ਼ੁਰੂ ਕਰ ਲੈ। ਪਰਮਜੀਤ ਸਿੰਘ ਪੰਜਵੜ ਦੀ ਮਾਤਾ ਮਹਿੰਦਰ ਕੌਰ ਨੂੰ ਝਬਾਲ ਥਾਣੇ ਦੀ ਪੁਲਿਸ ਨੇ 20 ਨਵੰਬਰ 1992 ਨੂੰ ਘਰੇ ਚੱਕ ਲਿਆ ਸੀ। ਉਸ ਨੂੰ 4-5 ਦਿਨ ਦਾ ਤਾਂ ਝਬਾਲ ਥਾਣੇ ਵਿੱਚ ਰੱਖਿਆ ਤੇ ਫਿਰ ਮਾਨੋਚਲ ਪਿੰਡ ਦੀ ਪੁਲਿਸ ਚੌਂਕੀ ਵਿੱਚ ਭੇਜ ਦਿੱਤਾ। ਉਸ ਵੇਲੇ ਚੌਂਕੀ ਦਾ ਇੰਚਾਰਜ ਰਾਜਕੁਮਾਰ ਸੀ, ਜਿਹੜਾ ਖਾੜਕੂ ਸਿੰਘਾਂ ਦੇ ਪਰਿਵਾਰਾਂ ਉੱਤੇ ਅੰਨਾ ਤਸ਼ੱਦਦ ਕਰਨ ਵਿੱਚ ਮੋਹਰੀ ਸੀ। ਹਫ਼ਤੇ ਕੁ ਬਾਅਦ ਪੁਲਿਸ ਨੇ ਪਰਮਜੀਤ ਸਿੰਘ ਪੰਜਵੜ ਦੀ ਭਰਜਾਈ ਸੁਖਜਿੰਦਰ ਕੌਰ ਤੇ ਉਸਦੇ ਮਾਤਾ-ਪਿਤਾ ਪਿੰਡ ਰਾਣੀਆਂ ਥਾਣਾ ਧਾਰੀਵਾਲ ਨੂੰ ਫੜ ਕੇ ਝਬਾਲ ਥਾਣੇ ਵਿੱਚ ਬੰਦ ਕਰ ਦਿੱਤਾ, ਜਿੱਥੋਂ ਸੁਖਜਿੰਦਰ ਕੌਰ ਦੇ ਮਾਤਾ-ਪਿਤਾ ਨੂੰ ਤਾਂ 15 ਦਿਨ ਪਿੱਛੋਂ ਰਿਹਾ ਕਰ ਦਿੱਤਾ, ਪਰ ਉਸ ਨੂੰ 22 ਦਿਨ ਹਿਰਾਸਤ ਵਿੱਚ ਰੱਖਿਆ। ਉਸ ਤੋਂ 20 ਕੁ ਦਿਨ ਬਾਅਦ ਪਰਮਜੀਤ ਸਿੰਘ ਪੰਜਵੜ ਦੇ ਦਾਦੇ ਸਰਦਾਰ ਅਰਜਨ ਸਿੰਘ ਨੂੰ ਫੜ ਕੇ ਉਸ ਉੱਤੇ ਇੰਨਾ ਤਸ਼ੱਦਦ ਕੀਤਾ ਕਿ ਉਸ ਦਾ ਮੋਢਾ ਉਤਰ ਗਿਆ, ਜਿਸ ਦਾ ਕੋਈ ਇਲਾਜ ਨਾ ਕਰਾਇਆ ਗਿਆ। 26 ਨਵੰਬਰ ਨੂੰ ਪਰਮਜੀਤ ਸਿੰਘ ਦੇ ਭਰਾ ਅਮਰਜੀਤ ਸਿੰਘ, ਜਿਹੜਾ ਅੰਮ੍ਰਿਤਸਰ ਕੇਂਦਰੀ ਸਹਿਕਾਰੀ ਬੈਂਕ ਵਿੱਚ ਨੌਕਰੀ ਕਰਦਾ ਸੀ, ਨੂੰ ਵੀ ਚੁੱਕ ਕੇ ਥਾਣੇ ਵਿੱਚ ਬੰਦ ਕਰ ਦਿੱਤਾ ਸੀ। ਉਸ ਨੂੰ 10 ਮਹੀਨਿਆਂ ਪਿੱਛੋਂ ਜਾ ਕੇ 30 ਸਤੰਬਰ 1993 ਨੂੰ ਛੱਡਿਆ ਗਿਆ ਸੀ। ਨਵੰਬਰ ਵਿੱਚ ਹੀ ਪਰਮਜੀਤ ਸਿੰਘ ਦੀ ਭੂਆ ਕੈਲਾਸ਼ ਕੌਰ, ਜੋ ਪਿੰਡ ਠਰੂ ਵਿਆਹੀ ਹੋਈ ਸੀ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਨੂੰ 4 ਮਹੀਨੇ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਤੋਂ ਪਿੱਛੋਂ ਛੱਡਿਆ। ਪਰਮਜੀਤ ਸਿੰਘ ਦੇ ਇੱਕ ਹੋਰ ਭਰਾ ਫੌਜੀ ਬਲਦੇਵ ਸਿੰਘ ਨੂੰ ਵੀ ਗ੍ਰਿਫਤਾਰ ਕਰਕੇ 4 ਮਹੀਨੇ ਹਿਰਾਸਤ ਵਿੱਚ ਰੱਖਿਆ ਗਿਆ ਸੀ। ਪਰਮਜੀਤ ਸਿੰਘ ਦੇ ਇੱਕ ਹੋਰ ਭਰਾ ਸਰਬਜੀਤ ਸਿੰਘ ਦੇ ਸਹੁਰੇ ਨੂੰ ਵੀ ਫੜ ਕੇ ਝਬਾਲ ਥਾਣੇ ਵਿੱਚ ਰੱਖਿਆ। ਨੌਸ਼ਹਿਰੇ ਢਾਲੇ ਤੋਂ ਪਰਮਜੀਤ ਸਿੰਘ ਦੇ ਮਾਮੇ ਤੇ ਉਸਦੇ 2 ਨੌਜਵਾਨ ਮੁੰਡਿਆਂ ਭੋਲਾ ਤੇ ਬਿੱਟੂ ਨੂੰ ਵੀ ਫੜ ਕੇ ਥਾਣੇ ਵਿੱਚ ਰੱਖਿਆ ਗਿਆ ਸੀ। ਭਾਈ ਜਸਵੰਤ ਸਿੰਘ ਖਾਲੜਾ ਤੇ ਉਸਦੇ ਸਾਥੀ ਗੁਰਭੇਜ ਸਿੰਘ ਪਲਾਸੌਰ ਨੇ ਜਸਟਿਸ ਅਜੀਤ ਸਿੰਘ ਬੈਂਸ ਤੱਕ ਪਹੁੰਚ ਕੀਤੀ ਅਤੇ ਜਸਟਿਸ ਬੈਂਸ ਨੇ ਅਪ੍ਰੈਲ 1993 ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਪਾ ਦਿੱਤੀ, ਜਿਸ ਤੇ ਅਮਲ ਕਰਦਿਆਂ ਹਾਈ ਕੋਰਟ ਦੇ ਜੱਜ HS ਬੇਦੀ ਨੇ CBI ਨੂੰ ਮਾਮਲੇ ਦੀ ਜਾਂਚ ਕਰਨ ਦਾ ਜ਼ਿੰਮਾ ਸੌਂਪ ਦਿੱਤਾ ਸੀ। ਇਸ ਤੋਂ ਚਿੜ ਕੇ ਤਰਨਤਾਰਨ ਦੇ DSP ਅਸ਼ੋਕ ਕੁਮਾਰ, ਝਬਾਲ ਥਾਣੇ ਦੇ SHO ਜਗਦੀਪ ਸਿੰਘ ਤੇ ਮਾਨੋਚਲ ਥਾਣੇ ਦੇ SHO ਨੇ ਪਰਮਜੀਤ ਸਿੰਘ ਦੇ ਛੋਟੇ ਭਰਾ ਰਾਜਵਿੰਦਰ ਸਿੰਘ ਰਾਜੂ ਨੂੰ ਘਰੋਂ ਅਗਵਾ ਕਰ ਲਿਆ, ਜਿਸ ਦੀ ਅਜੇ ਤੱਕ ਵੀ ਕੋਈ ਉਗ ਸੁਗ ਨਹੀਂ ਮਿਲੀ। CBI ਦੇ ਜਾਂਚ ਅਧਿਕਾਰੀ ਤੇ ਪਰਮਜੀਤ ਸਿੰਘ ਦੇ ਦਾਦੇ ਸਰਦਾਰ ਅਰਜਨ ਸਿੰਘ ਨੂੰ ਸ਼ਰੇਆਮ ਕਹਿ ਦਿੱਤਾ ਸੀ ਕਿ ਪਟੀਸ਼ਨੋं का रास्ता छोड़कर अपने बच्चे संभालो। पुलिस ने भी सरदार अर्जन सिंह ਨੂੰ ਸੁਨੇਹੇ ਭੇਜੇ ਕਿ ਪਟੀਸ਼ਨ ਵਾਪਸ ਕਰਾਓ, ਨਹੀਂ ਤਾਂ ਰਾਜੂ ਵੀ ਲਾਪਤਾ ਕਰ ਦੇਵਾਂਗੇ। ਬਾਅਦ ਵਿੱਚ ਜਾ ਕੇ ਇਹ ਸਾਬਤ ਹੋ ਗਿਆ ਕਿ ਪੁਲਿਸ ਦੀ ਇਹ ਧਮਕੀ ਫੋਕੀ ਨਹੀਂ ਸੀ। ਮਾਤਾ ਮਹਿੰਦਰ ਕੌਰ ਪੁਲਿਸ ਦੇ ਤਸੀਹਾਂ ਕਰਕੇ ਅਕਤੂਬਰ 1993 ਵਿੱਚ ਮਾਨੋਚਲ ਦੀ ਚੌਂਕੀ ਵਿੱਚ ਚਲਾਣਾ ਕਰ ਗਈ ਸੀ। ਪੁਲਿਸ 11 ਮਹੀਨੇ ਪੂਰੇ, ਮਤਲਬ ਮਾਤਾ ਪੁਲਿਸ ਦੇ ਟੌਪ ਤਸ਼ੱਦਦ ਚੱਲਦੇ ਰਹੇ। ਇਹ ਛੋਟੀ ਗੱਲ ਨਹੀਂ ਸੀ, 11 ਮਹੀਨੇ ਇਕੱਲੀ। ਪੁਲਿਸੀ ਦਰਿੰਦੇ ਉਸ ਦੀ ਲਾਸ਼ ਨੂੰ ਕਿਸੇ ਅਣਦੱਸੀ ਜਗ੍ਹਾ ਤੇ ਸੁੱਟ ਆਏ ਸਨ, ਸ਼ਾਇਦ ਹਰੀਕੇ ਪੱਤਣ ਵਿਖੇ ਦਰਿਆ ਵਿੱਚ ਰੋੜ ਆਏ ਸਨ, ਜਿਸ ਕਰਕੇ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਨਵੰਬਰ 1992 ਵਿੱਚ ਪੁਲਿਸ ਨੇ ਭਾਈ ਪਰਮਜੀਤ ਸਿੰਘ ਪੰਜਵੜ ਦੇ ਘਰ ਉੱਤੇ ਕਬਜ਼ਾ ਕਰ ਲਿਆ ਸੀ। ਉਸ ਦਾ ਘਰ ਢਾਹ ਦਿੱਤਾ ਤੇ ਉੱਥੇ ਪੁਲਿਸ ਨੇ ਆਪਣੀ ਚੌਂਕੀ ਬਣਾ ਲਈ। ਖੇਤਾਂ ਵਿੱਚ ਖੜੀ ਕਮਾਦ ਤੇ ਝੋਨੇ ਦੀ ਸਾਰੀ ਫਸਲ ਵੱਢ ਲਈ। ਖੇਤਾਂ ਵਿੱਚ ਖੜੇ ਸਫੈਦੇ ਵੀ ਵੱਢ ਕੇ ਵੇਚ ਛੱਡੇ। ਪੁਲਿਸ ਵਾਲੇ ਕੀਲਿਆਂ ਤੇ ਬੱਝੀਆਂ ਮੱਝਾਂ ਖੋਲ੍ਹ ਕੇ ਲੈ ਗਏ। 1.5 ਸਾਲ ਤੱਕ ਜ਼ਮੀਨ ਉਵੇਂ ਬੰਜਰ ਪਈ ਰਹੀ। 1994 ਦੇ ਸ਼ੁਰੂ ਵਿੱਚ ਹਿਊਮਨ ਰਾਈਟਸ ਵਿੰਗ ਦੇ ਕਹਿਣ ਤੇ ਘਰਦਿਆਂ ਨੇ ਮਾਤਾ ਮਹਿੰਦਰ ਕੌਰ ਤੇ ਰਾਜਵਿੰਦਰ ਰਾਜੂ ਦੇ ਲਾਪਤਾ ਹੋਣ ਬਾਰੇ ਹਾਈ ਕੋਰਟ ਵਿੱਚ ਪਟੀਸ਼ਨ ਪਾ ਦਿੱਤੀ ਸੀ, ਜਿਸ ਵਿੱਚ ਜਸਵੰਤ ਸਿੰਘ ਖਾਲੜਾ ਦਾ ਨੇੜਲਾ ਸਾਥੀ ਗੁਰਭੇਜ ਸਿੰਘ ਪਲਾਸੌਰ ਗਵਾਹ ਬਣਿਆ। CBI ਨੇ ਪਰਿਵਾਰ ਨਾਲ ਸੰਬੰਧਿਤ ਸਾਰੇ ਕੇਸ ਇਕੱਠੇ ਕਰ ਦਿੱਤੇ। ਇਹ ਕੇਸ ਮੋਹਾਲੀ ਦੀ CBI ਕੋਰਟ ਵਿੱਚ ਅਜੇ ਤੱਕ ਚੱਲ ਰਿਹਾ ਹੈ, ਜਿਸ ਵਿੱਚ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਮੁੱਖ ਵਕੀਲ ਹਨ। ਰਾਮ ਨਾਰਾਇਣ ਕੁਮਾਰ ਅਤੇ ਜਸਵੰਤ ਸਿੰਘ ਖਾਲੜੇ ਦੇ ਸਾਥੀਆਂ ਨੇ 25 ਸਤੰਬਰ 1995 ਨੂੰ ਸੁਪਰੀਮ ਕੋਰਟ ਵਿੱਚ ਵੀ ਕੇਸ ਪਾ ਦਿੱਤਾ ਸੀ, ਜਿਸ ਦਾ ਫੈਸਲਾ ਅਜੇ ਤੱਕ ਨਹੀਂ ਹੋਇਆ। ਸੋ ਇਸ ਕੇਸ ਦਾ ਅਜੇ ਇਹ ਕੇਸ ਅੱਜ ਵੀ ਚੱਲ ਰਿਹਾ ਹੈ, ਅਜੇ ਤੱਕ ਇਹਦਾ ਫੈਸਲਾ ਨਹੀਂ ਹੋਇਆ ਜੀ। ਤੇ ਸੁਪਰੀਮ ਕੋਰਟ ਤੋਂ ਅਜੇ ਤੱਕ ਵੀ ਚੁੱਪ ਹੈ ਉਹ ਭਾਈ। ਹੁਣ ਤੁਸੀਂ ਇੱਥੋਂ ਪਿਕਚਰ ਦੇਖੋ ਕੀ ਬਣਦੀ ਜੀ। ਉਹ ਪਰਿਵਾਰ ਨਾਲ ਕੀਤਾ ਕੀ।
ਭਰਜਾਈ ਦੇ ਵੀ ਗਾਹਾਂ ਮਾਂ ਪਿਓ ਸਹੁਰਿਆਂ ਨੂੰ ਚੱਕਿਆ। ਸਹੁਰਿਆਂ ਨੂੰ ਚੁੱਕਿਆ, ਮਾਮੇ ਨੂੰ ਚੁੱਕਿਆ, ਮਾਮੇ ਦੇ ਬੱਚਿਆਂ ਨੂੰ ਚੁੱਕਿਆ, ਛੱਡਿਆ ਕੁਛ ਨਹੀਂ। ਮੈਂ ਨਾ 1996 ਚ ਅਜੀਤ ਅਖਬਾਰ ਵੱਲੋਂ ਇੱਕ ਟੀਮ ਗਈ ਸੀਗੀ, ਸਾਰੇ ਜਿਹੜੇ ਖਾੜਕੂਆਂ ਤੇ ਜੋ ਜ਼ੁਲਮ ਹੋਇਆ ਉਹਨਾਂ ਪਰਿਵਾਰਾਂ ਦੇ ਜਾ ਕੇ ਘਰਾਂ ਨੂੰ ਦੇਖ ਕੇ ਰਿਪੋਰਟ ਤਿਆਰ ਕਰਨੀ ਸੀ। ਜੀ ਜੀ ਮੇਜਰ ਸਿੰਘ ਜਿਹੜਾ ਸਟਾਫ ਰਿਪੋਰਟਰ ਸੀ, ਹੁਣ ਤਾਂ ਉਹ ਚਲਾਣਾ ਕਰ ਗਿਆ, ਜੀ। ਉਹ ਮੇਰਾ ਦੋਸਤ ਸੀ। ਉਹਨੂੰ ਪਤਾ ਨਹੀਂ ਸੀ ਮੇਰੀ ਜਾਣਕਾਰੀ ਸੀ ਉਹ ਸਾਰੇ ਪਿੰਡਾਂ ਦੀ ਤੇ ਹੋਰ ਪਰਿਵਾਰਾਂ ਦੀ ਵੀ। ਉਹ ਮੈਨੂੰ ਨਾਲ ਲੈ ਲਿਆ। ਸੋ ਉਸ ਮੌਕੇ ਅਸੀਂ ਗਏ ਸੀਗੇ ਪਰਮਜੀਤ ਸਿੰਘ ਪੰਜਵੜ ਦੇ ਘਰੇ, ਤੇ ਇਹਦੇ ਦਾਦਾ ਜੀ ਨੇ ਸਾਨੂੰ ਉਹ ਮੋਢਾ ਦਿਖਾਇਆ ਸੀ ਜਿਹੜਾ ਉਤਰਿਆ ਸੀ। ਹਾਂ, ਉਹ ਜ਼ਿੰਦਗੀ ਪਰ ਹੁਣ ਤੱਕ ਕੀ ਚੜਨਾ ਸੀ, ਉਹ ਮੋਢੇ ਉਤਰੇ ਨਾਲ ਹੀ ਉਹ ਸਾਰੀ ਉਮਰ ਉਹ ਜਿਹੜੀ ਬਾਕੀ ਕੱਟੀ। ਤੇ ਉਦੋਂ ਮਤਲਬ ਜਿਹੜਾ ਇਹ ਰਾਜੂ ਹੈ, ਮਤਲਬ ਉਹ ਲਾਪਤਾ ਕਰਤਾ। ਭਰਾ ਕੋਈ ਭਰਾ ਨਹੀਂ ਛੱਡਿਆ, ਮਤਲਬ ਸਾਰਿਆਂ ਤੇ ਕਿੰਨਾ ਜ਼ਬਰ ਕੀਤਾ। ਹੁਣ ਇਹ ਪਰਮਜੀਤ ਸਿੰਘ ਪੰਜਵੜ ਹਰਮੰਦਰ ਸੰਧੂ ਤੋਂ ਡਰ ਰਿਹਾ ਸੀ ਵੀ ਮੇਰੀ ਪੋਜੀਸ਼ਨ ਨਾ ਲੈ ਲੇ। ਜੀ ਜੀ ਇਹ ਜਿਨ੍ਹਾਂ ਨੂੰ ਪੋਜੀਸ਼ਨਾਂ ਚਾਹੀਦੀਆਂ ਹੁੰਦੀਆਂ ਉਹਨਾਂ ਦੇ ਪਰਿਵਾਰਾਂ ਦਾ ਆਹ ਹਾਲ ਹੁੰਦਾ ਹੈ। ਉਹ ਜਿਨ੍ਹਾਂ ਨੂੰ ਪੋਜੀਸ਼ਨਾਂ ਚਾਹੀਦੀਆਂ ਤੂੰ ਉਹਦੇ ਪਰਿਵਾਰ ਦਾ ਹੁਣ ਉਹ ਵੀ ਦੱਸ ਦੇ, ਜੇ ਹੁਣ ਗੱਲ ਖੁੱਲੀ ਹੈ ਨਾ। ਇਹ ਹੈ ਜੀ ਕਿਤਾਬ, ਇਹ ਕਿਤਾਬ ਸੀਗੀ ਸ਼ਹੀਦ ਜਸਵੰਤ ਸਿੰਘ ਖਾਲੜਾ। ਜਸਵੰਤ ਸਿੰਘ ਖਾਲੜਾ ਜਿਹੜੀ ਮੈਂ ਲਿਖੀ। ਜੀ ਜੀ ਆਹ ਕਿਤਾਬ ਹੈ ਮਹਿੰਦਰ ਸਿੰਘ ਪੱਤਰਕਾਰ, ਬਹੁਤ ਹੀ ਜਾਣਿਆ ਪਛਾਣਿਆ ਨਾਂ ਖਾੜਕੂ ਲਹਿਰ ਦੇ ਜੀ ਦੌਰ ਦੇ ਅੰਦਰ ਇਹ ਨੀਂਹ ਰੱਖੀ ਗਈ ਜੀ। ਇਹ ਕਿਤਾਬ ਉਹਨੇ ਲਿਖੀ ਸੀਗੀ ਆਪਣੀ ਮੌਤ ਤੋਂ ਪਹਿਲਾਂ। ਤੇ ਉਹ ਹਰਮੰਦਰ ਸੰਧੂ ਦਾ ਨਾ ਸਿਰਫ ਨੇੜਲਾ ਸੀ, ਬਹੁਤ ਪ੍ਰਸ਼ੰਸਕ ਵੀ ਸੀ। ਇਹਨੇ ਹੈਡਿੰਗ ਇਹ ਦਿੱਤਾ ਹੈ, ਰੌਸ਼ਨ ਦਿਮਾਗ ਤੇ ਦੂਰ ਅੰਦੇਸ਼ੀ ਵਾਲੇ ਆਗੂ ਦਾ ਕਤਲ। ਤੈਨੂੰ ਬਹੁਤ ਦੁੱਖ ਹੋਇਆ ਵੀ ਇਹ ਤਾਂ ਹੀਰਾ ਬੰਦਾ ਸੀ, ਇਹ ਕਿਉਂ ਕਤਲ ਹੋਇਆ। ਜੀ ਜੀ ਇਸ ਕਰਕੇ ਉਹ ਕੋਈ ਪੱਖਪਾਤੀ ਨਹੀਂ ਉਹਦੇ ਬਾਰੇ। ਜੀ ਜੀ ਠੀਕ ਹੈ ਨਾ। ਹੁਣ ਤੂੰ ਇੱਥੋਂ ਇੱਕ ਪੇਜ ਪੜ੍ਹ ਕੇ ਸੁਣਾ ਇੱਥੋਂ। ਜੀ ਜੀ ਇਹ ਮਹਿੰਦਰ ਸਿੰਘ ਪੱਤਰਕਾਰ ਕਹਿ ਰਿਹਾ ਹੈ, ਮੈਂ ਜਦ ਸਰਦਾਰ ਸੰਧੂ ਨੂੰ ਮਿਲਣ ਲਈ ਅੰਮ੍ਰਿਤਸਰ ਜੇਲ੍ਹ ਵਿੱਚ ਮੁਲਾਕਾਤ ਕਰਨ ਗਿਆ ਤਾਂ ਸਰਸਰੀ ਗੱਲਬਾਤ ਪਿੱਛੋਂ ਉਹ ਕਹਿਣ ਲੱਗਾ, ਭਾਜੀ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਆ, ਝੂਠ ਨਾ ਬੋਲਿਓ, ਸੱਚੋ ਸੱਚ ਦੱਸਣਾ। ਮੈਂ ਕਿਹਾ ਕੋਈ ਗੱਲ ਨਹੀਂ, ਜਦੋਂ ਮਰਜ਼ੀ ਪੁੱਛ ਲੈਣਾ। ਇਸ ਮੁਲਾਕਾਤ ਤੋਂ ਪਿੱਛੋਂ ਕਈ ਦਿਨ ਲੰਘ ਗਏ। ਇੱਕ ਦਿਨ ਮੈਂ ਆਪਣੇ ਦੋਸਤ ਐਡਵੋਕੇਟ ਸਰਦਾਰ ਵਰਿੰਦਰ ਸਿੰਘ ਭਾਟੀਆ ਨੂੰ ਮਿਲ ਕੇ ਕਚਹਿਰੀ ਵਿੱਚੋਂ ਬਾਹਰ ਆ ਰਿਹਾ ਸਾਂ ਕਿ ਇੱਕ ਛੋਟੇ ਜਿਹੇ ਮੁੰਡੇ ਨੇ ਮੈਨੂੰ ਆਣ ਰੋਕਿਆ। ਕਹਿਣ ਲੱਗਾ, ਅੰਕਲ ਤੁਹਾਨੂੰ ਸੰਧੂ ਸਾਹਿਬ ਬੁਲਾਉਂਦੇ ਨੇ। ਉਹ ਸਾਹਮਣੇ ਹਰਮਿੰਦਰ ਸਿੰਘ ਸੰਧੂ, ਉਹ ਸਾਹਮਣੇ ਪੁਲਿਸ ਵਾਲੀ ਬੱਸ ਵਿੱਚ ਬੈਠੇ ਹਨ। ਮੈਂ ਜਾ ਕੇ ਜਦੋਂ ਮਿਲਿਆ ਤਾਂ ਸੰਧੂ ਆਪਣੇ ਪਿਤਾ ਸਰਦਾਰ ਦਲ ਸਿੰਘ ਸੰਧੂ ਨੂੰ ਕਹਿਣ ਲੱਗਾ, ਪਾਪਾ ਜੀ ਤੁਸੀਂ ਜ਼ਰਾ ਬਾਹਰ ਚਲੇ ਜਾਓ, ਮੈਂ ਭਾਜੀ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ। ਉਹ ਕਿਹੜੀ ਜ਼ਰੂਰੀ ਗੱਲ ਹੈ ਜੋ ਤੁਸੀਂ ਮੇਰੇ ਤੋਂ ਚੋਰੀ ਕਰਨੀ ਆ? ਇਹ ਕਹਿ ਕੇ ਦਲ ਸਿੰਘ ਸੰਧੂ ਬੁੜਬੁੜ ਕਰਦਾ ਹੋਇਆ ਬੱਸ ਵਿੱਚੋਂ ਉਤਰ ਗਿਆ। ਛੋਟਾ ਮੁੰਡਾ ਵੀ ਪਿੱਛੇ ਤੁਰ ਗਿਆ। ਸੰਧੂ ਨੇ ਮਗਰੋਂ ਮੈਨੂੰ ਦੱਸਿਆ ਕਿ ਉਹ ਮੁੰਡਾ ਉਸ ਦਾ ਭਾਣਜਾ ਹੈ। ਕੁਝ ਚਿਰ ਦੀ ਖਾਮੋਸ਼ੀ ਪਿੱਛੋਂ ਕਹਿਣ ਲੱਗਾ ਕਿ ਅੱਜ ਮੈਂ ਤੁਹਾਡੇ ਤੋਂ ਪੁੱਛਣ ਲੱਗਾ ਹਾਂ ਉਹ ਗੱਲ। ਮੈਂ ਗੰਭੀਰ ਹੋ ਗਿਆ, ਸੋਚਿਆ ਉਹ ਕਿਹੜੀ ਗੱਲ ਹੈ ਜਿਹੜੀ ਮੇਰੇ ਤੋਂ ਪੁੱਛਣ ਲੱਗਾ ਹੈ। ਮੈਂ ਕਿਹਾ ਪੁੱਛੋ। ਸੰਧੂ ਵੀ ਥੋੜ੍ਹਾ ਗੰਭੀਰ ਹੋ ਗਿਆ ਤੇ ਕਹਿਣ ਲੱਗਾ, ਮੇਰੇ ਪਾਪਾ ਜੀ ਬਾਰੇ ਤੁਹਾਡਾ ਕੀ ਵਿਚਾਰ ਹੈ? ਓਏ ਭੈੜਿਆ, ਇਹ ਕੀ ਪੁੱਛ ਲਿਆ ਮੇਰੇ ਤੋਂ? ਇਹ ਪ੍ਰਸ਼ਨ ਹੀ ਬਹੁਤ ਔਖਾ ਹੈ ਜਾਂ ਸੌਖਾ? ਮੈਨੂੰ ਤਾਂ ਇਸ ਦਾ ਉੱਤਰ ਚਾਹੀਦਾ। ਝੂਠ ਨਾ ਬੋਲਿਓ, ਸੱਚ ਦੱਸਣਾ, ਸੰਧੂ ਕਹਿਣ ਲੱਗਾ। ਕੁਝ ਚਿਰ ਚੁੱਪ ਰਹਿਣ ਪਿੱਛੋਂ ਮੈਂ ਕਿਹਾ, ਛੋਟੇ ਵੀਰ ਸੰਧੂ ਆਪਣੇ ਪਾਪਾ ਜੀ ਨੂੰ ਕਹਿ ਦਿਓ ਕਿ ਮੈਨੂੰ ਜਿੰਨਾ ਵੇਚਣਾ ਸੀ ਵੇਚ ਲਿਆ। ਹੁਣ ਮੇਰੇ ਤੇ ਰਹਿਮ ਕਰੋ। ਮੈਂ ਤੁਹਾਡੇ ਕੋਲੋਂ ਨਾ ਕੁਝ ਮੰਗਦਾ ਹਾਂ ਨਾ ਦਿਆਂਗਾ। ਮੈਨੂੰ ਜਿੰਨਾ ਤੁਸੀਂ ਵੇਚਣਾ ਸੀ ਵੇਚ ਲਿਆ। ਇਹ ਸੁਣਦੇ ਹੀ ਸੰਧੂ ਨੇ ਘੁੱਟ ਕੇ ਮੈਨੂੰ ਜੱਫੀ ਪਾ ਲਈ। ਕਹਿਣ ਲੱਗਾ, ਬਸ ਭਾਜੀ ਬਸ, ਇਹੋ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ ਸੀ। ਕੁਝ ਚਿਰ ਹੋਰ ਇੱਧਰ ਉੱਧਰ ਦੀਆਂ ਗੱਲਾਂ ਉਪਰੰਤ ਮੈਂ ਬੱਸ ਵਿੱਚੋਂ ਉਤਰ ਆਇਆ ਅਤੇ ਪੁਲਿਸ ਬੱਸ ਸੰਧੂ ਨੂੰ ਜੇਲ੍ਹ ਛੱਡਣ ਲਈ ਲੈ ਤੁਰੀ। ਇਸ ਗੱਲਬਾਤ ਤੋਂ ਕੁਝ ਦਿਨ ਪਿੱਛੋਂ ਸਰਦਾਰ ਹਰਮਿੰਦਰ ਸਿੰਘ ਸੰਧੂ ਜੇਲ੍ਹ ਤੋਂ ਰਿਹਾ ਹੋ ਕੇ ਘਰ ਆ ਗਿਆ ਤਾਂ ਮੈਂ ਮਿਲਣ ਚਲਿਆ ਗਿਆ। ਪਰ ਸਰਦਾਰ ਦਲ ਸਿੰਘ ਸੰਧੂ ਮੈਨੂੰ ਪਹਿਲਾਂ ਦੀ ਤਰ੍ਹਾਂ ਨਾ ਮਿਲਿਆ ਜਿਵੇਂ ਮਿਲਦਾ ਹੁੰਦਾ ਸੀ। ਮੈਂ ਹਰਮਿੰਦਰ ਨੂੰ ਜਦ ਇਸ ਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗਾ, ਜੋ ਤੁਸੀਂ ਮੈਨੂੰ ਕਿਹਾ ਸੀ ਘਰ ਆਉਂਦਿਆਂ ਮੈਂ ਉਹ ਕੁਝ ਪਾਪਾ ਜੀ ਨੂੰ ਕਹਿ ਦਿੱਤਾ। ਇਉਂ ਜਾਪਦਾ ਹੈ ਜਿਵੇਂ ਉਹ ਮਹਿਸੂਸ ਕਰਦੇ ਹੋਣ ਕਿ ਤੁਸੀਂ ਮੈਨੂੰ ਮੇਰੇ ਜੋਧਪੁਰ ਰਹਿਣ ਦੇ ਪਿੱਛੇ ਦੀ ਸਾਰੀ ਕਹਾਣੀ ਸੁਣਾ ਦਿੱਤੀ ਹੈ। ਸੰਧੂ ਨੇ ਜੇਲ੍ਹ ਵਿੱਚੋਂ ਬਾਹਰ ਆਉਂਦਿਆਂ ਹੀ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਤਾਂ ਕਿ ਉਹ ਆਪਣੀ ਹੋਂਦ ਦਰਸਾ ਸਕੇ, ਕਿਉਂਕਿ ਉਹ ਫੈਡਰੇਸ਼ਨ ਨੂੰ ਫਿਰ ਜਥੇਬੰਦ ਕਰਕੇ ਕੌਮ ਨੂੰ ਕੋਈ ਨਵਾਂ ਪ੍ਰੋਗਰਾਮ ਦੇਣਾ ਚਾਹੁੰਦਾ ਸੀ, ਜਿਸ ਦਾ ਮੁੱਖ ਕਾਰਨ ਸਰਬੱਤ ਖਾਲਸਾ ਪਿੱਛੋਂ ਖਾਲਿਸਤਾਨ ਲਈ ਸ਼ੁਰੂ ਕੀਤੇ ਸੰਘਰਸ਼ ਵਿੱਚ ਉਭਾਰ ਆਇਆ ਘਟਣਾ ਸ਼ੁਰੂ ਹੋ ਗਿਆ ਸੀ।
ਅਤੇ ਦਿਨੋਂ ਦਿਨ ਪੁਲਿਸ ਦਾ ਕਰੈਕਟ ਕਰਨਾ ਜੀ, ਚਾਹੁੰਦਾ ਜੀ। 90 ਦੇ ਸ਼ੁਰੂ ਤੱਕ ਕੋਈ ਉਭਾਰ ਘਟਨਾ ਨਹੀਂ ਸ਼ੁਰੂ ਹੋਇਆ। ਜੀ ਅੰਕੜੇ ਦੱਸਦੇ ਆ ਉਭਾਰ ਘਟਨਾ ਸ਼ੁਰੂ 91 ਚ ਜਾ ਕੇ ਹੋਇਆ। ਇਹ ਤਾਂ ਚੜ ਰਹੀ ਸੀ ਉਹ ਤਾਂ ਲਹਿਰ ਪੂਰੀ, ਜਿਸ ਦਾ ਮੁੱਖ ਕਾਰਨ ਸਰਬੱਤ ਖਾਲਸਾ ਪਿੱਛੋਂ ਖਾਲਿਸਤਾਨ ਲਈ ਸ਼ੁਰੂ ਕੀਤੇ ਸੰਘਰਸ਼ ਵਿੱਚ ਉਭਾਰ ਆਇਆ ਘਟਣਾ ਸ਼ੁਰੂ ਹੋ ਗਿਆ ਸੀ ਅਤੇ ਦਿਨੋਂ ਦਿਨ ਪੁਲਿਸ ਦਾ ਜ਼ਬਰ ਵੱਧਦਾ ਜਾ ਰਿਹਾ ਸੀ। ਪੁਲਿਸ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਅੱਤਵਾਦੀ ਕਹਿ ਕੇ ਸ਼ਹੀਦ ਕਰ ਚੁੱਕੀ ਸੀ। ਸੰਧੂ ਇਸ ਜ਼ੁਲਮ ਨੂੰ ਠੱਲ ਪਾਉਣ ਲਈ ਫੈਡਰੇਸ਼ਨ ਨੂੰ ਫਿਰ ਪੈਰਾਂ ਸਿਰ ਖੜਾ ਕਰਕੇ ਪਿੰਡ ਪੱਧਰ ਤੱਕ ਨੌਜਵਾਨਾਂ ਨੂੰ ਜਥੇਬੰਦ ਕਰਨਾ ਚਾਹੁੰਦਾ ਸੀ। ਸਰਦਾਰ ਸੰਧੂ ਨੇ ਜੋਧਪੁਰ ਦੀ ਜੇਲ੍ਹ ਵਿੱਚ ਨਜ਼ਰਬੰਦ ਹੋਣ ਸਮੇਂ ਉਸਦੇ ਪਿਤਾ ਸਰਦਾਰ ਦਲ ਸਿੰਘ ਸੰਧੂ ਨੇ ਮੈਨੂੰ ਦੱਸਿਆ ਕਿ ਸੰਧੂ ਦੀ ਦਿੱਲੀ ਵਿੱਚ ਕੇਂਦਰੀ ਸਰਕਾਰ ਨਾਲ ਗੱਲ ਚੱਲ ਰਹੀ ਹੈ, ਉਹ ਤੈਨੂੰ ਮਿਲਣਾ ਚਾਹੁੰਦਾ ਹੈ, ਜੇ ਮਿਲਣਾ ਹੈ ਤਾਂ ਮੇਰੇ ਨਾਲ ਦਿੱਲੀ ਚੱਲ। ਸੰਧੂ ਤੇ ਮਨਜੀਤ ਸਿੰਘ ਨੂੰ ਦਿੱਲੀ ਲਿਆਂਦਾ ਜਾ ਰਿਹਾ। 30 ਹਜ਼ਾਰੀ ਅਦਾਲਤ ਦੇ ਅਹਾਤੇ ਵਿੱਚ ਉਹਨਾਂ ਨੂੰ ਮਿਲਣ ਦਾ ਮੌਕਾ ਮਿਲ ਸਕਦਾ ਹੈ। ਮੈਂ ਕਿਹਾ ਠੀਕ ਹੈ। ਅਗਲੇ ਦਿਨ ਅਸੀਂ ਦੋਵੇਂ ਦਿੱਲੀ ਪਹੁੰਚ ਗਏ। ਜਦ 30 ਹਜ਼ਾਰੀ ਅਦਾਲਤ ਦੇ ਅਹਾਤੇ ਵਿੱਚ ਜਾ ਕੇ ਮਿਲੇ ਤਾਂ ਭਾਈ ਮਨਜੀਤ ਸਿੰਘ ਕਹਿਣ ਲੱਗਾ, ਮੈਨੂੰ ਤਾਂ ਕੁਝ ਪਤਾ ਨਹੀਂ ਲੱਗਦਾ, ਸੰਧੂ ਹੀ ਸਰਕਾਰੀ ਧਿਰ ਨਾਲ ਗੱਲਬਾਤ ਕਰਦਾ ਹੈ। ਗੱਲਬਾਤ ਲਈ ਪੰਜਾਬ ਦਾ ਰਾਜਪਾਲ ਸ੍ਰੀ ਅਰਜਨ ਸਿੰਘ ਮੁੱਖ ਭੂਮਿਕਾ ਨਿਭਾ ਰਿਹਾ। ਸਰਦਾਰ ਸੰਧੂ ਨੇ ਦੱਸਿਆ ਕਿ ਗੱਲਬਾਤ ਅੰਤਿਮ ਦੌਰ ਵਿੱਚ ਪਹੁੰਚ ਚੁੱਕੀ ਹੈ। ਅਸੀਂ ਅਨੰਦਪੁਰ ਦੇ ਮਤੇ ਤੋਂ ਘੱਟ ਕੋਈ ਗੱਲ ਮੰਨਣ ਲਈ ਤਿਆਰ ਨਹੀਂ ਹਾਂ, ਪਰ ਮਤੇ ਨੂੰ ਇਨ-ਬਿਨ ਲਾਗੂ ਕਰਨ ਤੋਂ ਪਹਿਲਾਂ ਸਰਕਾਰ ਸਾਥੋਂ ਅਮਨ ਦੀ ਗਰੰਟੀ ਮੰਗਦੀ ਹੈ। ਅਸੀਂ ਕਿਹਾ ਹੈ ਕਿ ਜੇਲ੍ਹ ਵਿੱਚ ਹੁੰਦਿਆਂ ਅਸੀਂ ਇਹ ਗਰੰਟੀ ਕਿਵੇਂ ਦੇ ਸਕਦੇ ਹਾਂ? ਪਹਿਲਾਂ ਸਾਨੂੰ ਜੇਲ੍ਹ ਵਿੱਚੋਂ ਬਾਹਰ ਕੱਢੋ, ਅਸੀਂ ਆਪਣੇ ਲੋਕਾਂ ਵਿੱਚ ਜਾ ਕੇ ਹਾਲਾਤ ਦਾ ਜਾਇਜ਼ਾ ਲਵਾਂਗੇ, ਫਿਰ ਕੋਈ ਗਰੰਟੀ ਦੇ ਸਕਦੇ ਹਾਂ। ਸਰਕਾਰੀ ਧਿਰ ਇਸ ਗੱਲ ਦੇ ਵਿਚਾਰ ਕਰਨ ਲਈ ਸਹਿਮਤ ਹੋ ਗਈ। ਕੱਲ੍ਹ ਸਾਨੂੰ ਵਾਪਸ ਜੋਧਪੁਰ ਜੇਲ੍ਹ ਭੇਜਿਆ ਜਾ ਰਿਹਾ ਹੈ, ਇਸ ਲਈ ਅਗਲੇ ਗੇੜ ਦੀ ਗੱਲਬਾਤ ਵਿੱਚ ਕੋਈ ਫੈਸਲਾ ਹੋ ਸਕਦਾ ਹੈ, ਕਿਉਂਕਿ ਅਸੀਂ ਅਤੇ ਸਰਕਾਰੀ ਧਿਰ ਸਮਝੌਤੇ ਦੇ ਨੇੜੇ ਤੇੜੇ ਪਹੁੰਚ ਗਏ ਹਾਂ। ਮਤਲਬ ਹੁਣ ਇਹ ਤੋਂ ਗੱਲ ਇੱਕ ਕਲੀਅਰ ਹੋ ਗਈ। ਹਾਂਜੀ ਇਹ ਹੁਣ ਆਪਦੀ ਜ਼ਬਾਨੀ ਹਰਮੰਦਰ ਸੰਧੂ ਕਹਿ ਰਿਹਾ ਹੈ ਵੀ ਸਰਕਾਰ ਸਾਥੋਂ ਇਹ ਚਾਹੁੰਦੀ ਹੈ ਕਿ ਅਮਨ ਦੀ ਗਰੰਟੀ ਹੋ। ਜੀ ਹੁਣ ਇਹ ਜਿਹੜਾ ਮੈਂ ਦਰਸ਼ਕਾਂ ਨੂੰ ਦੱਸਦਾ ਉਹ ਪੀੜ ਕੀ ਸੀ, ਸਟੇਟ ਕਿੱਡੇ ਸੰਕਟ 'ਚ ਸੀ। 89 ਦੇ ਵਿੱਚ ਰਾਜੀਵ ਗਾਂਧੀ ਹਾਰ ਗਿਆ, ਬੋਫੋਰਸ ਕੇਸ ਕਰਪਸ਼ਨ ਦੇ ਬੁਰੀ ਤਰ੍ਹਾਂ ਬਦਨਾਮ ਹੋ ਕੇ। ਸੋ ਮੇਜਰ ਪਾਰਟੀ ਜਿਹੜੀ ਇੰਨੇ ਚਿਰ ਦੀ ਰਾਜ ਕਰਦੀ ਆ ਰਹੀ ਸੀ ਉਹ ਪਾਸੇ ਹੋ ਗਈ। ਜੀ ਉਹਦੇ ਵਿੱਚੋਂ ਨਿਕਲਿਆ ਬੀਪੀ ਸਿੰਘ, ਜੀ ਕੁਝ ਪਾਰਟੀਆਂ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਬਣ ਗਿਆ। ਕੁਝ ਚਿਰ ਬਾਅਦ ਬੀਜੇਪੀ ਨੇ ਉਹਨੂੰ ਛੱਡਤਾ, ਕਿਉਂਕਿ ਉਹ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਦਾ ਸੀ। ਫਿਰ ਚੰਦਰ ਸ਼ੇਖਰ ਬਣਿਆ। ਜਿਹੜੀ ਇਹ ਇਨਸਟੇਬਿਲਟੀ ਹੈ ਨਾ, ਜਦੋਂ ਕੋਈ ਸਟੇਟ ਇੰਨੀ ਇਨਸਟੇਬਲ ਹੋ ਜਾਏ ਸੈਂਟਰ ਦੇ ਵਿੱਚ ਹੀ, ਅੱਜ ਆਹ ਬਣ ਗਈ, ਉਹਦਾ ਨਹੀਂ ਪਤਾ ਕੱਲ ਨੂੰ ਉਹ ਬਣ ਗਈ, ਇੰਨੀ ਇਨਸਟੇਬਿਲਟੀ 'ਚ ਉਹਨਾਂ ਨੂੰ ਖਤਰਾ ਬਹੁਤ ਸੀ ਵੀ ਇਹ ਪੰਜਾਬ 'ਚ ਜੇ ਮਾੜੀ ਜੀ ਵੀ ਗੱਲ ਹੋ ਗਈ ਵੀ ਉਹ ਤਾਂ ਜਿਹੜਾ ਅਡਵਾਨੀ ਪਿੱਟ ਰਿਹਾ ਸੀ ਨਾ ਵੀ ਖਾਲਿਸਤਾਨ ਤਾਂ ਬਣ ਚੱਲਿਆ, ਉਹ ਐਵੇਂ ਨਹੀਂ ਸੀ ਪਿੱਟ ਰਿਹਾ। ਸੋ ਉਸ ਮੌਕੇ ਉਹਨਾਂ ਨੂੰ ਲੋੜ ਸੀ ਵੀ ਕੋਈ ਇਹੋ ਜਿਹੀ ਫੋਰਸ ਆਵੇ ਜਿਹੜੀ ਇਹਨਾਂ ਨੂੰ ਅਮਨ ਚੈਨ ਪੰਜਾਬ 'ਚ ਕਾਇਮ ਕਰ ਸਕੇ। ਇਹ ਹੁਣ ਸੰਧੂ ਆਪ ਕਹਿ ਰਿਹਾ। ਇਸ ਲੇਖ ਤੋਂ ਸਵਾਲ ਖੜਾ ਹੁੰਦਾ ਹੈ, ਉਹ ਜਿੱਥੇ ਕਹਿੰਦੇ ਵੀ ਖਾੜਕੂਲਰ ਜਿਹੜੀ ਉਹ ਨਿਗਾਰਬਾਜ਼ ਜਾ ਰਹੀ ਸੀ, ਫਿਰ ਜਿਹੜਾ ਸਮਝੌਤਾ ਹੋਣ ਲੱਗਾ ਸੀ ਕਿ ਉਹ ਖਾਲਿਸਤਾਨ ਦੇਣਾ ਸੀ ਬਣਾ ਕੇ? ਨਹੀਂ, ਉਹ ਤਾਂ ਕਹਿੰਦਾ ਅਸੀਂ ਤਾਂ ਆਨੰਦਪੁਰ ਦੇ ਮਤੇ ਤੇ ਗੱਲ ਕਰ ਰਹੇ ਹਾਂ ਵੀ ਆਨੰਦਪੁਰ ਦੇ ਮਤੇ ਤੋਂ ਫਿਰ ਕਿਤੇ ਨਾ ਕਿਤੇ ਉਹ ਖਾਲਿਸਤਾਨ ਦੇ ਮਤੇ ਤੋਂ ਦੂਰ ਹੋ ਗਏ ਸਨ। ਉਹ ਤਾਂ ਆ ਤਾਂ ਸਾਫ਼ ਹੀ ਹੈ ਨਾ ਯਾਰ, ਕੋਈ ਗਵਰਨਮੈਂਟ ਖਾਲਿਸਤਾਨ ਤੇ ਮੰਗ ਕਰੂਗੀ, ਜੀ ਜੇ ਕਰੂਗੀ ਤਾਂ ਉਹ ਇਹਨਾਂ ਨੂੰ ਬੁਲਾਊ, ਪੰਜ ਜਿਹੜੀਆਂ ਆਪਣੀਆਂ ਲੜ ਰਹੀਆਂ ਧਿਰਾਂ ਹਨ। ਖਾਲਿਸਤਾਨ ਦੀ ਮੰਗ ਤਾਂ ਇਹਨਾਂ ਦੀ ਹੈ, ਇਹਨਾਂ ਨੂੰ ਪਾਸੇ ਕਰਕੇ ਕੋਈ ਮੇਰੇ ਨਾਲ ਸਮਝੌਤਾ ਕਰ ਲੇ ਵੀ, ਕਿਉਂਕਿ ਸੰਘਰਸ਼ੀ ਧਿਰਾਂ ਤਾਂ ਖਾਲਿਸਤਾਨ ਲਈ ਲੜਨੀ ਸੀ। ਆਨੰਦਪੁਰ ਦਾ ਮਤਾ ਤਾਂ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ। ਸਮਝਣ ਦੀ ਕੋਸ਼ਿਸ਼ ਕਰੋ, ਜਿਹੜਾ ਕਤਲ ਦਾ ਕਾਰਨ ਜਿਹੜਾ ਨਾ, ਤੁਸੀਂ ਐਵੇਂ ਮਤਲਬ ਵੀ ਉਹ ਤੋਂ ਖਤਰਾ ਖੜਾ ਹੋ ਗਿਆ, ਸਾਡੀ ਪੋਜੀਸ਼ਨ ਨੂੰ ਖਤਰਾ, ਜਾਂ ਉਹ ਸਰਕਾਰ ਦਾ ਬੰਦਾ ਸੀ, ਜੇ ਹੈ ਉਹ ਹੈ। ਤੁਸੀਂ ਆ ਹੁਣ ਸਾਰਾ ਸੀਕੁਐਂਸ ਦੇਖੋ। ਹੁਣ ਉਹ ਜਿਹਦਾ ਮਤਲਬ ਗਰੰਟੀ ਦੇ ਰਹੇ ਨੇ, ਇਹ ਹਰ ਇੱਕ ਬੰਦੇ ਨੂੰ ਗਰੰਟੀ ਦੇਣੀ ਪੈਂਦੀ ਹੈ ਵੀ ਮੈਂ ਜਾ ਕੇ ਸੈੱਟ ਕਰੂੰ ਸਭ ਕੁਝ। ਉਹਨੇ ਜੇਲ੍ਹ 'ਚ ਬੈਠੇ ਨੇ ਬਾਹਰ ਬੰਦਿਆਂ ਨਾਲ ਸੰਪਰਕ ਪਹਿਲਾਂ ਹੀ ਕਰ ਲਿਆ ਸੀ, ਚਿੱਠੀਆਂ ਲਿਖੀਆਂ। ਮੇਰੇ ਕੋਲ ਇੱਕ ਚਿੱਠੀ ਪਈ ਹੈ, ਇੱਕ ਇਹੋ ਜਿਹੇ ਬੰਦੇ ਨੂੰ ਲਿਖੀ, ਮੇਰੇ ਕੋਲ ਉਹਦੇ ਹੱਥ ਦੀ ਲਿਖੀ ਚਿੱਠੀ ਪਈ ਹੈ ਹਰਮੰਦਰ ਸੰਧੂ ਦੀ। ਜੇ ਮੈਂ ਉਸ ਬੰਦੇ ਦਾ ਅੱਜ ਤੁਹਾਨੂੰ ਨਾਂ ਦੱਸ ਦਿਆਂ ਤਾਂ ਹਰਮੰਦਰ ਸੰਧੂ ਦਾ ਰਹਿਣਾ ਕੱਖ ਨਹੀਂ, ਪਰ ਮੈਂ ਨਹੀਂ, ਮੈਂ ਇਹੋ ਜਿਹੀ ਇਹ ਹੱਥ ਕੰਡਾ ਨਹੀਂ ਵਰਤਣਾ ਚਾਹੁੰਦਾ। ਮਤਲਬ ਕਿਹੋ ਜਿਹੇ ਬੰਦਿਆਂ ਨੂੰ ਇਕੱਠੇ ਕਰ ਰਿਹਾ ਸੀ। ਗੱਲ ਤਾਂ ਜਦੋਂ ਆਪ ਕਹਿ ਰਿਹਾ ਵੀ ਅਮਨ ਅਮਾਨ ਅਸੀਂ ਯਤਨ ਕਰਨਾ। ਹੁਣ ਇਹ ਖਾਲਸਾ ਪੰਚਾਇਤਾਂ ਵਾਲੀ ਗੱਲ, ਇਹ ਪੰਥਕ ਕਮੇਟੀ ਦੀ ਤਾਂ ਹੈ ਨਹੀਂ ਸੀ। ਕੀ ਹਰਮੰਦਰ ਸੰਧੂ ਕੋਲ ਇੰਨੀ ਤਾਕਤ ਸੀ ਵੀ ਉਹ ਪੰਥਕ ਕਮੇਟੀ ਦੀ ਪਰਵਾਹ ਨਾ ਕਰਦਾ ਹੋਇਆ ਉਹਨਾਂ ਨਾਲ ਵੀ ਟੱਕਰ ਲਵੇ, ਤੇ ਪੰਚਾਇਤਾਂ ਵੀ ਖੜੀਆਂ ਸੀ ਇੰਨੀ ਸਮਰੱਥਾ? ਅਕਾਲੀ ਖੂੰਜੇ ਲੱਗ ਗਏ, ਸਾਰੀਆਂ ਤਾਕਤਾਂ ਕਮਿਊਨਿਸਟ ਖੂੰਜੇ ਲੱਗ ਗਏ। ਪੰਜਾਬ ਦੀ ਕੋਈ ਵੀ ਧਿਰ ਖਾੜਕੂਆਂ ਮੂਹਰੇ ਖੜਨ ਜੋਗੀ ਨਹੀਂ ਰਹੀ ਸੀ, ਮੰਨ ਲਓ ਤੁਸੀਂ। ਉਦੋਂ ਐਵੇਂ ਨਹੀਂ ਇਹ ਫੋਕੀਆਂ ਗੱਲਾਂ।
ਉਸ ਮੌਕੇ ਕੌਣ ਸੀ ਜਿਹੜਾ ਉਹਨਾਂ ਅੱਗੇ ਖੜ ਸਕਦਾ ਜੀ। ਤੇ ਉਹ ਤਾਕਤ ਐਵੇਂ ਨਹੀਂ ਸੀ ਬਣ ਗਈ। ਤੁਸੀਂ ਆਹ ਦੇਖੋ ਨਾ ਪਰਿਵਾਰ ਕਿਵੇਂ ਬਾਰੇ ਬੰਦਿਆਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ, ਕਿਸ ਤਰ੍ਹਾਂ ਦਾ ਮਤਲਬ ਮਾਹੌਲ ਬਣਿਆ ਸੀਗਾ। ਉਹ ਮੌਜ ਨਾਲ ਐਂ ਕਰਨ ਦੇ ਦਿੰਦੇ ਵੀ ਸਾਨੂੰ ਪਾਸੇ ਕਰ ਦੇ, ਆਹ ਕੋਈ ਸਰਕਾਰ ਨਾਲ ਜੀ ਗੱਲਬਾਤ ਜੀ ਕਰ ਲੈ। ਇਹ ਹੁਣ ਜਿਹੜੇ ਅੱਜ ਕੱਲ੍ਹ ਦੇ ਬੰਦੇ ਨੇ ਨਾ ਕੁਛ, ਉਹਨਾਂ ਨੂੰ ਇੰਨੀ ਗੱਲ ਇਹ ਸੌਖੀ ਲੱਗਦੀ ਹੈ ਵੀ ਯਾਰ ਆਹ ਤਾਂ ਗੱਲ ਬਣੀ ਚੱਲੀ ਸੀਗੀ, ਨਾ ਮਰਨ ਦੀ ਲੋੜ ਸੀ। ਬੰਦਿਆਂ ਨੂੰ ਅਜੀਬ ਕਿਸਮ ਦੀਆਂ ਨਾ ਸਮਝ ਆ, ਨਾ ਕਈਆਂ ਨੂੰ ਇਹ ਵੀ ਯੂਐਨ ਨੂੰ ਹੀ ਬਣਾ ਦੂ ਸਾਨੂੰ, ਵੀ ਯੂਐਨ 'ਚ ਕਿਹੜੀਆਂ ਤਾਕਤਾਂ ਨੇ। ਉੱਥੇ ਰੂਸ ਹੈ, ਉੱਥੇ ਚੀਨ ਹੈ, ਉੱਥੇ ਅਮਰੀਕਾ ਹੈ, ਤਿੰਨਾਂ ਕੋਲ ਵੀਟੋ ਪਾਵਰ ਹੈ। ਉਹਨਾਂ ਤਿੰਨਾਂ 'ਚੋਂ ਕੋਈ ਚਾਹੁੰਦਾ ਹੈ ਵੀ ਇਹਨਾਂ ਦਾ ਖਾਲਿਸਤਾਨ ਬਣ ਜੇ। ਜਿੱਦੇ ਉਹ ਚਾਹਣਗੇ ਉਹ ਵੀ ਤਿੰਨੇ ਚਾਹੁੰਦੇ ਚਾਹੀਦੇ ਆ, ਇੱਕ ਵੀ ਵੀਟੋ ਕਰ ਦੂ। ਇਹ ਇਹੋ ਜਿਹੀਆਂ ਜਿਹੜੇ ਸੁਪਨੇ ਦੇਣੇ ਤੇ ਹੋਰ ਸਾਰੇ, ਇਹ ਲੋਕਾਂ ਨੂੰ ਉਸ ਰਾਹ ਤੋਂ ਪਾਸੇ ਕਰਨਾ ਹੈ। ਸੋ ਇਹ ਚਲੋ ਆਪਾਂ ਇਹ ਤਾਂ ਇੱਕ ਵੱਖਰਾ ਵਿਸ਼ਾ ਹੈ ਨਾ। ਤੂੰ ਹੁਣ ਹਰਮੰਦਰ ਸੰਧੂ ਦਾ ਤੁਸੀਂ ਆਪ ਹੀ ਦੇਖੋ। ਹੁਣ ਸਰਦਾਰ ਭਗਵਾਨ ਸਿੰਘ ਨੇ ਆਪਦੇ ਇੱਕ ਕਹਿ ਲਓ ਵੀ ਅਣਜਾਣਪਣੇ 'ਚ ਕੁਝ ਗੱਲਾਂ ਕੀਤੀਆਂ, ਕਿਉਂਕਿ ਉਹਨੂੰ ਇਸ ਖੇਤਰ ਦਾ ਨਹੀਂ ਪਤਾ। ਉਹ ਕਹਿੰਦਾ ਵੀ ਜਦੋਂ ਇਹਨੂੰ ਛੱਡਿਆ ਤੁਸੀਂ ਕਾਫਲਾ ਦੇਖੋ ਕਿੱਡਾ ਸੀ। ਜੀ ਇਹ ਵੀ ਗੱਲ ਆਈ। ਜਦੋਂ ਬਾਕੀ ਛੱਡੇ ਤਾਂ ਉਹਨਾਂ ਨੇ ਉਹ ਇਕੱਲੇ ਘਰੇ ਆ ਗਏ। ਇਹ ਫੇਰ ਹਰਮੰਦਰ ਸੰਧੂ ਦੇ ਉਲਟ ਜਾਂਦੀ ਹੈ ਤਾਂ ਗੱਲ। ਵੀ ਉਹ ਸਮਾਂ ਕਿਹੜਾ ਸੀ? ਉਹ ਸਮਾਂ ਕਿਹੜਾ ਸੀ? ਤੁਸੀਂ ਆ ਜਿਹੜੀ ਬੀਬੀ ਸੰਦੀਪ ਕੌਰ ਹੈ ਨਾ, ਉਹਦਾ ਵਿਖੜੇ ਪੈਂਡੇ ਪੜ੍ਹੋ। ਆਪਦੇ ਬੱਚੇ ਨੂੰ ਮਿਲਣ ਵਾਸਤੇ ਮੁਲਾਕਾਤ ਤੇ ਲਿਆਉਣਾ ਸੀ ਦੂਜਿਆਂ ਨੇ, ਉਹਦੇ ਰਿਸ਼ਤੇਦਾਰਾਂ ਨੇ ਜਾਂ ਭੈਣ ਨੇ, ਤੇ ਬੱਚਾ ਮੁੰਡਾ ਸੀਗਾ, ਉਹਦੇ ਗੁੱਤ ਕਰਕੇ ਲਿਆਂਦੀ ਤਾਂ ਕਿ ਇਹ ਨਾ ਪਤਾ ਲੱਗ ਜੇ ਸਰਕਾਰ ਨੂੰ ਵੀ ਇਹ ਆਪਦੇ ਬੱਚੇ ਨੂੰ ਮਿਲ ਰਹੀ ਹੈ। ਜਿੱਥੇ ਬੱਚੇ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ, ਐਡੀਆਂ ਸਖਤੀਆਂ, ਮੁਲਾਕਾਤ ਕਰਨ ਆਏ ਇੱਕ ਨੂੰ ਸੁੰਘਿਆ ਜਾਂਦਾ ਹੈ। ਸਿਰਫ ਬਲੱਡ, ਨੇੜਲਾ ਬਲੱਡ ਰਿਲੇਸ਼ਨ। ਇਹ ਤਾਂ ਮੈਂ 96-97 ਤੱਕ ਜਦੋਂ ਭਾਈ ਦਲਜੀਤ ਸੂਰੀ ਫੜੇ ਗਏ ਨੇ, ਮੈਂ ਦੇਖਿਆ ਉੱਥੇ ਨਾਭੇ ਜਾ ਕੇ ਜਦੋਂ ਇਹਨਾਂ ਦੀ ਪੇਸ਼ੀ ਹੁੰਦੀ ਸੀ, ਉੱਥੇ ਦਹਿਸ਼ਤ ਦਾ ਮਾਹੌਲ ਕਿੰਨਾ ਹੁੰਦਾ ਸੀ। ਗਾਮੇ ਦਾ ਭਰਾ ਤੇ ਭਾਈ ਦਲਜੀਤ ਸਿੰਘ ਦਾ ਫਾਦਰ ਤੇ ਇੱਕ ਸੁਰਿੰਦਰਪਾਲ, ਉਹ ਉਦੋਂ ਤੱਕ ਉਹਨਾਂ ਦਾ ਰਿਸ਼ਤੇਦਾਰ ਬਣ ਚੁੱਕਿਆ ਸੀ, ਗਾਮੇ ਦਾ ਭਤੀਜ ਜਵਾਈ। ਉਹ ਇਹ ਕਹਿ ਕੇ ਉਹ ਮੁਲਾਕਾਤ ਕਰਦਾ ਸੀ, ਤਾਂ ਨੇੜੇ ਨਹੀਂ ਸੀ ਕਿਸੇ ਨੂੰ ਫਟਕਣ ਦਿੰਦੇ। ਤੁਸੀਂ ਕਹਿੰਦੇ ਉਹ ਕਾਫਲੇ ਬਣਾ ਕੇ ਜਾਣ, ਉਦੋਂ ਜਾਨ ਬਚਾ ਕੇ ਬੰਦੇ ਘਰਾਂ ਨੂੰ ਆਉਂਦੇ ਸੀ, ਫਿਰ ਘਰੇ ਆਏ ਵੀ ਮਾਰ ਦਿੱਤੇ ਜਾਂਦੇ ਸੀ। ਬਹੁਤ ਕੇਸ ਇਹੋ ਜਿਹੇ ਹੋਏ। ਤੇ ਜੇ ਉਦੋਂ ਹਰਮੰਦਰ ਸੰਧੂ ਐਡਾ ਲਾਮ ਲਸ਼ਕਰ ਲੈ ਕੇ ਗੱਜਦਾ ਜਾਂਦਾ ਹੈ ਅੰਮ੍ਰਿਤਸਰ ਨੂੰ, ਇਹ ਹੁਣ ਉਹਦੇ ਪੱਖ 'ਚ ਜਾਂਦੀ ਹੈ ਕਿ ਉਹਦੇ ਵਿਰੁੱਧ ਜਾਂਦੀ ਹੈ? ਕੁਛ ਦਿਮਾਗ ਤੇ ਬੋਝ ਪਾ ਕੇ ਸੋਚੋ। ਇਹ ਵੀ ਹੋ ਸਕਦਾ ਭਗਵਾਨ ਸਿੰਘ ਨੇ ਭਾਵੁਕਤਾ ਦੇ ਵਿੱਚ ਜਿਹੜੀ ਇੰਟਰਵਿਊ ਦਿੱਤੀ ਹੈ, ਕਿਉਂਕਿ ਉਹ ਕਹਿੰਦੇ ਨੇ ਕਿ ਉਹਨਾਂ ਦੀ ਭਾਵੁਕਤਾ ਹੈ, ਉਹਦਾ ਰਾਈਟ ਹੈ ਯਾਰ। ਦੇਖ ਮੈਂ ਭਗਵਾਨ ਸਿੰਘ ਨੂੰ ਜਿੰਨਾ ਕੁ ਸਮਝ ਸਕਿਆ, ਉਹਦੇ ਨਾਲ ਦੇ 35 ਸਿੰਘ ਸ਼ਹੀਦ ਹੋਏ, ਉਹਦੇ ਮਨ 'ਚ ਸੀ ਵੀ ਯਾਰ ਉਹਨਾਂ ਦਾ ਮੁੱਲ ਨਹੀਂ ਪਿਆ, ਉਹਨਾਂ ਦਾ ਕਿਤੇ ਨਾਂ ਨਹੀਂ ਆ ਰਿਹਾ। ਤੇ ਉਹਨੇ ਉਸ ਪਿਆਰ 'ਚੋਂ ਉਹਨਾਂ ਦਾ ਸੱਚ ਸਾਹਮਣੇ ਲਿਆਂਦਾ। ਬਹੁਤ ਵੱਡੀ ਉਹਦੀ ਸੇਵਾ ਇਹ। ਅੱਛਾ, ਹੁਣ ਕਿਤੇ ਉਹਦੇ ਮਨ 'ਚ, ਕਿਉਂਕਿ ਉਹਦੇ ਨਾਲ 5 ਸਾਲ ਹਰਮੰਦਰ ਸੰਧੂ ਨਾਲ ਜੇਲ੍ਹ 'ਚ ਰਿਹਾ, ਪਿਆਰ ਹੈ, ਉਹਨੂੰ ਐਨ ਹੱਕਾ ਕਤਲ ਹੋ ਗਿਆ ਯਾਰ। ਮੈਂ ਲੋਕਾਂ ਨੂੰ ਸਪਸ਼ਟ ਕਰਾਂ, ਜੇ ਤਾਂ ਉਹ ਇੱਥੇ ਹੀ ਰੁਕ ਜਾਂਦਾ ਵੀ ਯਾਰ ਉਹ ਏਜੰਸੀਆਂ ਦਾ ਬੰਦਾ ਨਹੀਂ ਸੀ, ਫਿਰ ਉਹ 'ਚ ਕੁਝ ਵੀ ਗਲਤ ਨਹੀਂ ਸੀ। ਜਿਹੜਾ ਇਹ ਕਹਿਣਾ ਵੀ ਖਾੜਕੂ ਤੋਂ ਡਰ ਗਏ ਸੀ ਵੀ ਸਾਡੀ ਜਗ੍ਹਾ ਲੈ ਲਓ, ਸਾਡੀ ਜਗ੍ਹਾ, ਹਰਮੰਦਰ ਸੰਧੂ ਉਹਨਾਂ ਦੀ ਜਗ੍ਹਾ ਲੈ ਲੂ, ਪਹਿਲਾਂ ਉਹ ਕੁਝ ਕਰਵਾ ਕੇ ਆਵੇ। ਜਿੰਦੇ ਨਾਲ ਭਾਈ ਹਰਮੰਦਰ ਸਿੰਘ ਦਾ ਬਹੁਤ ਨੇੜਤਾ ਸੀ, ਕੋਈ ਦੋ ਰਾਮਾਂ, ਠੀਕ ਹੈ ਨਾ। ਸੋ ਜਦੋਂ ਇਹਦੇ ਬਾਰੇ ਇਹ ਗੱਲ ਚੱਲੀ ਤਾਂ ਇਹਨੇ ਉਹਨੂੰ ਚਿੱਠੀ ਲਿਖੀ ਜਿੰਦੇ ਨੂੰ ਵੀ ਯਾਰ ਤੂੰ ਵੀ ਮੇਰਾ ਬਚਾਅ ਨਹੀਂ ਕਰ ਰਿਹਾ, ਵੀ ਤੇਰੀ ਤਾਂ ਲਹਿਰ 'ਚ ਬੜੀ ਵੱਡੀ ਜਗ੍ਹਾ ਹੈ ਤੇ ਤੂੰ ਵੀ ਨਹੀਂ ਮੈਨੂੰ ਡਿਫੈਂਡ ਕਰ ਰਿਹਾ। ਫਿਰ ਉਹਨੇ ਮੋੜਵੀਂ ਚਿੱਠੀ ਲਿਖੀ ਤੇ ਉਹਦੀ ਇੱਕ ਕਾਪੀ ਉਹਨੇ ਇੱਧਰ ਬਾਹਰ ਵੀ ਭੇਜੀ ਆਪਦੀ ਜਥੇਬੰਦੀ ਵਾਲਾ। ਉਹ ਜਦੋਂ ਚਿੱਠੀਆਂ ਆਈਆਂ ਸੀ, ਮੈਂ ਉਹ ਚਿੱਠੀਆਂ ਹੱਥ ਲਿਖਤ ਪੜ੍ਹੀਆਂ। ਉਦੋਂ ਮੈਨੂੰ ਕਰਮਜੀਤ ਸਿੰਘ ਪੱਤਰਕਾਰ ਨੇ ਦਿੱਤੀਆਂ ਸੀ ਤੇ ਉਹ ਛਪਾਉਣੀਆਂ ਸੀ, ਉਹ ਅਸੀਂ ਐਡਿਟ ਕਰਕੇ ਉਦੋਂ ਛਪਾਈਆਂ। ਤੇ ਇਹ ਅਸੀਂ ਵਿੱਚ ਸ਼ਾਮਲ ਨਹੀਂ ਕੀਤਾ ਸੀ। ਉਹਦੇ 'ਚ ਉਹਨੇ ਹਰਮੰਦਰ ਸੰਧੂ ਨੂੰ ਕਿਹਾ, ਕਹਿੰਦਾ ਮੈਂ ਤੈਨੂੰ ਕਿਵੇਂ ਡਿਫੈਂਡ ਕਰਾਂ, ਤੂੰ ਅਜੇ ਤੱਕ ਆਪਦੇ ਘਰਦਿਆਂ ਬਾਰੇ ਸਪਸ਼ਟ ਨਹੀਂ ਕਰ ਰਿਹਾ। ਉਹਨੇ ਆਪਦੀ ਇੱਕ ਤਰ੍ਹਾਂ ਨਾਲ ਅਸਮਰਥਾ ਜ਼ਾਹਰ ਕਰਤੀ, ਤੈਨੂੰ ਕਿਵੇਂ ਡਿਫੈਂਡ ਕਰਾਂ। ਸੋ ਜਿੰਦੇ ਦੇ ਜਿਉਂਦੇ ਜੀਏ ਕਤਲ ਹੋਇਆ, ਤੇ ਜੇ ਏਡੀ ਗੱਲ ਹੁੰਦੀ ਉਹਦਾ ਐਡਾ ਨੇੜਲਾ ਯਾਰ ਉਹ ਕੁਛ ਕਹਿ ਕੇ ਨਾ ਜਾਂਦਾ, ਜਿਹੜਾ ਤਾਂ ਬਹੁਤ ਮਾੜੀ ਗੱਲ ਹੋਈ। ਜਿਹਨੇ ਕੀਤਾ ਉਹਨਾਂ ਨਾਲ ਉਹਦੀ ਪੂਰੀ, ਜੇ ਜਿੰਦਾ ਕਹਿੰਦਾ ਹੋਣਾ ਹੀ ਨਹੀਂ ਸੀ ਇਹ, ਮਤਲਬ ਹੀ।
ਉਦੋਂ ਜਿੰਦੇ ਦੀ ਉਹ ਮੁਕਾਮ ਜਦੋਂ ਫਾਂਸੀ ਦੇ ਵੱਲ ਨੂੰ ਜਾ ਰਹੇ ਸੀਗੇ, ਸਮਝ ਲਓ ਫਾਂਸੀ ਦੀ ਸਜ਼ਾ ਹੋ ਚੁੱਕੀ ਸੀ। ਸੋ ਇਹ ਗੱਲਾਂ ਵੀ ਧਿਆਨ 'ਚ ਰੱਖੋ ਨਾ, ਐਵੇਂ ਭਾਵ ਖੋ ਕੇ ਤੇ ਐਵੇਂ ਗੱਲਾਂ ਨੂੰ ਬਣਾ ਕੇ। ਉੱਥੇ ਤਾਂ ਕੁਆਲੀਫਿਕੇਸ਼ਨ ਦੀਆਂ ਸ਼ਰਤਾਂ ਹੀ ਹੋਰ ਨੇ, ਉਹ 'ਚ ਤਾਂ ਉਹ ਪਹਿਲੀ ਸ਼ਰਤ ਹੀ ਨਹੀਂ ਕਿਤੇ ਪੂਰੀ ਕਰ ਰਿਹਾ। ਆਪਾਂ ਪਿਛਲੀ ਵਾਰ ਨਹੀਂ ਸੀ ਗੱਲ ਕੀਤੀ, ਉਹ ਜਿਹੜਾ ਬੰਦਾ ਭਾਈ ਦਲਜੀਤ ਸਿੰਘ ਦੇ ਖਿਲਾਫ ਕਿੰਨਾ ਬੋਲ ਰਿਹਾ ਸੀਗਾ ਦੁੱਲੇਵਾਲ, ਹਾਂ, ਉਹ ਅਖਬਾਰ ਦੇ ਵਿੱਚ ਰਿਪੋਰਟ ਦਿਖਾ ਰਿਹਾ ਵੀ ਜੀ ਅਖਬਾਰ 'ਚ ਇਹਨੇ ਮੰਨਿਆ ਵੀ ਇਹ ਸਾਡੀ ਗਲਤੀ ਸੀ ਲਹਿਰ ਖੜੀ ਕਰਨੀ, ਅੱਤਵਾਦ ਦੇ ਰਾਹ ਪੈਣਾ। ਹੁਣ ਦਲਜੀਤ ਅੱਤਵਾਦ ਕਹੂ? ਮੈਂ ਉਦੋਂ ਵੀ ਗੱਲ ਕਹੀ ਸੀ, ਉਹਦੇ ਡਾਕੂਮੈਂਟ ਪਏ। ਤੁਸੀਂ ਅਖਬਾਰਾਂ ਦੀਆਂ ਖਬਰਾਂ ਤੇ ਯਕੀਨ ਕਰੋਗੇ? ਤਾਂ ਹੀ ਮੈਂ ਅੱਜ ਅਖਬਾਰ ਨਹੀਂ ਲਿਆ। ਮੇਰੇ ਕੋਲ ਇੱਕ ਅਖਬਾਰ ਪਈ ਹੈ, ਟਾਈਮਜ਼ ਆਫ ਇੰਡੀਆ, ਜਿਹਦੇ ਵਿੱਚ ਬੜੇ ਸੀਨੀਅਰ ਰਿਪੋਰਟਰ ਦੀ ਹੈ, ਉਹਨੇ ਮੁਲਾਕਾਤ ਕੀਤੀ ਹੈ ਭਾਈ ਮਨਜੀਤ ਸਿੰਘ ਨਾਲ ਜਾ ਕੇ, ਤੇ ਮਨਜੀਤ ਸਿੰਘ ਨੇ ਕਿਹਾ ਵੀ ਸਾਡੀ ਇਹ ਬਾਅਦ ਦੀ ਗੱਲ ਹੈ, ਇਹ ਜਾ ਕੇ 2010 'ਚ ਉਹ ਕਹਿੰਦਾ ਸਾਡੀ ਗੱਲ ਨੇੜੇ ਪਹੁੰਚ ਚੁੱਕੀ ਸੀ, ਮੇਰੀ ਤੇ ਹਰਮਿੰਦਰ ਸੰਧੂ, ਵੀ ਮੈਂ ਮੁੱਖ ਮੰਤਰੀ ਬਣਨਾ ਸੀ, ਉਹਨੇ ਡਿਪਟੀ। ਚੱਲੇ ਤਾਂ ਉਹਦੀ ਅਬਦੀ ਹੈ, ਇਹ ਨਾ ਇਹਨੇ ਡਿਪਟੀ ਮੰਨਣਾ ਸੀਗਾ, ਉਹ ਤਾਂ ਗੱਪੀ ਜਿਵੇਂ ਹੁੰਦੇ ਨਾ ਵੀ ਮੈਂ ਵੱਡਾ ਬਣ ਕੇ ਦਿਖਾਵਾਂ। ਪਰ ਇੱਕ ਗੱਲ ਤਾਂ ਸਾਫ਼ ਹੈ ਨਾ, ਤੇ ਉਸ ਰਿਪੋਰਟ 'ਚ ਉਹਨੇ ਕਿਹਾ ਵੀ ਸਾਨੂੰ BSF ਦੇ ਜਹਾਜ਼ ਤੇ ਸਪੈਸ਼ਲ ਜੇਲ੍ਹ 'ਚੋਂ ਲਿਆਂਦਾ ਤੇ BSF ਦੇ ਹੈੱਡਕੁਆਟਰ ਤੇ ਰੱਖਿਆ, ਤੇ ਫਿਰ ਕਹਿੰਦਾ ਨੰਬਰ ਆਫ ਮੀਟਿੰਗਸ ਇੱਕ ਨਹੀਂ। ਹੁਣ ਹਰਮਿੰਦਰ ਸੰਧੂ ਕਹਿੰਦਾ ਅਸੀਂ ਉਹਨੂੰ ਕਹਿਤਾ ਸੀ ਤੁਸੀਂ ਗੱਲ ਕਰਨੀ ਆ ਤਾਂ ਖਾੜਕੂਆਂ ਨਾਲ ਕਰੋ। ਜੇ ਇਹ ਗੱਲ ਹੁੰਦੀ ਫਿਰ ਤਾਂ ਇੱਕ ਮੁਲਾਕਾਤ ਤੋਂ ਬਾਅਦ ਅਗਲੀ ਮੁਲਾਕਾਤ ਤੇ ਕੋਈ ਮਤਲਬ ਨਹੀਂ ਸੀ, ਉਹਨਾਂ ਨਾਲ ਮੀਟਿੰਗ ਹੀ ਕਿਉਂ ਹੁੰਦੀ। ਹੁਣ ਇੱਥੇ ਮੈਂ ਤੁਹਾਨੂੰ ਬਾਦਲ ਦੀ ਗੱਲ ਦੱਸਦਾ, ਜਿਹੜੇ ਬੰਦਿਆਂ ਦੀ ਚੱਲ ਇਹ ਪੋਜੀਸ਼ਨ ਸੀ, ਬਾਦਲ ਨੇ ਆਪਦੀ ਪੋਲੀਟੀਕਲ ਉਹਦੀ ਮਚਿਓਰ ਹੈ ਨਾ, ਉਹਨੂੰ ਇਹ ਪਤਾ ਲੱਗ ਗਿਆ ਜਿਹੜਾ ਅੱਜ ਸਮਝੌਤਾ ਕਰੂ ਉਹਦਾ ਤਾਂ ਬਰੰਟ ਨਿਕਲੀ ਮੌਤ ਦੇ, ਉਹਨੇ ਬਚਣਾ ਨਹੀਂ। ਉਹਨੇ ਪਤਾ ਹੈ ਉਹਨੂੰ। ਉਹ ਜੇਲ੍ਹ 'ਚ ਸੀ, ਪੰਚਮੜੀ ਸ਼ਾਇਦ ਮੱਧ ਪ੍ਰਦੇਸ਼ 'ਚ, ਜ਼ੋਰ ਲਾ ਲਿਆ ਗੌਰਮੈਂਟ ਨੇ ਉੱਥੇ ਬੰਦੇ ਭੇਜਣ ਦੀ, ਉਹ ਦਰਵਾਜ਼ਾ ਹੀ ਨਹੀਂ ਸੀ ਖੋਲ੍ਹਦਾ ਵੀ ਮੈਂ ਗੱਲ ਕਰਨੀ ਨਹੀਂ। ਫਿਰ ਜਿਹੜਾ ਸੀਗਾ ਆਪਣਾ RD ਪ੍ਰਧਾਨ ਹੋਮ ਸੈਕਟਰੀ, ਉਹ 에ਅਰ ਫੋਰਸ ਦਾ ਹਵਾਈ ਜਹਾਜ਼ ਲੈ ਕੇ ਸਪੈਸ਼ਲ ਰਾਤ ਦੇ 2 ਵਜੇ ਉੱਥੇ ਪਹੁੰਚਿਆ। ਉਹ ਕਹਿੰਦਾ ਮੈਂ ਦਰਵਾਜ਼ਾ ਖੜਕਾ ਥੱਕ ਗਿਆ, ਉਹ ਕਹਿੰਦਾ ਵੀ ਮੈਂ ਖੋਲ੍ਹਣਾ ਹੀ ਨਹੀਂ। ਉਹਦਾ ਇਸੇ 'ਚ ਸਮਝੌਤਾ ਕਰਨਾ, ਉਹਨਾਂ ਨਾਲ ਕਰੋ। ਇਹ ਹੈ ਰੌਸ਼ਨ ਦਾ, ਜਿਹਨੂੰ ਰੌਸ਼ਨ ਦਿਮਾਗ ਕਹਿੰਦੇ ਹੋ ਨਾ, ਉਹਨੂੰ ਜਿਹੜੇ ਬੰਦੇ ਨੂੰ ਆਪਦੀ ਮੌਤ ਦਾ ਵੀ ਨਹੀਂ ਪਤਾ ਲੱਗ ਰਿਹਾ ਯਾਰ, ਜਿਹੜਾ ਧਰਾਤਲ ਦੀ ਸੱਚਾਈ ਨੂੰ ਸਮਝ ਗਿਆ। ਹਾਂ, ਹੁਣ ਹਾਲਾਂਕਿ ਭੁੱਖ ਤਾਂ ਬਾਦਲ 'ਚ ਵੀ ਬਹੁਤ ਹੈ, ਪਰ ਉਹ ਜਾਨ ਨਹੀਂ ਕੁਰਬਾਨ ਕਰੂ, ਇੰਨਾ ਕਾਮਲਾ ਨਹੀਂ, ਉਹਨੂੰ ਜਾਨ ਪਿਆਰੀ ਹੈ। ਜਦੋਂ ਉਹਨੂੰ ਲੱਗਿਆ ਉਹ ਖਤਰਾ ਦੂਰ ਹੋ ਗਿਆ, ਐਨ ਥਾਪੀ ਮਾਰ ਕੇ ਆ ਗਿਆ। ਇਹ ਤਾਂ ਯਾਰ ਉਸ 90 'ਚ ਬੰਦਾ ਇਹ ਸਟੈਪ ਚੁੱਕ ਰਿਹਾ ਹੈ, ਦੂਰ ਅੰਦੇਸ਼ ਤੇ ਰੌਸ਼ਨ ਦਿਮਾਗ। ਇਹ ਗੱਲਾਂ ਮਤਲਬ ਥੋੜਾ ਸੋਚੋ ਵਿਚਾਰੋ। ਤੇ ਜੇ ਉਹ ਕਹਿੰਦਾ ਮੈਂ ਤਾਂ ਖਾਲਿਸਤਾਨ ਤੇ ਸਟੇਟ ਨੇ ਗੱਲ ਕੀਤੀ ਅੱਜ ਤੱਕ ਕਿਸੇ ਨਾਲ ਜੀ, ਇਹ ਗੱਲਾਂ ਪਬਲਿਕ ਕੰਜੰਪਸ਼ਨ ਵਾਸਤੇ ਹੈ, ਇਹੀ ਮਾੜੀ ਗੱਲ, ਇਹ ਇਮਾਨਦਾਰੀ ਜੋ ਗੱਲ ਹੈ। ਦੂਜੇ ਬੰਦੇ ਕਿਉਂਕਿ ਉਹ ਗੱਲਾਂ ਦੂਜੇ ਦੱਸ ਰਹੇ ਸਾਰੀਆਂ, ਗੱਲਬਾਤ ਚੱਲ ਰਹੀ ਸੀ, ਸਮਝੌਤੇ ਦੇ ਨੇੜੇ ਪਹੁੰਚ ਗਈ ਸੀ। ਮੈਂ ਇਹ ਸਾਰਾ ਸਟੱਡੀ ਕੀਤਾ, ਮੈਂ ਲਿਖਣਾ ਮਤਲਬ ਕਿਉਂਕਿ ਉਹ ਸਮਝੌਤਾ ਕਿਵੇਂ ਹੋਇਆ। ਜਿਹੜਾ ਅਰਜਨ ਸਿੰਘ ਸੀਗਾ ਗਵਰਨਰ, ਉਹਨੇ ਐਟ ਏ ਟਾਈਮ ਕਈ ਚੈਨਲ ਖੋਲ੍ਹੇ ਸੀ। ਪ੍ਰੋਫੈਸਰ ਸਰੂਪ ਸਿੰਘ ਅੱਜ ਬੈਠਾ ਚੰਡੀਗੜ੍ਹ, ਤੁਸੀਂ ਉਹ ਤੋਂ ਪੁੱਛ ਲਓ। ਉਹ ਕਹਿੰਦਾ ਵੀ ਸਾਰਾ ਡਰਾਫਟ ਇਨ ਬਿਨ ਤਿਆਰ ਹੋ ਗਿਆ ਸੀ, ਦਸਤਖਤ ਕਰਨ ਵਾਸਤੇ ਸਾਨੂੰ ਦਿੱਲੀ ਉੱਥੇ ਪੰਜਾਬ ਭਵਨ ਬੁਲਾਇਆ, ਦਸਤਖਤ ਹੀ ਕਰਨੇ ਸੀ। ਉਦਣ ਇਹ ਵੀ ਦਿੱਲੀ ਬੁਲਾਏ ਹੋਏ ਸੀ ਹਰਮਿੰਦਰ ਸੰਧੂ ਤੇ ਭਾਈ ਮਨਜੀਤ ਸਿੰਘ, ਇਹ ਵੀ ਉੱਥੇ ਬਿਠਾਏ ਹੋਏ ਸੀ। ਤੇ ਦਸਤਖਤ ਕਿਹਦੇ ਨਾਲ ਕੀਤੇ? ਲੌਂਗੋਵਾਲ। ਕਿੰਨੇ ਮੂਰਖ ਬਣਾਏ ਸਟੇਟ ਨੇ। ਆ ਰੌਸ਼ਨ ਦਿਮਾਗ ਤੇ ਦੂਰ ਅੰਦੇਸ਼। ਉਹਨਾਂ ਨੇ ਬਹੁਤ ਕੌਮ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਸ਼ੱਕ ਤੇ ਵੰਡੀਆਂ। ਉਹਨੂੰ ਵੀ ਸੱਦ ਲਿਆ, ਉਹਨੂੰ ਵੀ ਲਾਲਚ ਦੇਤਾ, ਉਹਨੂੰ ਵੀ ਝਾਕ ਜੀ ਲਾਤੀ, ਉਹਨੂੰ ਵੀ ਲਾਤੀ। ਉਹ ਬੰਦੇ ਤਾਂ ਇੱਕ ਦੂਜੇ ਨੂੰ ਮਿੱਧ ਕੇ ਅੱਗੇ ਜਾ ਰਹੇ ਸੀ ਵੀ ਕਿਤੇ ਉਹ ਨਾ ਪਹਿਲ ਕਰ ਜੇ। ਇਹ ਔਨ ਰਿਕਾਰਡ ਹੈ ਗੱਲਾਂ। ਸਰੂਪ ਸਿੰਘ ਜਿਉਂਦਾ ਉਹ ਤੋਂ ਪੁੱਛ ਲਓ ਵੀ ਉਹ ਕਹਿੰਦਾ ਬਿਲਕੁਲ ਮਸੌਦਾ ਤਿਆਰ, ਵੀ ਦਸਤਖਤ ਹੀ ਕਰਨੇ ਆ। ਬਸ ਅਰਜਨ ਸਿੰਘ ਆਇਆ, ਆ ਕੇ ਕਹਿੰਦਾ ਵੀ ਸੌਰੀ, ਅਰਨ ਨਹਿਰੂ ਨਹੀਂ ਮੰਨਿਆ। ਚੱਲ ਉਹ ਤਾਂ ਉਹਨੇ ਬਹਾਨਾ ਲਾਉਣਾ ਜੀ।
ਦੂਜੇ ਨੂੰ ਪਤਾ ਨਹੀਂ ਕੀ ਕਿਹਾ ਹੋਊ, ਤੀਜੇ ਨੂੰ ਪਤਾ ਨਹੀਂ ਕੀ ਕਿਹਾ ਹੋਊ। ਸੋ ਕੋਈ ਵੀ ਜਦੋਂ ਬੰਦੇ ਆਪਦੇ ਘਰ-ਬਾਰ ਉਜਾੜ ਰਹੇ ਨੇ, ਇੰਨੇ ਹਜ਼ਾਰਾਂ ਦੀ ਗਿਣਤੀ 'ਚ ਸ਼ਹੀਦੀਆਂ ਦੇ ਰਹੇ ਨੇ, ਉਦੋਂ ਉਹ ਮੌਜ ਨਾਲ ਵੀ ਇਹਨਾਂ ਸ਼ਹੀਦੀਆਂ ਦੇ ਸਾਡੀਆਂ ਲਾਸ਼ਾਂ ਤੇ ਪੈਰ ਰੱਖ ਕੇ ਕੋਈ ਸਰਕਾਰ ਬਣਾ ਲੇ, ਇਹ ਨਹੀਂ ਸੀ ਉਹਨਾਂ ਨੇ ਚੱਲਣ ਦੇਣਾ। ਇਹ ਸਾਰਿਆਂ ਨੂੰ ਪਤਾ ਹੈ, ਇਹ ਖਾੜਕੂ ਨੂੰ ਵੀ ਪਤਾ ਸੀ ਵੀ ਇੱਕ ਫੋਰਸ ਚਾਹੀਦੀ ਹੈ ਇਹੀ ਜੀ ਸਾਨੂੰ ਸਿਆਸੀ ਫਰੰਟ ਤੇ ਵੀ, ਪਰ ਕਿੱਥੋਂ ਲਿਆਉਣ। ਖਾਲੜੇ ਦੀ ਇਹ ਪੱਕੀ ਧਾਰਨਾ ਸੀ, ਉਹਨੇ ਬੜਾ ਜ਼ੋਰ ਲਾਇਆ ਵੀ ਜੇ ਧਿਰ ਖੜੀ ਕਰੋ ਜੀ। ਮੇਰੀ ਉਹਨੇ ਗੱਲ ਹੋਈ ਆ ਉਹਨਾਂ ਦਿਨਾਂ ਦੇ ਵਿੱਚ, ਮੈਂ ਕਿੱਥੋਂ ਬੰਦੇ ਦੱਸ। ਯਾਰ ਜਿਹੜੇ ਵਕੀਲ ਸੀ ਖਾੜਕੂਆਂ ਦੀ ਮਦਦ ਵੀ ਕਰਦੇ ਸੀਗੇ, ਉਹ ਭੁੱਖੇ ਪਏ ਸੀ ਕਈ, ਸਾਰੇ ਨਹੀਂ। ਉਹਨਾਂ ਐਸੀ ਹੁਣ ਸਾਨੂੰ ਕੁਝ ਮਿਲ ਜੇ ਕੋਈ ਵਿਦਵਾਨ ਹੈ ਯੂਨੀਵਰਸਿਟੀਆਂ 'ਚ ਬੈਠੇ, ਉਹ ਉਦੋਂ ਕਾਲੇ, ਉਹ ਸੱਤਾ ਦੀ ਲਾਲਸਾ। ਹਾਂ, ਜੇ ਕੋਈ ਕਿਸਾਨ ਯੂਨੀਅਨ 'ਚ ਲੀਡਰ ਬਣ ਗਿਆ, ਉਹਨੂੰ ਐਂ ਸੀ ਮੇਰੇ ਕੋਲ ਤਾਂ ਇੰਨੀ ਤਾਕਤ ਹੈ। ਇਹ ਬਿਮਾਰੀ ਸਾਡੀ ਕੌਮ ਦੇ ਵਿੱਚ, ਜਿਹੜੇ ਬੰਦਿਆਂ ਨੂੰ ਉਹ ਰੰਗ ਨਹੀਂ ਚੜਿਆ ਸੀ ਸੰਤਾਂ ਵਾਲਾ, ਉਹ ਰੂਹਾਨੀ, ਜਿਹੜੇ ਜਿਨ੍ਹਾਂ ਨੂੰ ਉਹ ਰੰਗ ਨਹੀਂ ਚੜਿਆ ਸੀ, ਉਹਨਾਂ ਦੀ ਲਾਲਸਾ ਮਿਟੀ ਨਹੀਂ ਸੀ। ਉਹ ਲਹਿਰ ਦੇ ਨਾਲ ਚੱਲੇ, ਸਪੋਰਟ ਕਰਦੇ ਸੀ, ਬੜਾ ਕੁਛ ਕੀਤਾ, ਸਭ ਕੁਛ, ਪਰ ਤ੍ਰਿਸ਼ਨਾ ਨਹੀਂ ਸੀ ਮਰੀ। ਤੇ ਕੁਰਬਾਨੀ, ਸ਼ਹਾਦਤ ਤ੍ਰਿਸ਼ਨਾ ਮਰਨ ਤੋਂ ਬਿਨਾਂ। ਮਹਿਬੂਬ ਸਾਹਿਬ ਨੇ ਲਿਖਿਆ, ਕਹਿੰਦਾ ਸ਼ਹਾਦਤ ਤਾਂ ਨਾ ਉਹ ਸਿਖਰ ਹੈ ਜਿੱਥੇ ਜਾ ਕੇ ਬੰਦੇ ਦੀ ਹਰ ਕਿਸਮ ਦੀ ਤ੍ਰਿਸ਼ਨਾ, ਦੁਨਿਆਵੀ ਕੋਈ ਵੀ ਤ੍ਰਿਸ਼ਨਾ ਨਹੀਂ, ਈਵਨ ਰਾਜ ਕਰਨ ਦੀ ਵੀ ਨਹੀਂ, ਤ੍ਰਿਸ਼ਨਾ ਤੋਂ ਮੁਕਤ ਹੋ ਗਈ। ਜੇ ਇਹ ਵੀ ਯਾਰ ਮੇਰੇ ਹੱਥ 'ਚ ਰਾਜ ਆ ਜਾਊ ਤਾਂ ਫਿਰ ਜਾਨ ਜੀ ਬਚਾਊ ਨਾ, ਵੀ ਹੋਰ ਮਰ ਜਾਣ ਤੇ ਮੈਂ ਕਿਸ ਤਰ੍ਹਾਂ ਬਚ ਕੇ ਜੀ। ਉਹ ਨਹੀਂ, ਆਪਾਂ ਤਾਂ ਵੀ ਆ ਸਰੀਰ ਅਜਾਨ ਸਿਰ ਦੇਣਾ, ਇਹ ਜੋ ਵਾਹਿਗੁਰੂ ਨੂੰ ਮਨਜ਼ੂਰ ਹੋਊਗਾ ਉਹ। ਸੋ ਇਹ ਜਿਹੜਾ ਸਾਰਾ ਸਿਲਸਿਲਾ ਚੱਲ ਰਿਹਾ, ਇਹ ਮੈਂ ਨਹੀਂ ਕਹਿੰਦਾ ਵੀ ਇਹ ਅਕਾਲ ਚੈਨਲ ਵਿਕ ਗਿਆ, ਐ ਨਹੀਂ ਹੁੰਦਾ। ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਅਸੀਂ ਕਿਵੇਂ ਵਰਤੇ ਜਾ ਰਹੇ ਹਾਂ ਤੇ ਅਸੀਂ ਕਿਹਦੀ ਸੇਵਾ ਕਰ ਰਹੇ ਹਾਂ। ਅਕਾਲ ਚੈਨਲ ਦਾ ਮੈਨੂੰ ਨਾਮ ਲੈਣਾ ਪੈ ਗਿਆ, ਬਾਕੀ ਤਾਂ ਬੜਾ ਕੁਝ ਚੱਲ ਰਿਹਾ। ਇਹ ਜਿਹੜੇ ਅੱਜ ਕੱਲ੍ਹ ਦੇ ਐਂਕਰ ਆ ਗਏ ਇੰਨੇ ਕਾਲੇ, ਭੁੱਖ ਪਦਾਰਥਵਾਦ ਨੇ ਬਹੁਤ ਬਣਾਤੀ ਹੈ ਨਾ, ਛੇਤੀ ਸਾਨੂੰ ਕੁਛ ਮਾਇਆ ਅਮੀਰ ਬਣ ਜੀ, TRP ਵਧਾ ਕੇ, ਇਹ ਇਹਨਾਂ ਨੂੰ ਮਹਿੰਗੀ ਪੈਣੀ ਜੀ। ਨੁਕਸਾਨ ਬਹੁਤ ਹੋ ਰਿਹਾ, ਨੁਕਸਾਨ ਕਰ ਰਹੇ ਨੇ, ਤੇ ਕੌਮ ਇਹ ਕਿੰਨਾ ਕੁ ਚਿਰ ਜਰੂਗੀ ਨੁਕਸਾਨ। ਆ ਭੁੱਲ ਜਾਣਗੇ ਲੋਕ, ਇਹਨਾਂ ਨੂੰ ਆ ਨਹੀਂ ਦਿਸਦੇ, ਆ ਘਰਾਂ 'ਚ ਜਾਣ, ਬਲਵਿੰਦਰ ਸਿੰਘ ਜਟਾਣੇ ਦੇ ਘਰੇ ਜਾਣ। ਜੀ। ਅਸੀਂ ਜਦੋਂ ਉਦੋਂ ਮੈਂ ਮੇਜਰ ਸਿੰਘ ਨਾਲ ਰਿਪੋਰਟਰ ਨਾਲ 96 ਦੇ ਵਿੱਚ ਗਿਆ, ਅਸੀਂ 5 ਵੜ ਗਏ, ਲਾਭ ਸਿੰਘ ਦੇ ਘਰੇ ਗਏ, ਪਰਮਜੀਤ ਸਿੰਘ ਦੇ ਘਰੇ ਗਏ, ਅਸੀਂ ਦਾਸੂਵਾਲ ਗਏ, ਬੱਬਰ ਸਿੰਘ ਜਿਹੜਾ ਸੁਖਦੇਵ ਸਿੰਘ ਬੱਬਰ ਦੇ, ਅਸੀਂ ਸੰਘੇ ਗਏ, ਸੁਖਵਿੰਦਰ ਸਿੰਘ ਸੰਘੇ ਦਾ ਘਰ ਉਸ ਮੌਕੇ ਵੀ ਇੰਨਾ ਚੰਗੀ ਜ਼ਮੀਨ ਜਾਇਦਾਦ, ਉਹ ਘਰ ਉਦੋਂ ਵੀ ਐਂ ਖੋਲਾ ਬਣਿਆ ਹੋਇਆ ਤੇ ਚੁੱਲ੍ਹੇ 'ਚ ਘਾਹ ਉੱਗਿਆ। ਅਸੀਂ ਫੋਟੋਆਂ ਖਿੱਚੀਆਂ, ਉਦੋਂ ਅਜੀਤ ਨੇ ਛਾਪੀਆਂ। ਮੁੜ ਕੇ ਉਹ ਸਾਰੀ ਰਿਪੋਰਟ ਮੇਜਰ ਸਿੰਘ ਦੇ ਨਾਂ ਤੇ ਛਪੀ ਹੈ, ਖਾੜਕੂ ਲਹਿਰ ਦੇ ਜਲਜਲੇ ਤੋਂ ਬਾਅਦ, ਪੈਂਫਲੇਟ ਦੇ ਰੂਪ 'ਚ। ਉਹ ਅੱਜ ਵੀ ਅਵੇਲੇਬਲ ਹੈ। ਇਹ ਆਹ ਕੰਮ ਕਿਉਂ ਨਹੀਂ ਕਰਦੇ? ਨਵੀਂ ਪੀੜ੍ਹੀ ਨੂੰ ਦੱਸਣ ਸਾਡੇ ਨਾਲ ਕੀ ਕੁਝ ਹੋਇਆ ਹੈ। ਇਹਨਾਂ ਨੇ ਤਾਂ ਇੱਧਰ ਤਬਾਹ ਧਰ ਲਿਆ। ਸੋ ਇਹ ਦੂਜੀ ਗੱਲ, ਮੈਂ ਇੱਕ ਗੱਲ ਇੱਥੇ ਹੋਰ ਸਪਸ਼ਟ ਕਰਨੀ ਚਾਹੁੰਦਾ ਕਿ ਹਰ ਲਹਿਰ ਦੇ ਅੰਦਰ ਕੁਛ ਨਹੱਕੇ ਕਤਲ ਵੀ ਹੋ ਜਾਂਦੇ, ਸ਼ੱਕ ਦਾ ਮਾਹੌਲ ਹੁੰਦਾ। ਉਹ ਗੇਮ ਹੀ ਇਹੀ ਜੀ ਹੈ ਇੱਕ ਦੂਜੇ ਤੇ। ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜਿਹੜੀ ਬੰਦਿਆਂ ਨੂੰ ਹੈਰਾਨ ਹੋ। ਆਹ ਇੱਕ ਲੇਖ ਹੈ ਸ਼ਹੀਦ ਭਗਤ ਸਿੰਘ ਦੇ ਸਾਥੀ ਦਾ ਲਿਖਿਆ ਹੋਇਆ, ਜਿਹੜਾ ਉਹਦੇ ਨਾਲ ਸੀਗਾ ਤੇ ਆਗੂ ਸੀ ਜਸ਼ਪਾਲ ਜੀ। ਉਹਨੇ ਦੱਸਿਆ ਵੀ ਸਾਡੀ ਜਥੇਬੰਦੀ, ਹਾਲਾਂਕਿ ਜਥੇਬੰਦੀ ਕਿੰਨੀ ਕੁ ਸੀ, ਉਂਗਲਾਂ ਤੇ ਗਿਣਨ ਜੋਗੇ ਬੰਦੇ ਸੀ, ਸਾਡੇ ਸ਼ੱਕ ਕਿਵੇਂ ਪੈਦਾ ਹੋਏ। ਪਿਛਲੀ ਵੀਡੀਓ ਜ਼ਿਕਰ ਕਰ ਰਹੇ ਸੀ। ਹਾਂ, ਉੱਥੇ ਤਾਂ ਮੈਂ ਜ਼ਿਕਰ ਕੀਤਾ ਸੀ। ਹੁਣ ਇੱਥੇ ਆ ਕਿ ਭਗਵਤੀ ਚਰਨ ਬੋਹਰਾ ਸੀ, ਜਿਹਦੇ ਘਰ ਵਾਲੀ ਦੁਰਗਾ ਨਾਲ ਜਦੋਂ ਇਹ ਲਾਹੌਰ ਤੋਂ ਨਿਕਲਿਆ ਸ਼ਹੀਦ ਭਗਤ ਸਿੰਘ ਜੀ, ਆਪਦੀ ਵਾਈਫ ਬਣਾ ਕੇ, ਆਪ ਸਾਹਿਬ ਬਣ ਕੇ, ਹੈ ਨਾ, ਭੇਸ ਧਾਰ ਕੇ, ਉਹ ਉਹਦੀ ਵਾਈਫ ਸੀ। ਉਹ ਤੇ ਸ਼ੱਕ ਸੀ ਵੀ ਸਟੇਟ ਦਾ ਬੰਦਾ ਕਿਉਂ। ਉਹ ਰਾਏ ਬਹਾਦਰ ਦਾ ਮੁੰਡਾ ਸੀ। ਲਾਹੌਰ 'ਚ ਉਸ ਮੌਕੇ 2 ਮੰਜ਼ਿਲਾ ਮਕਾਨ ਸੀ, ਇੱਕ ਮਕਾਨ ਉਹਨੇ ਹੋਰ ਖਰੀਦਿਆ ਸੀ, ਪੈਸੇ ਵਾਲਾ ਬੰਦਾ ਸੀ ਜੀ। ਆ ਸਿੱਖ ਕੌਕਸ ਦਾ ਜਿਹੜਾ ਇੱਥੇ ਜੋੜਿਓ ਬੰਦਿਆਂ ਨੂੰ ਕਿਵੇਂ ਜੀ, ਵੀ ਰਾਏ ਬਹਾਦਰ ਦਾ ਮੁੰਡਾ, ਇਹਦੇ ਕੋਲ ਇੰਨਾ ਪੈਸਾ ਹੈ, ਇਹ ਤੇ ਸ਼ੱਕ। ਉਹ ਜਿਵੇਂ ਸੁਮੇਧ ਸਿੰਘ ਦਾ ਰਿਸ਼ਤੇਦਾਰ ਹੈ, ਇਹਦਾ ਭਰਾ ਐਡਾ ਅਫਸਰ ਹੈ, ਇਹਦੇ ਕੋਲ ਇੰਨਾ ਪੈਸਾ ਹੈ। ਇਹ ਜਿਹੜੇ ਅੱਛਾ ਭਗਵਤ ਚਰਨ ਬੋਹਰਾ ਤੇ ਇੰਨਾ ਸ਼ੱਕ ਹੋ ਗਿਆ
ਉਹਨਾਂ ਨੇ ਉਦੋਂ ਕਕੋਰੀ ਜਿਹੜਾ ਕਾਂਡ ਚੱਲ ਰਿਹਾ ਸੀ, ਉੱਥੋਂ ਬੰਦੇ ਛਡਾਉਣੇ ਸੀ, ਰਾਮ ਪ੍ਰਸਾਦ ਬਿਸਮਲ ਤੇ ਅਸ਼ਫਾਕ ਉੱਲਾ ਭਗਤ ਸੂਰਿਆਂ ਨੇ। ਉਹਦੇ ਵਾਸਤੇ ਪੈਸੇ ਚਾਹੀਦੇ ਸੀ, ਹਥਿਆਰ ਚਾਹੀਦੇ ਸੀ, ਉਹ ਇਹਨੇ ਕਰਨੇ ਸੀ ਭਗਵਤੀ ਚਰਨ ਨੇ। ਉਸ ਮੌਕੇ ਇੱਕ ਬੰਦੇ ਨੇ, ਉਹ ਸੀ ਜੈ ਚੰਦਰ ਵਿਦਿਆ ਲੰਕਰ। ਉਹ ਲਾਹੌਰ ਕਾਲਜ ਦੇ ਵਿੱਚ ਭਗਤ ਸੂਰਿਆਂ ਦਾ ਟੀਚਰ ਸੀ, ਪ੍ਰੋਫੈਸਰ ਸੀ ਇਤਿਹਾਸ ਤੇ ਰਾਜਨੀਤੀ ਦਾ। ਉਹਨੇ ਬਹੁਤ ਬੰਦੇ ਤਿਆਰ ਕੀਤੇ। ਉਹਨੂੰ ਕਿਤੇ ਲੱਗਿਆ ਮਤਲਬ ਵੀ ਜਿਹੜਾ ਇਹ ਬਹੁਤ ਇੰਟੈਲੀਜੈਂਟ ਸੀ ਭਗਵਤੀ ਚਰਨ ਮੋਹਰਾ, ਇਹ ਬੰਦਾ ਮੇਰੇ ਵਾਸਤੇ, ਹੁਣ ਤੂੰ ਦੇਖ ਬੰਦੇ ਦਾ ਨਿੱਜ ਨਹੀਂ ਸੀ ਮਰਿਆ, ਉਹਨੇ ਆਪ ਨਹੀਂ ਮਰਿਆ, ਉਹ ਨਾ ਉਹਨੇ ਕੁਛ ਕੀਤਾ, ਉਹਨੇ ਬੰਦੇ ਤਿਆਰ ਕਰ ਕਰ ਭੇਜੀ ਗਿਆ। ਉਹਨੇ ਛੱਡਤੀ ਇਹ ਛੁਰਲੀ ਵੀ ਤੁਸੀਂ ਇਹ ਤੇ ਨਿਰਭਰ ਕਰੀ ਜਾਂਦੇ ਹੋ, ਇਹ ਤਾਂ ਬੰਦਾ ਸ਼ੱਕੀ ਹੈ। ਤੇ ਆ ਇਹਨਾਂ ਨੇ ਲਿਖਿਆ, ਮੈਂ ਪੜ੍ਹ ਕੇ ਹੁਣ ਕਾਹਨੂੰ ਆਪਣਾ ਟਾਈਮ ਖਰਾਬ ਹੋ, ਉਹਨੇ ਲਿਖਿਆ ਕਹਿੰਦੇ ਯਾਰ ਰਾਏ ਬਹਾਦਰ ਦਾ ਮੁੰਡਾ ਹੋਵੇ ਅੰਗਰੇਜ਼ਾਂ ਦੇ ਬਾਪ, ਮਤਲਬ ਉਹ ਤੇ ਸ਼ੱਕ ਖੜਾ ਹੋ ਗਿਆ। ਤੇ ਉਹ ਤੇ ਇਹ ਹੈ ਵੀ ਹੁਣ ਪੈਸੇ ਉਹਨੇ ਦੇਣੇ ਆ। ਤੇ ਭਗਤ ਸਿੰਘ ਇੰਨਾ ਅੱਕ ਗਿਆ, ਖਿਝ ਗਿਆ, ਡੈਸਪੇਰੇਟ ਹੋ ਗਿਆ, ਕਹਿੰਦਾ ਯਾਰ ਇੱਕ ਬੰਦੇ ਕਰਕੇ ਸਾਰੀ ਜਥੇਬੰਦੀ ਜਾਮ ਹੋਈ ਪਈ ਹੈ। ਤੇ ਕਹਿੰਦਾ ਮੈਂ ਇੱਕ ਦਿਨ, ਉਹ ਜਸ਼ਪਾਲ ਕਹਿੰਦਾ ਇੱਕ ਦਿਨ ਕਹਿੰਦਾ ਮੈਨੂੰ ਉਹ ਆ ਗਿਆ ਮੇਰੇ ਕੋਲੇ, ਉਹਦੇ ਕੋਲੇ ਪਿਸਤੌਲ ਸੀ। ਉਹ ਕਹਿੰਦਾ ਮੈਂ ਤਾਂ ਫੈਸਲਾ ਕਰ ਲਿਆ। ਸ਼ਹੀਦ ਭਗਤ ਸਿੰਘ ਕਹਿੰਦਾ, ਉਹ ਕਹਿੰਦਾ ਕੀ, ਵੀ ਮੈਂ ਇਹਨੂੰ ਮਾਰ ਹੀ ਦਿੰਦਾ, ਇਹ ਟੈਂਟ ਹੀ ਮੁਕਾਉਣੇ ਹੈ ਕਿ ਨਹੀਂ ਹੈ, ਇਹ ਜੱਬ ਤਾਂ ਨਿਬੜੇ, ਕੁਛ ਕਰਨ ਜੋਗੇ ਤਾਂ ਹੋਈਏ। ਉਹ ਕਹਿੰਦਾ ਯਾਰ ਇਹ ਤਾਂ ਸਬੂਤ ਤਾਂ ਕੋਈ ਜੀ। ਉਹ ਕਹਿੰਦਾ ਹੁਣ ਸਬੂਤ ਕਿੱਥੋਂ ਕਰੀ, ਆਉਣਾ ਤੇ ਜਾਮ ਹੋਏ ਬੈਠੇ ਆ, ਕਾਲੇ ਕਿੰਨੇ ਪੈਂਦੇ ਆ। ਹੁਣ ਤਾਂ ਸ਼ਹੀਦ ਭਗਤ ਸਿੰਘ ਦੀ ਹਾਲਤ ਹੈ। ਉਹ ਭਗਵਤੀ ਚਰਨ ਬੋਹਰਾ ਜਿਹਦੀ ਵਾਈਫ ਇਹਨੂੰ ਬਚਾ ਕੇ ਲੈ ਕੇ ਗਈ, ਉਹ ਮੈਂ ਤੈਨੂੰ ਪੜ੍ਹ ਕੇ ਸੁਣਾਵਾਂ। ਉਹ ਕਹਿੰਦੀ ਮੈਂ ਹੀ ਮਿਲੀ ਸੀ ਇਹਨਾਂ ਨੂੰ। ਉਦੋਂ ਬਾਅਦ ਜਦੋਂ ਸ਼ੱਕ ਕਰ ਰਹੇ ਉਹਦੇ ਘਰੇ ਆਉਣ ਜਾਣਾ ਬੰਦ ਹੈ, ਤੇ ਉਦੋਂ ਕਿਸੇ ਨੂੰ ਵਿੱਚ ਪਾ ਕੇ ਕਹਿ ਰਹੇ ਨੇ ਵੀ ਇੱਥੋਂ ਲਾਹੌਰ ਚੋਂ ਨਿਕਲਣਾ ਤੇ ਇਹ ਦੁਰਗਾ ਭਾਬੀ ਕੱਢ ਸਕਦੀ ਹੈ। ਇੱਕ ਪਾਸੇ ਉਹਨੂੰ ਮਾਰਨ ਦੀ ਕੋਸ਼ਿਸ਼ ਹੈ ਜੀ। ਚਲੋ ਉਹ ਬੰਦਾ ਬੰਬ ਬਣਾਉਣ ਦਾ ਮਾਹਰ ਸੀ, ਰਾਵੀ ਦੇ ਕੰਢੇ ਬੰਬ ਬਣਾਉਣ ਗਿਆ ਇਕੱਲਾ ਹੀ, ਮਤਲਬ ਟੈਸਟ ਕਰਨ ਜੀ। ਬੰਬ ਚੱਲ ਗਿਆ, ਉਹ ਮਰ ਗਿਆ। ਮਰਨ ਤੋਂ ਬਾਅਦ ਜਿਹੜਾ ਜੈ ਚੰਦਰ ਵਿਦਿਆ ਲੰਕਰ ਹੈ, ਉਹ ਕਹਿੰਦਾ ਵੀ ਇਹ ਮਰਿਆ ਮੁਰਿਆ ਨਹੀਂ, ਡਰਾਮਾ ਹੈ ਸਾਰਾ, ਉਹ ਕਿਤੇ ਅੰਡਰਗਰਾਊਂਡ ਹੈ, ਤੁਹਾਡਾ ਸਾਰਿਆਂ ਦਾ ਸਫਾਇਆ ਕਰਾਓ। ਤੇ ਜੈ ਚੰਦਰ ਵਿਦਿਆ ਲੰਕਰ ਸਾਰੀ ਜਥੇਬੰਦੀ ਦਾ, ਸ਼ਹੀਦ ਭਗਤ ਸੂਰਿਆਂ ਦਾ ਉਸਤਾਦ, ਸਿਆਸੀ ਉਸਤਾਦ ਕਹਿੰਦੇ ਹੈ ਟੋਟਲ। ਉਹ ਤੋਂ ਗ੍ਰੈਂਡ ਕੀਤਾ ਇਹਨਾਂ ਨੇ। ਉਹ ਕਹਿੰਦਾ ਮੈਨੂੰ ਇੱਕ ਵਾਰ ਕਿਸੇ ਨੇ ਕਿਹਾ, ਇਹਨਾਂ ਦੇ ਇਹ ਸੀ ਨਾ ਵੀ ਹਿੰਦੂ ਸਿੱਖ ਈਸਾਈ ਸਭ ਧਰਮਾਂ ਤੋਂ ਉੱਪਰ ਉੱਠ ਕੇ ਇੱਕ ਭਾਰਤੀ ਕੌਮ ਬਣ। ਜੈ ਚੰਦਰ ਵਿਦਿਆ ਲੰਕਰ ਕਹਿੰਦਾ ਮੈਨੂੰ ਇੱਕ ਦਿਨ ਬੰਦਾ ਆ ਕੇ ਕਹਿੰਦਾ ਯਾਰ ਆਪਾਂ ਇਹ ਸਾਰੀਆਂ ਹਿੰਦੂ ਇੱਟ, ਈਸਾਈ ਇੱਟ, ਸਿੱਖ ਇੱਟ, ਸਾਰੀਆਂ ਇੱਟਾਂ ਜੋੜ ਕੇ ਇੱਕ ਸਾਂਝੀ ਕੰਧ ਕਿਉਂ ਨਾ ਖੜੀ ਕਰੀਏ ਇਮਾਰਤ। ਵਿਦਿਆ ਲੰਕਰ ਕਹਿੰਦਾ ਸਾਂਝੀ ਅੱਡ ਅੱਡ ਇੱਟਾਂ ਦੀ ਵੀ ਕੀ ਲੋੜ ਹੈ, ਸਾਰੀਆਂ ਇੱਟਾਂ ਨਾਲ ਚੂਰਾ ਬਣਾ ਕੇ ਉਹਨਾਂ ਦੀ ਇੱਕ ਇੱਟ ਕਿਉਂ ਨਾ ਬਣਾਈ ਜਾਵੇ। ਆਹ ਏਜੰਡਾ ਜਿਹੜਾ ਅੱਜ ਮੋਦੀ ਦਾ ਤੇ ਉਦੋਂ ਦਾ ਉਸ ਪ੍ਰੋਫੈਸਰ ਦੇ, ਜਿਹਨੇ ਇੰਨੇ ਤਿਆਰ ਕੀਤੇ ਸ਼ਹੀਦ ਭਗਤ ਸੂਰੀ ਸਾਰੇ, ਜਿਨ੍ਹਾਂ ਦੇ ਮਨਾਂ 'ਚ ਉਦੋਂ ਦੀ ਉਹ ਜੜ ਲਾਤੀ ਰਾਸ਼ਟਰਵਾਦ ਦੀ, ਵੀ ਧਰਮ ਧੁਰਮ ਜਿਹੜੇ ਵੰਡੀਆਂ ਨੇ ਇਹਨਾਂ ਤੋਂ ਉੱਪਰ ਉੱਠ ਹੋਏ, ਚੂਰਾ ਬਣਾ ਦਿਓ। ਕਹਿੰਦਾ ਇੱਕ ਨਵੀਂ ਇੱਟ ਹੀ ਨਵੀਂ ਬਣਾਓ। ਸੋ ਇਹ ਬੜੀਆਂ ਗੱਲਾਂ ਨਾ ਇਸ ਤਰ੍ਹਾਂ। ਸੋ ਹੁਣ ਜੇ ਉੱਥੇ ਸ਼ੱਕ ਹੋ ਸਕਦਾ ਥੋੜ੍ਹੇ ਜਿਹੇ ਬੰਦਿਆਂ 'ਚ, ਇੱਥੇ ਯਾਰ ਐਡੀ ਵੱਡੀ ਲਹਿਰ ਹੈ। ਸੋ ਇਸ ਲਹਿਰ 'ਚ ਕੁਛ ਨਹੱਕੇ ਕਤਲ ਹੋਏ ਹੈ। ਤੇ ਇਸ ਗੱਲ 'ਚ ਮੈਂ ਅੱਜ ਨੂੰ ਪਬਲਿਕਲੀ ਕਹਿਣਾ, ਜਿਹੜਾ ਸਰਬਜੀਤ ਰੋਪੜ ਸੀਗਾ ਉਹ ਨਹੱਕਾ ਮਾਰਿਆ ਗਿਆ, ਸ਼ੱਕ 'ਚ ਮਾਰਿਆ ਗਿਆ। ਪਰ ਵਾਪਰਦਾ ਹੁਣ ਕੀ ਕਰੀਏ, ਟ੍ਰੈਜਡੀਜ਼ ਹੈ। ਇਹ ਤਰਾਸ ਦੀਆਂ ਜਿਹੜੀਆਂ ਹੋਰ ਵੀ ਜਾਨਾਂ ਜਾਂਦੀਆਂ ਨਾ, ਇਹ ਇਸ ਤਰ੍ਹਾਂ ਵੀ ਜਾਂਦੀਆਂ ਬੜੀ ਅਫਸੋਸ ਨਾਲ। ਇਹ ਤਾਂ ਹਾਦਸੇ ਹੈ। ਸੋ ਇੱਕ ਹਿਸਾਬ ਨਾਲ ਮੈਨੂੰ ਹਰਮੰਦਰ ਸੰਧੂ ਦਾ ਵੀ ਇੱਕ ਹਾਦਸਾ ਹੀ ਲੱਗਦਾ ਹੈ ਵੀ ਉਹ ਬੰਦਾ ਇੰਨੀ ਗੱਲ ਵੀ ਨਾ ਸਮਝ ਸਕਿਆ, ਸਿਰਫ ਇਸੇ ਕਰਕੇ ਚਲਾ ਗਿਆ। ਜੇ ਗੱਲ ਸਮਝ ਲੈਂਦਾ, ਥੋੜ੍ਹਾ ਠੀਕ ਲਾਈਨ 'ਤੇ ਆ ਜਾਂਦਾ, ਉਹ ਬੜਾ ਰੋਲ ਕੌਮ ਨੂੰ ਲੋੜ ਸੀ ਇਹੋ ਜਿਹੇ ਬੰਦਿਆਂ ਦੀ ਜਿਹੜੇ ਖੁੱਲ੍ਹੇ ਵਿਚਰ ਕੇ ਕੁਛ ਕਰ ਸਕਣ। ਪਰ ਉਹਨੇ ਬਿਲਕੁਲ ਹੀ ਕਿਸੇ ਨੂੰ ਭਰੋਸੇ 'ਚ ਨਹੀਂ ਲਿਆ, ਉਹ ਚੋਰੀਆਂ ਕੀਤਾ ਉਹਨੇ ਸਾਰਾ ਕੁਛ। ਐਂ ਨਹੀਂ ਚੱਲਦਾ ਹੁੰਦਾ। ਸੋ ਉਹਦੇ ਨਾਲ ਬੰਦਿਆਂ ਦਾ ਪਿਆਰ ਹੋ, ਸਤਿਕਾਰ ਹੋ, ਸਭ ਕੁਛ ਆ। ਬੰਦਿਆਂ ਨੂੰ ਬੜਾ ਲੱਗਦਾ ਵੀ ਉਹ ਤਾਂ ਜੀ ਇਸ 20ਵੀਂ ਸਦੀ ਦਾ ਬਹੁਤ ਵੱਡਾ ਸੀ। ਯਾਰ ਹੁਣ ਆਹ ਤੁਸੀਂ ਦੇਖ ਲਓ ਕਿੰਨਾ ਕੁ ਵੱਡਾ ਸੀਗਾ। ਐਵੇਂ ਨੇ ਨਾ ਬਾਦਮੀਆਂ ਗੱਲਾਂ ਪਿਆਰ 'ਚੋਂ ਅਤੇ ਸਤਿਕਾਰ 'ਚੋਂ ਕਰੀ ਚੱਲੋ।
ਬਾਕੀ ਤੁਸੀਂ ਲਿਸਟ ਬਣਾ ਲਓ ਉਹਦੇ ਸਹਿਯੋਗੀਆਂ ਦੀ, ਦੇਖ ਲਓ ਕੌਣ ਕਿੱਥੇ ਬੈਠਾ ਹੈ। ਇਹ ਐਵੇਂ ਥੋੜਾ ਵਾਪਰ ਗਿਆ। ਸੋ ਜਿੱਥੋਂ ਦੀਆਂ ਇੱਟਾਂ ਸੀ ਜਾ ਲੱਗੀਆਂ ਜੀ। ਸੋ ਮੇਰੇ ਖਿਆਲ ਹੈ ਕਿ ਇਹ ਥੋੜਾ ਜਿਹਾ ਹੈ ਤਾਂ ਮਾਮਲਾ ਦੁਖਦਾਈ ਤਾਂ ਹੈ, ਦੁੱਖ ਤਾਂ ਹੁੰਦਾ ਹੀ ਆ ਮਤਲਬ ਉਸ ਤਰ੍ਹਾਂ ਦਾ, ਪਰ ਥੋੜਾ ਸਮਝਣ ਦਾ ਯਤਨ ਕਰੋ। ਭਾਈ ਹਰਮਿੰਦਰ ਸਿੰਘ ਸੰਧੂ ਦੇ ਜਿਹੜੇ ਕਤਲ ਦੀ ਜਿਹੜੀ ਗੱਲਬਾਤ ਸੀ ਉਹ ਆ ਤੁਹਾਡੇ ਨਾਲ ਸਾਂਝੀ ਕਰੀ ਹੈ। ਉਹਦੇ ਪਿੱਛੇ ਦੀ ਸੱਚਾਈ ਕੀ ਸੀ, ਉਹ ਕਾਰਨ ਕੀ ਬਣੇ ਕਿ ਜਥੇਬੰਦੀਆਂ ਦੇ ਵਿੱਚੋਂ ਹੀ ਕਿਸੇ ਨੂੰ ਇਹ ਕਰਨਾ ਪਿਆ। ਇਹ ਚੀਜ਼ਾਂ ਜਿਹੜੀਆਂ ਕਰਦੇ ਹੁੰਦੇ ਆ ਤਾਂ ਜਿਹੜਾ ਸਮਾਂ ਹੁੰਦਾ, ਜਿਹੜੀ ਧਰਾਤਲ ਸੱਚਾਈ ਹੁੰਦੀ ਹੈ, ਉਹਨਾਂ ਨੂੰ ਪਤਾ ਕਿਹੋ ਜਿਹੀਆਂ ਚੁਣੌਤੀਆਂ ਜਿਹੜੀਆਂ, ਕਿਹੋ ਜਿਹੀਆਂ ਮਜਬੂਰੀਆਂ ਜਿਹੜੀਆਂ ਉਹ ਬਣੀਆਂ ਹੋਣਗੀਆਂ। ਸੋ ਅੱਜ ਅਸੀਂ ਸੋਸ਼ਲ ਮੀਡੀਆ ਤੇ ਜੋ ਸੁਣਦੇ ਆ, ਜੋ ਗ੍ਰਹਿਣ ਕਰਦੇ ਆ, ਇੱਕੋਦਮ ਉਹ ਚੀਜ਼ ਕਬੂਲ ਲੈਂਦੇ ਆ। ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਸਾਡੀ ਗੱਲ ਨੂੰ ਕਬੂਲ ਲਓ। ਬਾਰ-ਬਾਰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਕਹਿੰਦੇ ਜਿਹੜੀ ਵੀ ਗੱਲ ਆਈ ਹੈ ਤੁਹਾਡੇ ਕੋਲ, ਉਹਦੀ ਘੋਖ ਕਰਨੀ ਕਰੋ। ਘੋਖ ਕਰਕੇ ਜੇ ਤੁਸੀਂ ਉਸ ਚੀਜ਼ ਨੂੰ ਕਬੂਲ ਦਿਓ ਤਾਂ ਉਹ ਤੁਹਾਡੀ ਆਪਣੀ ਇੱਛਾ ਆ ਉਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਲੈਣਾ ਤੇ ਕਿਸ ਤਰੀਕੇ ਦੇ ਨਾਲ ਵਰਤਣਾ। ਸੋ ਜਿਹੜੀ ਲਗਾਤਾਰ ਏਜੰਸੀਆਂ ਦੀ ਕਹਿ ਲਈਏ ਆਪਾਂ, ਜਾਂ ਹੁਣ ਨਵਾਂ ਹੀ ਸਿਲਸਿਲਾ ਸ਼ੁਰੂ ਹੋਇਆ, ਜਿਹੜੇ ਆਪਣੇ ਝੂਠੇ ਨੇ, ਜਿਨ੍ਹਾਂ ਦੀ ਨਿਜਤਾ ਰਹੀ ਹੈ, ਨੇੜਤਾ ਰਹੀ ਹੈ, ਥੋੜ੍ਹੀ ਰਹੀ ਹੈ, ਵੱਧ ਰਹੀ ਹੈ, ਉਹ ਸਾਨੂੰ ਨਹੀਂ ਪਤਾ। ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਦਲਜੀਤ ਸਿੰਘ ਬਿੱਟੂ ਤੇ ਜਿਹੜੇ ਇਲਜ਼ਾਮ ਲੱਗੇ ਨੇ, ਹੋਰ ਵੀ ਜਿਹੜੇ ਕਹਿੰਦੇ ਜਿਨ੍ਹਾਂ ਨੇ 5 ਜਥੇਬੰਦੀਆਂ ਨੇ ਜ਼ਿੰਮੇਵਾਰੀ ਚੱਕੀ ਸੀ। ਸੋ ਉਹ ਕਾਰਨ ਕੀ ਸੀ, ਉਹ ਕੀ ਸੀਗਾ ਸਾਰਾ ਵਰਤਾਰਾ, ਉਹ ਸਾਰੇ ਦੇ ਬਾਰੇ ਗੱਲਬਾਤ ਕਰੀ ਆ। ਸੋ ਜਿਹੜੀ ਗੱਲਬਾਤ ਹੋਈ ਹੈ ਕਿ ਭਾਈ ਦਲਜੀਤ ਸਿੰਘ ਬਿੱਟੂ ਬੋਲਦੇ ਕਿਉਂ ਨਹੀਂ, ਅਸੀਂ ਆਪਣੇ ਚੈਨਲ ਦੇ ਉੱਤੇ ਪਿਛਲੇ ਸਮੇਂ ਦੌਰਾਨ ਇੱਕ ਪ੍ਰੋਗਰਾਮ ਕਰਿਆ, ਉਹਦੇ ਵਿੱਚ ਦੱਸਿਆ ਹੈ ਕਿ ਕਾਰਨ ਕੀ ਬਣੇ ਨੇ, ਕਿਉਂ ਉਹ ਚੁੱਪ ਨੇ, ਕਿ ਕਿਹੋ ਜਿਹਾ ਜਿਹੜਾ ਮਾਹੌਲ ਆ ਉਹ ਸੋਸ਼ਲ ਮੀਡੀਆ 'ਤੇ ਕੀ ਹੈ, ਕਿ ਧਰਾਤਲ ਸੱਚਾਈ ਕੀ ਹੈ, ਕੋਈ ਕਿਸੇ ਦੀ ਗੱਲ ਨੂੰ ਕਿੰਨਾ ਗ੍ਰਹਿਣ ਕਰਦਾ, ਕਿਸ ਤਰੀਕੇ ਦਾ ਉਹ ਤੋਂ ਬਾਅਦ ਉਹ ਅੱਗੇ ਜਿਹੜਾ ਆਪਣਾ ਐਕਸ਼ਨ ਹੈ ਉਹ ਕਰਦਾ, ਸਰਜਦਾ ਆ। ਸੋ ਜਿਹੋ ਜਿਹੀ ਇਹ ਚੀਜ਼ ਚੱਲ ਰਹੀ ਹੈ, ਸਾਰੀ ਚੀਜ਼ ਨੂੰ ਸਮਝ ਕੇ ਸਾਨੂੰ ਦੇਖਣਾ ਪਊਗਾ ਕਿ ਸੱਚਾਈ ਕੀ ਆ, ਝੂਠ ਕੀ ਹੈ। ਇੱਕਦਮ ਉਹ ਚੀਜ਼ ਨੂੰ ਗ੍ਰਹਿਣ ਨਹੀਂ ਕਰ ਲੈਣਾ ਚਾਹੀਦਾ। ਇਹੋ ਜਿਹੇ ਪ੍ਰੋਗਰਾਮ ਤੁਹਾਡੇ ਨਾਲ ਲੈ ਕੇ ਅੱਗੇ ਵੀ ਹਾਜ਼ਰ ਹੁੰਦੇ ਰਹਾਂਗੇ। ਇਹੋ ਜਿਹੜੀਆਂ ਗੱਲਾਂ ਨੇ, ਉਹ ਜਿਹੜੀਆਂ ਅੱਜ ਸਵਾਲ ਖੜੇ ਕਰ ਰਹੀਆਂ, ਉਹ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਸਮੇਂ ਦੇ ਨਾਲ ਜੇ ਮਾਲਕ ਕਿਰਪਾ ਕਰਨ ਅਸੀਂ ਉਹ ਸਵਾਲਾਂ ਦੇ ਹੱਲ ਜਿਹੜੇ ਉਹ ਲੱਭਣ ਦੀ ਕੋਸ਼ਿਸ਼ ਕਰਾਂਗੇ। ਦਿਓ ਇਜਾਜ਼ਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਹਰਮਿੰਦਰ ਸਿੰਘ ਸੰਧੂ ਕਤਲ ਮਾਮਲੇ ਦੀ ਗੱਲਬਾਤ ਜਿਹੜੀ ਹੈ ਤੁਸੀਂ ਹੁਣੇ ਸੁਣ ਕੇ ਹਟੇ ਹੋ। ਇਸੇ ਗੱਲਬਾਤ ਦੇ ਦੌਰਾਨ ਹੀ ਕੁਝ ਦੁਚਿੱਤੀਆਂ ਜਿਹੜੀਆਂ ਉਹ ਅਸੀਂ ਦੂਰ ਕਰਨਾ ਚਾਹੁੰਦੇ ਨੇ। ਨਾਮਾਂ ਨੂੰ ਲੈ ਕੇ ਦੁਚਿੱਤੀ ਹੈ ਉਹ ਜਿਹੜੀ ਹੈ ਅਸੀਂ ਚਾਹੁੰਦੇ ਹਾਂ ਕਿ ਉਹ ਦੂਰ ਹੋਣੀ ਚਾਹੀਦੀ ਆ। ਤੇ ਇੱਥੇ ਜਿਹੜੀ ਗੱਲਬਾਤ ਹੋਈ ਹੈ, ਵੀਪੀ ਸਿੰਘ ਦਾ ਜਦੋਂ ਮੁਲਾਕਾਤ ਦੇ ਲਈ ਸੱਦਾ ਭੇਜਿਆ ਜਾਂਦਾ ਹੈ ਭਾਈ ਹਰਮਿੰਦਰ ਸਿੰਘ ਸੰਧੂ ਦੇ ਲਈ, ਉਹ ਸੱਦਾ ਜਿਹੜਾ ਹੈ ਬੀਬੀ ਰਜਿੰਦਰ ਕੌਰ ਬੁਲਾਰੀਆ ਅੱਗੇ ਡਾਕਟਰ ਭਗਵਾਨ ਸਿੰਘ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਸੰਬੰਧ ਰੱਖਦੇ ਨੇ, ਉਹ ਹਰਮਿੰਦਰ ਸਿੰਘ ਸੰਧੂ ਤੱਕ ਲਾਉਂਦੇ ਨੇ। ਭਾਈ ਹਰਮਿੰਦਰ ਸਿੰਘ ਸੰਧੂ ਨੂੰ ਅਗਾਹ ਵੀ ਕਰਦੇ ਨੇ ਕਿ ਉਹਨਾਂ ਦੀ ਜਾਨ ਨੂੰ ਜਿਹੜਾ ਉਹ ਖਤਰਾ ਹੈ ਤੇ ਉਹ ਜਿਹੜਾ ਖਾਲਸਾ ਪੰਚਾਇਤ ਦਾ ਕਨਸੈਪਟ ਹੈ ਉਸ ਨੂੰ ਰੱਦ ਕਰ ਦੇਣ। ਤੇ ਇੱਥੇ ਇੱਕ ਗੱਲਬਾਤ ਦੇ ਵਿੱਚ ਭਗਵਾਨ ਸਿੰਘ ਦਾ ਜ਼ਿਕਰ ਹੋ ਆਇਆ। ਉਹ ਭਗਵਾਨ ਸਿੰਘ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਹੀ ਅਕਾਲ ਚੈਨਲ ਨੂੰ ਇੰਟਰਵਿਊ ਵੀ ਦੇ ਕੇ ਹਟੇ ਨੇ ਤੇ ਅਸੀਂ ਵੀ ਉਹਨਾਂ ਦੇ ਬਾਬਤ ਜਿਹੜੀ ਗੱਲਬਾਤ ਪਿਛਲੇ ਪ੍ਰੋਗਰਾਮਾਂ ਦੇ ਦੌਰਾਨ ਕੀਤੀ ਹੈ। ਨਾਂਦੇੜ ਸਾਹਿਬ ਤੋਂ ਜਿਹੜੇ 40 ਸਿੰਘ ਆ ਕੇ ਅਕਾਲ ਤਖਤ ਸਾਹਿਬ ਦੇ ਵਿੱਚ ਜਦੋਂ ਫੌਜ ਚੜ੍ਹ ਕੇ ਆਉਂਦੀ ਹੈ ਤਾਂ ਉਹਨਾਂ ਦਾ ਜਿਹੜਾ ਮੁਕਾਬਲਾ ਕੀਤਾ ਸੰਤਾਂ ਦੇ ਨਾਲ, ਤੇ ਉਹ 40 ਦੇ ਵਿੱਚੋਂ 35 ਜਿਹੜੇ ਨੇ ਉਸ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ ਤੇ 5 ਬਚੇ ਸਨ ਜਿਹੜੇ ਕੁਝ ਅਕਾਲ ਚਲਾਣਾ ਕਰ ਗਏ। ਉਹਨਾਂ ਦੇ ਵਿੱਚੋਂ ਇੱਕ ਭਾਈ ਭਗਵਾਨ ਸਿੰਘ ਜਿਹੜੇ ਕਾਰ ਸੇਵਾ ਵਾਲੇ, ਜਿਨ੍ਹਾਂ ਦੀ ਅਸੀਂ ਗੱਲਬਾਤ ਇਸ ਸਾਰੇ ਪ੍ਰੋਗਰਾਮ ਦੇ ਦੌਰਾਨ ਮੁੱਖ ਰੂਪ ਦੇ ਵਿੱਚ ਕੀਤੀ ਹੈ। ਤੇ ਇੱਕ ਭਗਵਾਨ ਸਿੰਘ ਜਿਨ੍ਹਾਂ ਨੇ ਸੱਦਾ ਜਿਹੜਾ ਵੀਪੀ ਸਿੰਘ ਦਾ ਉਹ ਅੱਗੇ ਲਾਇਆ ਸੀ ਹਰਮਿੰਦਰ ਸਿੰਘ ਸੰਧੂ ਨੂੰ, ਉਹ ਡਾਕਟਰ ਭਗਵਾਨ ਸਿੰਘ ਸਨ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਸੰਬੰਧ ਰੱਖਦੇ ਸਨ। ਅਸੀਂ ਇਹ ਤਾਂ ਸਪਸ਼ਟ ਕਰ ਰਹੇ ਹਾਂ ਤਾਂ ਕਿ ਨਾਮਾਂ ਨੂੰ ਲੈ ਕੇ ਕੋਈ ਦੁਚਿੱਤੀ ਨਾ ਬਣੀ ਰਹੇ ਤੇ ਉਹ ਗੱਲ ਜਿਹੜੀ ਆ ਉਹ ਸਹੀ ਤਰੀਕੇ ਦੇ ਨਾਲ ਜਿਹੜੀ ਤੁਹਾਡੇ ਤੱਕ ਪੜ ਸਕੇ। ਉਮੀਦ ਕਰਦੇ ਹਾਂ ਕਿ ਸਾਨੂੰ ਸਾਡੀ ਜਿਹੜੀ ਪਿੱਛੇ ਗੱਲਬਾਤ ਸੁਣ ਕੇ ਹਟੇ ਹੋ ਉਹ ਸਹੀ ਲੱਗੀ ਹੋਊਗੀ ਤੇ ਤੱਥਾਂ ਸਹਿਤ ਜਿਹੜੀ ਹੈ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਸੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਪ੍ਰੋਗਰਾਮ ਹੈ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਸਾਡੇ ਚੈਨਲ ਦਾ ਸਿੱਖ ਵਿਊ ਪੁਆਇੰਟ ਦੇ ਨਾਲ ਜੁੜਨਾ ਕਰੋ। ਦਿਓ ਇਜਾਜ਼ਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।